ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਬਲਬੀਰ ਜੰਡੂ, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਭਾਰਤ ਵਿੱਚ 18 ਜੁਲਾਈ ਦਾ ਦਿਨ ਇੱਕ ਇਤਿਹਾਸਕ ਦਿਨ ਹੋ ਨਿਬੜਿਆ। ਇਸ ਦਿਨ ਭਾਰਤ ਦੀ ਰਾਜਨੀਤੀ ਦੇ ਵਿੱਚ ਦੋ ਧਰਾਵਾਂ ਸਿੱਧੀਆਂ ਆਮੋ ਸਾਹਮਣੇ ਆ ਕੇ ਖੜ ਗਈਆਂ। ਇੱਕ ਦੀ ਮੀਟਿੰਗ ਬੰਗਲੁਰੂ ਵਿੱਚ ਸੀ ਔਰ ਦੂਸਰੀ ਮੀਟਿੰਗ ਦਿੱਲੀ ਦੇ ਵਿੱਚ ਸੀ। ਜਿਹੜੀ ਮੀਟਿੰਗ ਬੰਗਲੁਰੂ ਵਿੱਚ ਸੀ ਉਸ ਵਿੱਚ ਕਾਂਗਰਸ ਦੀ ਅਗਵਾਈ ਵਿੱਚ 26 ਪਾਰਟੀਆਂ ਇਕੱਠੀਆਂ ਹੋਈਆਂ ਤੇ ਐਨਡੀਏ ਦੀ ਜਿਹੜੀ ਦਿੱਲੀ ਵਿੱਚ ਮੀਟਿੰਗ ਸੀ ਉਸ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ 'ਚ 38 ਪਾਰਟੀਆਂ ਇਕੱਠੀਆਂ ਹੋਈਆਂ। ਪਰ ਦੋਨਾਂ ਪਾਰਟੀਆਂ ਨੇ ਇੱਕ ਦਿਸ਼ਾ ਤੈਅ ਕਰ ਦਿੱਤੀ ਕਿ ਆਉਣ ਵਾਲੇ ਸਮੇਂ ਦੇ ਅੰਦਰ ਦੇਸ਼ ਦੀ ਜਿਹੜੀ ਰਾਜਨੀਤੀ ਹੈ ਉਹ ਕਿਸ ਦਿਸ਼ਾ ਵਿੱਚ ਅੱਗੇ ਵਧੇਗੀ। ਬੇਸ਼ੱਕ ਪਿਛਲੇ 9-10 ਸਾਲਾਂ ਦੇ ਵਿੱਚ ਅਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਤੇ ਨਰਿੰਦਰ ਮੋਦੀ ਹਮੇਸ਼ਾ ਹੀ ਜਿੰਨੀਆਂ ਵੀ ਚੋਣਾਂ ਹੋਈਆਂ ਪਿਛਲੇ ਸਮੇਂ 'ਚ ਉਹਦੇ ਵਿੱਚ ਇਹ ਗੱਲ ਕਹਿੰਦੇ ਰਹੇ ਕਿ ਮੋਦੀ ਹੈ ਤਾਂ ਮੁਮਕਿਨ ਹੈ। ਤੇ ਮੋਦੀ ਵੀ ਖੁਦ ਵੀ ਆਪ ਵੀ ਪਾਰਲੀਮੈਂਟ ਦੇ ਵਿੱਚ ਪਿਛਲਾ ਜਿਹੜਾ ਸੈਸ਼ਨ ਹੋਇਆ ਸੀ ਉਸ ਦੇ ਵਿੱਚ ਉਹ ਕਹਿੰਦੇ ਸੀ ਕਿ ਮੈਂ ਅਕੇਲਾ ਸਭ ਪੇ ਭਾਰੂ ਜਾਂ ਮੈਂ ਅਕੇਲਾ ਸਾਰੀ ਵਿਰੋਧੀ ਧਿਰ ਤੇ ਭਾਰੂ। ਇਹ ਗੱਲਾਂ ਉਹ ਕਰਦੇ ਸੀ, ਪਰ ਹੁਣ ਉਹਨਾਂ ਨੂੰ ਆਪਣਾ ਪੁਰਾਣਾ ਐਨਡੀਏ ਨੂੰ ਮੁੜ ਨਵੇਂ ਸਿਰੇ ਤੋਂ ਗਠਿਤ ਕਰਨਾ ਪੈ ਰਿਹਾ ਤੇ ਉਸ ਦੇ ਲਈ ਉਹ ਯਤਨਸ਼ੀਲ ਹੈ। ਦੂਸਰੇ ਪਾਸੇ ਕਾਂਗਰਸ ਨੇ ਭਾਰਤ ਜੋੜੋ ਯਾਤਰਾ ਤੋਂ ਬਾਅਦ ਜਿਹੜੀ ਸਥਿਤੀ ਪੈਦਾ ਹੋਈ ਸੀ ਤੇ ਖਾਸ ਕਰਕੇ ਹਿਮਾਚਲ ਤੇ ਕਰਨਾਟਕ ਇਲੈਕਸ਼ਨ ਤੋਂ ਬਾਅਦ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਦੇ ਨਾਲ ਜੁੜੀਆਂ, ਉਹਨਾਂ ਨੇ ਉੱਥੇ ਬੰਗਲੌਰ ਦੇ ਵਿੱਚ ਪਹਿਲਾਂ ਤਾਂ ਜਿਹੜੀ ਮੀਟਿੰਗ ਪਟਨੇ ਵਿੱਚ ਹੋਈ ਸੀ ਉਸ ਦੇ ਵਿੱਚ ਤਾਂ 15 ਪਾਰਟੀਆਂ ਸ਼ਾਮਲ ਹੋਈਆਂ, ਪਰ ਬੰਗਲੁਰੂ ਦੀ ਮੀਟਿੰਗ 'ਚ 26 ਪਾਰਟੀਆਂ ਸ਼ਾਮਲ ਹੋ ਕੇ ਇੱਕ ਗੱਠਜੋੜ ਬਣਾਉਣ ਦਾ ਫੈਸਲਾ ਕੀਤਾ ਔਰ ਉਸ ਗੱਠਜੋੜ ਦਾ ਨਾਂ ਉਹਨਾਂ ਨੇ ਇੰਡੀਆ ਜਿਹੜਾ ਐਬਰੀਵੇਸ਼ਨ ਦੇ ਤੌਰ ਤੇ ਰੱਖਿਆ, ਜਿਹਦਾ ਪੂਰਾ ਨਾਂ ਤਾਂ ਇਹ ਬਣਦਾ ਕਿ ਇੰਡੀਆ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ। ਤੇ ਉਸ ਨੂੰ ਉਹਨਾਂ ਨੇ ਆਪਣੇ ਗੱਠਜੋੜ ਨੂੰ ਇਹ ਨਾਮ ਦੇ ਦਿੱਤਾ ਤੇ ਉਸ ਦੇ ਨਾਲ ਹੀ ਉਹਨਾਂ ਨੇ ਇੱਕ ਇਹ ਵੀ ਫੈਸਲਾ ਕੀਤਾ ਕਿ ਇਸ ਦੇ ਲਈ ਇਹਨੂੰ ਕੋਆਰਡੀਨੇਟ ਕਰਨ ਦੇ ਲਈ 11 ਮੈਂਬਰੀ ਕਮੇਟੀ ਜਿਹੜੀ ਬਣਾਈ ਜਾਏਗੀ ਤੇ ਉਹਨਾਂ ਨੇ ਮੁੱਖ ਤੌਰ ਤੇ ਅਗਲੀ ਮੀਟਿੰਗ ਜਿਹੜੀ ਹੈ ਉਸ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਕਨਵੀਨਰ ਦਾ ਫੈਸਲਾ ਕਰਨਾ, ਬਾਕੀ ਫੈਸਲੇ ਲੈਣੇ ਆ ਤੇ ਉਸ ਤੋਂ ਪਹਿਲਾਂ ਦਿੱਲੀ ਵਿੱਚ ਉਹਨਾਂ ਨੇ ਹੈੱਡਕੁਆਟਰ ਬਣਾਉਣ ਦਾ ਵੀ ਫੈਸਲਾ ਕੀਤਾ। ਇਹ ਸਾਰੀ ਜਿਹੜੀ ਸਥਿਤੀ ਬਣੀ ਹੈ ਤੇ ਬਕਾਇਦਾ ਬੰਗਲੁਰੂ ਦੀ ਜਿਹੜੀ ਮੀਟਿੰਗ ਵਿੱਚੋਂ ਉਹਨਾਂ ਨੇ ਸੱਦਾ ਦਿੱਤਾ, ਉਹ ਸੱਦਾ ਇਹ ਹੈ ਕਿ ਜਮਹੂਰੀਅਤ ਬਚਾਉਣ, ਸੰਵਿਧਾਨ ਦੀ ਰਾਖੀ ਦੇ ਲਈ ਤੇ ਸਮਾਜਿਕ ਨਿਆਂ ਦੇ ਲਈ ਤੇ ਧਰਮ ਨਿਰਪੱਖਤਾ ਦੀ ਰਾਖੀ ਦੇ ਲਈ ਉਹ ਜਿਹੜਾ ਗੱਠਜੋੜ ਹੈ ਉਹ ਦੇਸ਼ ਦੇ ਵਿੱਚ ਕੰਮ ਕਰੇਗਾ। ਤੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜੀ ਗੱਲ ਨਰਿੰਦਰ ਮੋਦੀ ਹੋਣੀ ਪਿਛਲੇ 9 ਸਾਲਾਂ 'ਚ ਕਰਦੇ ਰਹੇ, ਜਿਹਦੇ ਬਾਰੇ ਰਾਹੁਲ ਗਾਂਧੀ ਵੀ ਬੋਲਦੇ ਰਹੇ ਕਿ ਨਫ਼ਰਤ, ਹਿੰਸਾ ਤੇ ਜਿਸ ਤਰ੍ਹਾਂ ਜਾਤੀ ਸਮੀਕਰਨ ਦੀ ਗੱਲ ਨਰਿੰਦਰ ਮੋਦੀ ਹੋਣੀ ਕਰਦੇ ਸੀ, ਹਿੰਦੂਤਵ ਦੀ ਗੱਲ ਕਰਦੇ ਸੀ ਤੇ ਵਿਰੋਧੀਆਂ ਨੂੰ ਉਹ ਭ੍ਰਿਸ਼ਟਾਚਾਰੀ ਕਹਿ ਕੇ ਤੇ ਹੁਣ ਵੀ ਉਹਨਾਂ ਨੇ ਬੰਗਲੁਰੂ ਦੇ ਸੰਮੇਲਨ ਨੂੰ ਭ੍ਰਿਸ਼ਟਾਚਾਰੀਆਂ ਦੇ ਸੰਮੇਲਨ ਨਾਲ ਸੰਬੋਧਨ ਕੀਤਾ। ਪਰ ਦੂਸਰੇ ਪਾਸੇ ਰਾਹੁਲ ਗਾਂਧੀ ਨੇ ਗੱਲ ਕਹੀ ਹੈ ਕਿ ਇਹ ਜਿਹੜਾ ਸਾਡੀ ਲੜਾਈ ਹੈ ਉਹ ਭਾਜਪਾ ਦੀ ਵਿਚਾਰਧਾਰਾ ਤੇ ਸੋਚ ਦੇ ਖਿਲਾਫ ਹੈ। ਸੋ ਇਹ ਸਾਰੀ ਜਿਹੜੀ ਸਥਿਤੀ ਹੁਣ ਨਵੀਂ ਬਣੀ ਹੈ ਦੇਸ਼ ਦੇ ਅੰਦਰ, ਤਾਂ ਸਪਸ਼ਟ ਜਿਹੜੀ ਹੈ ਰਾਜਨੀਤੀ ਕਿਸ ਪਾਸੇ ਨੂੰ ਤੁਰਨ ਲੱਗੀ ਹੈ ਉਸ ਦੇ ਉੱਤੇ ਅਸੀਂ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਅੱਜ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ, ਜਿਨ੍ਹਾਂ ਦਾ ਕਿ ਕੌਮੀ ਰਾਜਨੀਤੀ ਨੂੰ ਦੇਖਣ ਦਾ ਬੜਾ ਲੰਬਾ ਤਜਰਬਾ ਹੈ ਤੇ ਉਹਨਾਂ ਨੇ ਉਸ ਰਾਜਨੀਤੀ ਨੂੰ ਰਿਪੋਰਟ ਵੀ ਕੀਤਾ ਤੇ ਉਹ ਇਸ ਦੇ ਬਾਰੇ ਕੀ ਸੋਚਦੇ ਆ। ਤੇ ਦੂਸਰੇ ਸਾਡੇ ਮਹਿਮਾਨ ਨੇ ਅੱਜ ਸਤਨਾਮ ਚਾਨਾ ਜੀ, ਜਿਹੜੇ ਕਿ ਉੱਘੇ ਵਿਦਵਾਨ, ਉੱਘੇ ਚਿੰਤਕ ਤੇ ਜਿਹੜੇ ਕੌਮੀ ਰਾਜਨੀਤੀ ਤੇ ਬੜਾ ਨੇੜਿਓਂ ਨਜ਼ਰ ਰੱਖਦੇ ਆ ਕਿ ਉਸ ਦੇ ਵਿੱਚ ਕੀ ਕੀ ਵਾਪਰਦਾ ਤੇ ਉਹਨਾਂ ਘਟਨਾਵਾਂ ਦਾ ਆਉਣ ਵਾਲੇ ਸਮੇਂ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਤੇ ਦਸ਼ਾ ਤੇ ਕੀ ਅਸਰ ਪੈਂਦਾ। ਉਹਨਾਂ ਨਾਲ ਅਸੀਂ ਪਹਿਲਾਂ ਵੀ ਇਸ ਸਬੰਧ ਦੇ ਵਿੱਚ ਜਿਹੜੀਆਂ ਵਿਰੋਧੀ ਧਿਰ ਦੀਆਂ ਡਿਵੈਲਪਮੈਂਟ ਹੋ ਰਹੀਆਂ ਸੀ ਉਹਦੇ ਬਾਰੇ ਗੱਲਬਾਤ ਕਰਦੇ ਰਹੇ ਹਾਂ। ਮੈਂ ਆਪਣੇ ਦੋਨਾਂ ਮਹਿਮਾਨਾਂ ਨੂੰ ਜੀ ਆਖਦਾ। ਸਿੱਧੂ ਸਾਹਿਬ, ਚਾਨਾ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਧੰਨਵਾਦ ਜੀ, ਸ਼ੁਕਰੀਆ ਜੀ ਜੰਡੂ ਸਾਹਿਬ। ਸਿੱਧੂ ਸਾਹਿਬ, ਤੁਸੀਂ ਇਸ ਜਿਹੜੀ ਇਹ ਦੋ ਘਟਨਾਵਾਂ ਕੱਲ ਵਾਪਰੀਆਂ ਹੈਗੀਆਂ, ਦੋ ਵੱਖ-ਵੱਖ
ਜਿਹੜੇ ਪ੍ਰੋਗਰਾਮ ਸੰਮੇਲਨ ਹੋਏ ਆ ਰਾਜਸੀ ਤੌਰ ਤੇ, ਇਹਨਾਂ ਦੀ ਕੀ ਮਹੱਤਤਾ ਗਿਣਦੇ ਹੋ ਦੇਸ਼ ਦੇ ਅੰਦਰ ਮੌਜੂਦਾ ਸਮੇਂ ਦੇ ਅੰਦਰ? ਦੇਖੋ ਮੈਨੂੰ ਇਹ ਇੱਕ ਤਰੀਕੇ ਦਾ ਇਹ ਲੱਗ ਰਿਹਾ ਹੈ ਵੀ ਜਿਹੜਾ ਇੱਕ ਹਿੰਦੂ ਰਾਸ਼ਟਰ ਦਾ ਰਥ ਬੇਮੁਹਾਰਾ ਬੜਾ ਜ਼ੋਰ ਸ਼ੋਰ ਨਾਲ ਚੱਲ ਰਿਹਾ ਸੀਗਾ, ਉਸ ਨੂੰ ਠੱਲ ਪਾਉਣ ਲਈ ਇੰਡੀਆ ਚੋਂ ਹੀ ਇਹ ਸਾਰੇ ਇਕੱਠੇ ਹੋਏ ਆ। ਇਹ ਪਹਿਲਾਂ ਵੀ ਸਾਡਾ ਇਹ ਸੀਗਾ ਵੀ ਭਾਰਤੀ ਜਨਤਾ ਹੀ ਜਾਂ ਭਾਰਤ ਦੇ ਲੋਕ ਹੀ ਇਹ ਸਾਰੇ ਹਿੰਦੂ ਰਾਸ਼ਟਰ ਦੀ ਠੱਲ ਪੈ, ਕੋਈ ਮਿਨੋਰਿਟੀਆਂ ਨਹੀਂ ਪਾ ਸਕਦੀਆਂ, ਕੋਈ ਇਕੱਲੇ ਸੈਕੂਲਰ ਫੋਰਸਸ ਨਹੀਂ ਪਾ ਸਕਦੀਆਂ, ਪੋਲੀਟੀਕਲ ਫੋਰਸਸ ਸਾਰੀਆਂ ਇਕੱਠੀਆਂ ਹੋਣਗੀਆਂ। ਨਰੋਲ ਉਸ ਕਿਸਮ ਦਾ ਨਹੀਂ ਬਣਦਾ, ਇਹ ਥੋੜਾ ਜਿਹਾ ਲੂਜ ਕਿਸਮ ਦਾ ਅਲਾਇੰਸ ਬਣੇਗਾ। ਇਹ ਪਹਿਲਾਂ ਹੀ ਚੱਲਦਾ ਸੀ, ਪਰ ਇਹ ਗੱਲ ਬਿਲਕੁਲ ਸਪਸ਼ਟ ਹੋ ਗਈ ਵੀ ਜਿਸ ਤਰੀਕੇ ਦਾ ਅਲਾਇੰਸ ਹੋਇਆ, ਇਹਦੇ ਚੋਂ ਹਿੰਦੂ ਰਾਸ਼ਟਰ ਦਾ ਰਥ ਰੁਕਿਆ ਨਹੀਂ ਹੈ। ਰੁਕਣ ਛੱਡ ਇਹ ਹੈ ਵੀ ਮੁੜ ਕੇ ਉਸਨੇ ਹਾਲਟ ਰੋਕ ਕੇ ਮੁੜ ਕੇ ਇਸ ਵਾਰ ਜੇ ਸਾਰਾ ਰੁਕ ਗਿਆ, ਮੁੜ ਕੇ ਕਈ ਸਾਲਾਂ ਤੱਕ ਇਹ ਖੜਾ ਨਹੀਂ ਹੋ ਸਕਦਾ। ਇਹ ਬੜੀ ਦੇਰ ਤੱਕ, ਜੇ ਅਸੀਂ ਕਹੀਏ ਤਾਂ 70-75 ਸਾਲ ਤੋਂ ਮਹਾਤਮਾ ਗਾਂਧੀ ਨੂੰ ਦੀ ਅਸੈਸੀਨੇਸ਼ਨ ਤੋਂ ਇਹ ਗੱਲ ਸ਼ੁਰੂ ਹੋਈ ਵੀ ਹੁਣ ਤੱਕ ਜਿਹੜੀ ਇੱਥੋਂ ਤੱਕ ਡਿਵੈਲਪ ਹੋਈ ਸੀਗੀ ਮੋਦੀ ਰਜੀਮ ਦੇ ਲੈਵਲ ਤੇ, ਇਹ ਹੁਣ ਰੁਕ ਜੇਗੀ ਪੋਲੀਟੀਕਲ ਲੈਵਲ ਤੇ। ਇਹ ਬਹੁਤ ਸ਼ੁਭ ਸ਼ਗਨ ਹੈ ਡੈਮੋਕ੍ਰੇਸੀ ਬਚਾਉਣ ਦਾ, ਦੇਸ਼ ਬਚਣ ਦਾ। ਐਡਾ ਵੱਡਾ ਖਿੱਤਾ ਹੈ ਜਿਹੜਾ ਇੰਡੀਅਨ ਸਬ ਕੰਟੀਨੈਂਟ, ਉਹਦੀ ਜਿਹੜੀ ਡਿਵਰਸਿਟੀ ਹੈ, ਜੇ ਉਸ ਦਾ ਖਿਆਲ ਨਾ ਰੱਖਿਆ ਜਾਊ ਤਾਂ ਇਹ ਟੁਕੜੇ ਵੀ ਹੋ ਸਕਦੇ ਆ, ਤੇ ਨਹੀਂ ਇਹ ਬਚ ਵੀ ਸਕਦਾ। ਇੱਕ ਡੈਮੋਕ੍ਰੈਟਿਕ ਸੈਟਅਪ ਬਣ ਸਕਦਾ, ਉਹ ਬਣਿਆ ਰਹੇਗਾ। ਤੇ ਹੁਣ ਇਹਦੇ 'ਚ ਬਹੁਤ ਵੱਡਾ, ਮੈਨੂੰ ਤਾਂ ਇਹਦੇ ਬੜੀ ਸਿਲਵਰ ਲਾਈਨਿੰਗ ਲੱਗਦੀ ਹੈ ਵੀ ਇਸ ਦੇ ਵਿੱਚ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ। ਅਤੇ ਤਜਰਬਾ ਵੀ ਆਪਣੇ ਆਪ 'ਚ ਠੀਕ ਕੀਤਾ ਹੈ। ਸੀਟਾਂ ਦੀ ਵੰਡ, ਉਹ ਸਿੱਧਾ ਜਿਹੜਾ ਪਾਵਰ ਦਾ ਇੱਕ ਸਟਰਗਲ ਦਾ ਸਿਸਟਮ ਜਿਹਾ ਹੁੰਦਾ, ਉਹਨੂੰ ਹਜੇ ਪਾਸੇ ਰੱਖਿਆ। ਵਿਚਾਰਧਾਰਕ ਲੈਵਲ ਤੇ, ਪੋਲੀਟੀਕਲ ਆਈਡੀਓਲੋਜੀ ਲੈਵਲ ਉੱਤੇ ਜਿਹੜਾ ਵਿਰੋਧ ਹੋ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ। ਇੰਡੀਆ ਨਾਮ ਜਿਹੜਾ ਚੁਣ ਕੇ ਰੱਖਿਆ, ਜਾਂ ਇੰਡੀਆ ਐਬਰੀਵੇਸ਼ਨ ਜਿਹੜੇ ਸਾਰੀ ਪੋਲੀਟੀਕਲ ਜਿਹੜੀ ਆਈਡੀਓਲੋਜੀ ਆ ਉਹਨੂੰ ਸਮਅਪ ਕਰਦਾ, ਉਹ ਆਪਣੇ ਆਪ ਵਿੱਚ ਬਹੁਤ ਸ਼ੁਭ ਸ਼ਗਨ ਹੈ। ਤੇ ਬੜਾ ਵਧੀਆ ਗੱਲਬਾਤ ਹੈ ਵੀ ਡਿਵਰਸਿਟੀ ਵੀ ਕਾਇਮ ਰਹੇ, ਸੈਕੂਲਰਿਜ਼ਮ ਵੀ ਰਹੇ, ਔਰ ਤੇ ਟੋਟਲ ਡੈਮੋਕ੍ਰੈਟਿਕ ਸੈਟਅਪ ਵੀ ਰਹੇ। ਤਿੰਨਾਂ ਨੂੰ ਰਿਪਰੈਜ਼ੈਂਟ ਕਰਦਾ, ਤੇ ਇਸ ਕਰਕੇ ਬਾਕੀ ਇਹ ਤਾਂ ਦੇ ਸਕਦਾ, ਨਹੀਂ ਬਚਣਾ ਨਹੀਂਗਾ ਇਹ। ਤੇ ਇਸ ਕਰਕੇ ਮੈਂ ਇਹਨੂੰ ਬਹੁਤ ਵਧੀਆ ਡਿਵੈਲਪਮੈਂਟ ਗਿਣਦਾ। ਦੂਜੇ ਪਾਸੇ ਜਿਹੜਾ ਮੋਦੀ ਦਾ ਹੈਗਾ, 38 ਪਾਰਟੀਆਂ ਇਕੱਠੀਆਂ ਕਰ ਲਏ, 40, ਜਿਨ੍ਹਾਂ ਕੋਲੇ ਸਿਰਫ ਬੈਨਰ, ਜਿਨ੍ਹਾਂ ਕੋਲੇ ਪੇਪਰ ਤੇ ਹੀ ਆ ਸਾਰਾ ਕੁਛ, ਕੋਈ ਪਾਰਟੀ ਨਹੀਂ ਕੁਛ, ਉਹਨਾਂ ਨੂੰ ਵੀ ਇਕੱਠੇ ਕਰ ਰਿਹਾ। ਜਿਨ੍ਹਾਂ ਦਾ ਕੋਈ MP ਨਹੀਂ, ਉਹਨਾਂ ਨੂੰ ਵੀ ਉਹ ਪਾਰਟੀ ਦੇ ਲੈਵਲ ਤੇ ਗਿਣ ਰਹੇ ਆ। ਜਿਨ੍ਹਾਂ ਦੀ ਕੋਈ ਸਟਰੈਂਥ ਨਹੀਂ, ਕਿਤੇ ਕੁਛ ਨਹੀਂ ਹੈ, ਕੁਛ ਸਿਰਫ ਚੋਣ ਕਮਿਸ਼ਨ ਕੋਲ ਰਜਿਸਟਰਡ ਵੀ ਨਹੀਂ ਹੈ, ਰਜਿਸਟਰਡ ਵੀ ਨਹੀਂ ਹੈ, ਉਹਨਾਂ ਨੂੰ ਤੁਸੀਂ ਗਿਣੀ ਜਾਓ, 38 ਗਿਣੀ ਜਾਓ, ਤਾਂ ਹੱਦ ਦੇ ਹਾਸੋ ਹੀ ਨਹੀਂ ਗੱਲਬਾਤ ਹੈ। ਤੇ ਇੱਕ ਬੁਖਲਾਹਟ ਦੱਸਦੀ ਹੈ ਸਾਰੀ ਗੱਲ ਤੋਂ ਵੀ ਹੁਣ ਮੋਦੀ ਕਿੱਥੇ ਕਹਿੰਦੇ ਸੀ ਵੀ ਬਹੁਤ ਵੱਡੇ ਜ਼ੋਰ ਸ਼ੋਰ ਨਾਲ ਆਇਆ ਸੀਗਾ, ਤੇ ਲੋਕਾਂ ਦੇ ਖਾਤੇ ਵਿੱਚ 15 ਲੱਖ ਪੈਸਾ ਆ ਜਾਏਗਾ, ਔਰ ਅੱਛੇ ਦਿਨ ਆਉਣ ਵਾਲਿਆਂ ਦੇ ਨਾਅਰੇ ਲੱਗੇ ਸੀਗੇ, ਸਾਰੇ ਲੋਕਾਂ ਨੂੰ ਇਸ ਤਰੀਕੇ ਦੇ ਨਾਅਰੇ। ਹੁਣ ਕੁਛ ਨਹੀਂ ਕਹਿਣ ਵਾਲਾ, ਨੈਰੇਟਿਵ ਨਹੀਂ ਬਣ ਰਿਹਾ। ਸਭ ਤੋਂ ਵੱਡੀ ਗੱਲਬਾਤ ਇਹ ਹੈ ਵੀ ਭਾਜਪਾ ਜਾਂ NDA ਅਲਾਇੰਸ ਤੋਂ ਨੈਰੇਟਿਵ ਨਹੀਂ ਪੋਲੀਟੀਕਲ ਬਣ ਰਿਹਾ ਵੀ ਅਸੀਂ ਕਹੀਏ ਕੀ। ਆ ਜਿਹੜੀ ਆ ਹੁਣ ਸਪੀਚ ਕੀਤੀ ਆ ਉਹਨੇ ਦਿੱਲੀ ਦੇ ਵਿੱਚ 38 ਪਾਰਟੀਆਂ ਦਾ ਅਲਾਇੰਸ ਜਾ ਕਰਕੇ, ਉਹ NDA ਨੂੰ ਦੁਬਾਰਾ ਸਟਰੈਂਥ, ਉਹਦੇ ਵਿੱਚ ਕਾਫੀ ਗੱਲਾਂ ਉਹੀ ਰਿਪੀਟ ਆ ਜਿਹੜਾ ਪਹਿਲੇ ਸਾਲਾਂ ਦਾ ਕਰ ਰਿਹਾ ਸਾਰਾ ਕੁਛ। ਦਮਗਜੇ, ਝੂਠ ਸਾਰਾ, ਤੇ ਬਹੁਤਾ ਚਿਰ ਚੱਲੂਗਾ ਨਹੀਂ ਪੋਲੀਟਿਕਸ ਦੇ ਵਿੱਚ। ਇਸ ਕਰਕੇ ਮੈਂ ਇਹਨੂੰ ਬਹੁਤ ਚੰਗੀ ਡਿਵੈਲਪਮੈਂਟ ਗਿਣਨਾ। ਤੇ ਇਹਦੇ ਨਾਲ, ਇਹਦੇ ਵਿੱਚੋਂ ਬੇਸ਼ੱਕ ਤੁਸੀਂ ਇਮੀਡੀਏਟਲੀ, ਬਾਕੀ ਕੋਸ਼ਿਸ਼ ਜਿੱਥੋਂ ਤੱਕ ਮੈਨੂੰ ਸਮ ਅਪ ਲੱਗਦਾ ਇਹ ਵੀ ਕੋਸ਼ਿਸ਼ ਪਹਿਲਾਂ ਹੈ ਵੀ ਦਿੱਲੀ ਦੇ ਉੱਤੇ, ਦਿੱਲੀ ਦੀ ਸੱਤਾ ਉੱਤੇ ਇੱਕ ਵਾਰੀ ਕਾਬਜ ਹੋ ਜਾਓ, ਤੇ ਸਟੇਟਾਂ ਬਾਰੇ ਆਪਣੀਆਂ ਰੀਜਨਲ ਪਾਰਟੀਆਂ ਹੈਗੀਆਂ ਸਾਰੀਆਂ, ਇਹ ਰੀਜਨਲ ਪਾਰਟੀਆਂ ਆਪਣਾ ਕਰਦਿਆਂ ਰਹਿਣਗੀਆਂ, ਸਾਰਾ ਕੁਝ ਉੱਥੇ ਆਪਦਾ ਰਾਜ ਕਰ ਦੇਣਗੇ। ਇਹ ਈਵਨ ਵਿਰੋਧ 'ਚ ਵੀ ਇੱਕ ਦੂਜੇ ਦੇ ਚੱਲ ਸਕਦੀਆਂ। ਤੇ ਉਹ ਰੀਜਨਲ, ਇੱਕ ਇਹਦੇ 'ਚ ਹੋਰ ਗੱਲ ਸਭ ਤੋਂ ਵਧੀਆ ਨਿਕਲੀ ਹੈ ਵੀ ਰੀਜਨਲਿਜ਼ਮ ਨੂੰ ਬੜਾ ਸਹਾਰਾ ਮਿਲਿਆ, ਰੀਜਨਲ ਪਾਰਟੀਆਂ ਨੂੰ ਰਿਕੋਗਨਾਈਜ਼ ਕੀਤਾ ਪੋਲੀਟੀਕਲ ਲੈਵਲ ਤੇ, ਨੈਸ਼ਨਲ ਲੈਵਲ ਉੱਤੇ, ਜਿਹੜਾ ਇਦੋਂ ਪਹਿਲਾਂ ਇਸ ਕਿਸਮ ਦੀ ਰਿਕੋਗਨੀਸ਼ਨ ਨਹੀਂ ਹੁੰਦੀ ਸੀ। ਇੱਕ ਪਾਸੇ ਕਾਂਗਰਸ ਵੱਡੀ ਨੈਸ਼ਨਲ ਪਾਰਟੀ ਰੱਖਦੀ ਸੀ, ਉਹ ਉਸਦਾ ਗੁਮਾਨ ਰੱਖਦੀ ਸੀ, ਹੰਕਾਰ ਰਹਿੰਦਾ ਸੀਗਾ। ਦੂਜੇ ਪਾਸੇ ਆ BJP ਇੱਕ ਨੈਸ਼ਨਲ ਧਿਰ ਉੱਭਰੀ ਸੀ, ਦੂਜਿਆਂ ਸਾਰਿਆਂ ਨੂੰ ਗਿਣਦੇ ਨਹੀਂ ਸੀ, ਆਪਦੇ ਲਈ ਯੂਜ਼ ਕਰਦੇ ਹੁੰਦੇ ਸੀ। ਹੁਣ ਇਹ ਅਲਾਇੰਸ ਰੀਜਨਲ ਪਾਰਟੀਆਂ ਤੋਂ ਲੈ ਕੇ ਉੱਪਰ ਨੂੰ ਜਾਂਦਾ, ਤੇ ਇੱਕ ਇਹ ਆਪਣੇ ਆਪ ਵਿੱਚ ਵੱਡੀ ਡਿਵੈਲਪਮੈਂਟ ਹੈ। ਮੈਂ ਇਹੀ ਕਹਿਣਾ ਚਾਹੁੰਦਾ। ਚਾਨਾ ਜੀ, ਤੁਸੀਂ ਇਹਦੇ ਬਾਰੇ ਕਿਸ ਤਰ੍ਹਾਂ ਸੋਚਦੇ ਹੋ? ਮੈਨੂੰ ਲੱਗਦਾ ਕਿ ਸਿੱਧੂ ਸਾਹਿਬ ਨੇ
ਕੁਝ ਸੰਕੇਤ ਐਸੇ ਕੀਤੇ ਆ ਜਿਹੜੇ ਅਸਲ 'ਚ ਆਧਾਰ ਆ ਇਸ ਤੇ ਜਿਹੜਾ ਸਾਡੇ ਨਾ ਡਿਸਕਸ਼ਨ ਦਾ। ਇਤਿਹਾਸ ਦਾ ਨਾ ਆਪਣਾ ਵੀ ਇੱਕ ਲੌਜਿਕ ਹੈ, ਉਹਦੇ ਮੁਤਾਬਕ ਜਿਹੜਾ ਨਾ ਅੱਗੇ ਚੱਲਦਾ ਇਤਿਹਾਸ, ਅੱਗੇ ਵੱਧਦਾ ਆ। ਔਰ ਅਸੀਂ ਆ ਪਿਛਲੇ ਦਿਨਾਂ 'ਚ ਦੇਖਿਆ ਹੋਣਾ, ਜੇ ਤੁਸੀਂ ਆਪਾਂ ਬਰੀਕੀ ਦੇ ਨਾਲ ਦੇਖੀਏ ਤਾਂ ਰਾਹੁਲ ਗਾਂਧੀ ਹਰ ਵਾਰੀ ਇਹੀ ਗੱਲ ਕਹਿੰਦਾ ਕਿ ਅਸੀਂ ਉਹਨਾਂ ਦੀ ਵਿਚਾਰਧਾਰਾ ਦੇ ਖਿਲਾਫ ਲੜਾਈ ਲੜਦੇ। ਇਹ ਵਿਚਾਰਧਾਰਾ ਦੀਆਂ ਹੀ ਗੱਲਾਂ ਦੇ ਉੱਤੇ ਸਟ੍ਰੈਸ ਕੀਤਾ ਜਿਹੜਾ ਸਿੱਧੂ ਸਾਹਿਬ ਨੇ। ਗੱਲ ਸਾਡੀ ਉੱਥੋਂ ਹੀ ਸ਼ੁਰੂ ਹੁੰਦੀ ਆ ਕਿ ਬਾਕੀ ਸਾਰੇ ਜਿੰਨੇ ਕੁਛ ਗਲਤ ਫੈਸਲੇ ਹੋਏ, ਜਿੰਨੇ ਕੁਛ ਗਲਤ ਨਤੀਜੇ ਨਿਕਲੇ, ਉਹਦੇ ਪਿੱਛੇ ਜਿਸ ਵਿਚਾਰਧਾਰਾ ਨੂੰ ਲੈ ਕੇ ਸਰਕਾਰ 2 ਟਰਮਾਂ ਚੱਲੀ ਆ ਨਾ, ਉਹਦੇ ਉੱਤੇ ਜਿਹੜਾ ਇਹ ਸਟ੍ਰੈਸ ਹੋ ਰਿਹਾ, ਜਿਹੜਾ ਇਹਦੇ ਧਿਆਨ ਦਵਾਇਆ ਜਾ ਰਿਹਾ, ਔਰ ਲੋਕ ਉਹਦੇ ਦੁਆਲੇ ਜਿਹੜਾ ਨਾ ਆਲੇ ਦੁਆਲੇ ਜਿਹੜਾ ਨਾ ਇਕੱਠੇ ਹੋ ਰਹੇ ਆ। ਔਰ ਬਹੁਤ ਸਾਰੇ ਹੌਲੀ ਹੌਲੀ ਅੰਡਰਕਰੰਟ ਜੋ ਚੱਲ ਰਿਹਾ ਉਹਦੇ ਤੋਂ ਤਾਂ ਲੱਗਦਾ ਕਿ ਹੋ ਗਏ ਆ, ਜਿਹੜੇ ਕੁਝ ਰਹਿੰਦੇ ਹੋਣਗੇ ਉਹ ਹੋ ਜਾਣਗੇ। ਜਾਣੀ ਹਿਸਟਰੀ ਦੇ ਲੌਜਿਕ ਦੇ ਗੱਲ ਮੈਂ ਤਾਂ ਕੀਤੀ ਆ ਕਿ ਇਸ ਦੇਸ਼ ਨੇ ਇਸ ਵਿਚਾਰਧਾਰਾ ਦਾ ਇੱਕ ਵਾਰੀ ਸਵਾਦ ਚੱਖਣਾ ਹੀ ਸੀ। ਔਰ ਇਹ ਵਿਚਾਰਧਾਰਾ ਸ਼ਾਇਦ ਇਹ ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਇਹ ਦੇਸ਼ ਦੇ ਲੋਕਾਂ ਦੇ ਲਈ ਜਿਹੜੀ ਨਾ ਠੀਕ ਹੋ ਸਕਦੀ, ਪਰ ਜੋ ਕੁਝ ਇਹਨਾਂ ਦੇ ਸਾਹਮਣੇ ਆਇਆ ਉਹ ਇਹ ਲੱਗਿਆ ਕਿ ਇਹ ਦੇਸ਼ ਬਰਬਾਦੀ ਵੱਲ ਨੂੰ ਲਿਜਾਣ ਵਾਲੀ ਜਿਹੜੀ ਨਾ ਵਿਚਾਰਧਾਰਾ ਹੈਗੀ ਆ। ਇਹੀ ਗੱਲ ਮੈਂ ਇਸ ਕਰਕੇ ਇਹਨਾਂ ਦੀ ਤਾਈਦ ਕਰਦਾ ਆ, ਇਹਦਾ ਮੈਂ ਸਪੋਰਟ ਕਰਦਾ ਵਿਚਾਰ ਜਿਹੜੇ ਪੇਸ਼ ਕੀਤੇ ਨੇ ਸਿੱਧੂ ਸਾਹਿਬ ਨੇ, ਕਿ ਹੁਣ ਇਹਨਾਂ ਦਾ ਇੱਕ ਵਾਰੀ ਉਤਰ ਗਏ ਦਾ ਮੈਨਾ ਕਿ ਇਹ ਵਿਚਾਰਧਾਰਾ ਜਦੋਂ ਇੱਕ ਵਾਰੀ ਉਤਰ ਗਈ ਸੱਤਾ ਤੋਂ, ਇਹਦਾ ਦੁਬਾਰਾ ਵਾਪਸ ਆਉਣ ਦਾ ਕੋਈ ਚਾਂਸ ਨਹੀਂ ਰਹਿ ਜਾਣਾ, ਕਿਉਂਕਿ ਲੋਕਾਂ ਨੇ ਪਹਿਲਾਂ ਦੇਖੀ ਨਹੀਂ ਸੀ, ਹੁਣ ਦੇਖ ਲਈ ਆ। ਔਰ ਇਹ ਦੇਸ਼ ਜਿਸ ਤਰ੍ਹਾਂ ਦੀ ਕੰਪੋਜੀਸ਼ਨ ਹੈ ਇਸ ਦੇਸ਼ ਦੀ, ਇਹ ਦੇਸ਼ ਹੋ ਰਿਹਾ ਵਿਚਾਰਧਾਰਾ ਜਿਹੜੀ ਹੋਰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਦਾ ਇਹ ਅੰਤਮ ਸਿੱਟਾ ਆਪਾਂ ਨੂੰ ਯਾਦ ਹੋਣਾ। ਜਦੋਂ ਮੁੱਖ ਮੰਤਰੀ ਇਕੱਠੇ ਹੋਣੇ ਸ਼ੁਰੂ ਹੋਏ ਸੀ ਤਾਂ ਇੰਝ ਲੱਗਦਾ ਸੀਗਾ ਕਿ ਇਹ ਇੱਕ ਤੀਜਾ ਫਰੰਟ ਉਸਰ ਰਿਹਾ, ਕਾਂਗਰਸ ਨੂੰ ਨਾਲ ਨਹੀਂ ਲੈਣਾ ਚਾਹੁੰਦੇ ਔਰ ਕੋਈ ਨਾ ਕੋਈ ਆਲਟਰਨੇਟਿਵ ਜਿਹੜਾ ਉਸਾਰ ਰਹੇ, ਉਹ ਤੀਜਾ ਆ। ਉਦੋਂ ਵੀ ਜਦੋਂ ਆਪਣੀਆਂ ਡਿਸਕਸ਼ਨ ਹੋਈਆਂ ਤੁਹਾਨੂੰ ਯਾਦ ਹੋਣਾ ਕਿ ਜਿਉਂ-ਜਿਉਂ ਅੱਗੇ ਵਧਿਆ ਇਹ, ਕਿਉਂਕਿ ਲੌਜਿਕ ਇਹ ਕਹਿੰਦਾ ਆ ਕਿ ਇਹ ਕਾਂਗਰਸ ਤੋਂ ਬਿਨਾਂ ਇਸ ਦੇਸ਼ ਦੇ ਵਿੱਚ ਕੋਈ ਫਰੰਟ ਨਹੀਂ ਬਣ ਸਕਦਾ, ਹਨਾ। ਔਰ ਉਹ ਇਹਨਾਂ ਨੇ ਜਿਉਂ-ਜਿਉਂ ਅੱਗੇ ਵਧੇਗਾ ਔਰ ਤਿਉਂ ਤੇ ਇਹਨਾਂ ਨੂੰ ਨੇੜਾ, ਇਹ ਨਹੀਂ ਕਿ ਉਹਨਾਂ ਦੀ ਜਿਹੜੀ ਆ ਸਮਝ ਵੱਧਦੀ ਜਾਏਗੀ। ਲੋਕਾਂ ਦਾ ਜਿਹੜਾ ਪ੍ਰੈਸ਼ਰ ਆ ਉਹ ਪਾਰਟੀਆਂ ਨੂੰ ਆਪਣੇ ਫੈਸਲੇ ਬਦਲਣ ਦੇ ਲਈ ਜਿਹੜਾ ਨਾ ਉਹ ਮਜਬੂਰ ਕਰ ਦਿੰਦਾ। ਔਰ ਲੋਕਾਂ ਦਾ ਪ੍ਰੈਸ਼ਰ ਕੀ ਆ? ਲੋਕਾਂ ਦਾ ਪ੍ਰੈਸ਼ਰ ਇਹ ਆ ਕਿ ਜਿੱਥੇ ਹੁਣ ਇਹ ਆਪ ਪਹੁੰਚੇ ਆ, ਪਹਿਲਾਂ ਇਹ ਲੱਗਦਾ ਸੀ ਕਿ ਕਾਂਗਰਸ ਨੂੰ ਨਾਲ ਨਹੀਂ ਲੈਣਾ ਚਾਹੁੰਦੇ, ਮੁੱਖ ਮੰਤਰੀ ਜਿਹੜੇ ਇਕੱਠੇ ਹੋ ਕੇ ਕੋਈ ਤੀਜਾ ਫਰੰਟ ਬਣਾਉਣਗੇ ਦੂਸਰੀਆਂ ਸਟੇਟਾਂ ਦੇ, ਜਿਹਦੇ 'ਚ ਵੱਡੇ ਸੂਬੇ ਵੀ ਹੈਗੇ ਆ, ਜਿਹਦੇ 'ਚ ਬੰਗਾਲ ਵੀ ਹੈਗਾ, ਜਿਹਦੇ 'ਚ ਬਿਹਾਰ ਵੀ ਹੈਗਾ, ਤੇ ਕਾਂਗਰਸ ਹੁਣ ਇਹ ਜੀ ਨਹੀਂ, ਕਾਂਗਰਸ ਦਾ ਇਹ ਵੀ ਕਾਂਗਰਸ ਨੂੰ ਵੀ ਨਾਲ ਲੈ ਲੈਣ ਵਾਲੀ ਗੱਲ ਜਿਹੜੀ ਨਾ ਬਦਲ ਕੇ ਇੱਥੇ ਆ ਗਈ ਆ ਕਿ ਸ਼ਾਇਦ ਉਹਨਾਂ ਨੇ ਅੰਦਰ ਖਾਤੇ ਕਾਂਗਰਸ ਦੀ ਲੀਡਰਸ਼ਿਪ ਨੂੰ ਹੀ ਕਬੂਲ ਕਰ ਲਿਆ ਹੋਇਆ। ਬਿਲਕੁਲ ਠੀਕ। ਇਹ ਲੋਕਾਂ ਦੀਆਂ ਇੱਛਾਵਾਂ ਹੋਰ ਹੁੰਦੀਆਂ, ਲੇਕਿਨ ਲੋਕ ਆਪਣੀ ਇੱਛਾ ਤੇ ਜਦੋਂ ਨਹੀਂ ਆਉਂਦੀਆਂ ਨਾ ਪਾਰਟੀਆਂ, ਫਿਰ ਉਹਨਾਂ ਤੇ ਪ੍ਰੈਸ਼ਰ ਬਿਲਡ ਕਰਦੇ ਆ। ਇਹ ਲੋਕਾਂ ਦੇ ਮਨਾਂ ਦੀ ਗੱਲ ਦੇ ਮੁਤਾਬਕ ਉਹਨਾਂ ਨੇ ਜਿੱਦਾਂ ਲੋਕਾਂ ਨੂੰ ਗਾਈਡ ਕੀਤਾ ਆ ਹੇਠੋਂ, ਜਿਨ੍ਹਾਂ ਦੇ ਹੇਠਾਂ ਤੱਕ ਲਿੰਕ ਹੈਗੇ ਆ, ਉਹ ਸਮਝ ਗਏ ਗੱਲ ਨੂੰ ਕਿ ਦੇਸ਼ ਜਿਹੜਾ ਨਾ ਏਦਾਂ ਨਹੀਂ ਚੱਲਣਾ ਹੈਗਾ। ਔਰ ਤੀਸਰੀ ਗੱਲ ਇਹ ਕਿ ਜਿਹੜੀਆਂ 15 ਪਾਰਟੀਆਂ ਜਿਹੜੀਆਂ ਇਕੱਠੀਆਂ ਹੋਈਆਂ ਸੀ, ਉਹਦੇ ਵਿੱਚ ਦੇਖੋ ਕੀ ਵਾਪਰਿਆ। ਉਹ 15 ਪਾਰਟੀਆਂ ਦੇ ਫਰੰਟ ਨੂੰ ਵੀ ਖੇਰੂ ਕਰਨ ਦੇ ਲਈ ਬੜੀ ਜ਼ਬਰਦਸਤ ਢੰਗ ਦੇ ਨਾਲ ਜਿਹੜਾ ਨਾ ਏਜੰਸੀਆਂ ਦੀ ਵਰਤੋਂ ਕੀਤੀ ਗਈ, ਈਡੀ ਦੀ ਵਰਤੋਂ ਕੀਤੀ ਗਈ। ਔਰ ਮਹਾਰਾਸ਼ਟਰ ਦੇ ਵਿੱਚ ਉਹ ਜਿਹੜਾ ਨਾ ਉਹ ਕੀਤਾ ਗਿਆ, ਚੰਦ ਚੜਾ ਦਿੱਤਾ ਜਿਹੜਾ ਇਹਨਾਂ ਨੇ, ਔਰ ਉਹ ਵੀ ਕੀਤਾ ਗਿਆ। ਇੱਦਾਂ ਦੂਸਰੇ ਥਾਂ ਤੇ ਵੀ ਕੀਤਾ ਗਿਆ। ਉਹ 15 ਪਾਰਟੀਆਂ ਦੇ ਵਿੱਚੋਂ ਇੱਕ ਵੀ ਟੁੱਟਣ ਦੀ ਬਜਾਏ ਉਹ ਵੱਧ ਕੇ 27 ਹੋ ਗਈਆਂ। ਜਾਣੀ ਇਹ ਕੀ ਆ, ਲੋਕ ਕਹਿੰਦੇ ਆ ਕਿ ਡਰਦੇ ਕਿਉਂ ਹੋ, ਵਾਪਸ ਨਹੀਂ ਆਣ ਦਿਆਂਗੇ, ਹਨਾ। ਔਰ ਉਹ ਲੋਕਾਂ ਦਾ ਡਰ ਲੈ ਗਿਆ, ਪਾਰਟੀਆਂ ਦਾ ਡਰ ਲੈ ਗਿਆ, ਲੀਡਰਾਂ ਦਾ ਡਰ ਲੈ ਗਿਆ, ਪਰ ਕੋ ਜਿਹੜੀ ਟੈਰਨੀ ਹੈਗੀ ਆ, ਜਿਹੜਾ ਜ਼ਬਰ ਆ, ਉਹ ਘਟਿਆ ਨਹੀਂ ਹੈ, ਵਧਿਆ ਹੀ ਆ। ਇਹਦੇ ਬਾਵਜੂਦ ਵੀ ਉਹ ਵੱਧ ਰਿਹਾ ਆ। ਔਰ ਦੂਸਰੇ ਪਾਸੇ ਇਹ ਕਿ ਕਿਉਂਕਿ ਉਹ 24-25 ਹੋ ਰਹੀਆਂ, 26 ਹੋ ਰਹੀਆਂ, ਤੇ ਦੂਜੇ ਪਾਸੇ ਵੀ ਵੱਡਾ ਹੀ ਜਿਹੜਾ ਨਾ ਉਹ ਕੀਤਾ ਜਾਵੇ ਕੰਮ, ਤੇ ਉਹ ਗਿਣਤੀ ਦੇ ਵਿੱਚ ਕਿੰਨੀਆਂ ਕਰ ਲਈਆਂ? 39। ਬੀਜੇਪੀ ਪਲੱਸ 38 ਹੋਰ। ਉਹ 38 ਦਾ ਹਾਲ ਕੀ ਆ? ਉਹਨਾਂ ਦੇ ਵਿੱਚੋਂ 25 ਦਾ ਇੱਕ ਵੀ MP ਨਹੀਂ, ਇੱਕ ਵੀ ਨਹੀਂ ਹੈਗਾ। ਔਰ 7 ਐਸੀਆਂ ਪਾਰਟੀਆਂ ਜਿਨ੍ਹਾਂ ਦਾ ਇੱਕ ਆ।
ਔਰ ਇਹ ਜੇ ਗਿਣਤੀ ਦੇਖੀਏ ਵੋਟਾਂ ਦੀ, ਬੀਜੇਪੀ ਦੀ ਵੋਟਾਂ ਦੀ ਗਿਣਤੀ ਜਿਹੜੀ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਜਿਹੜੀਆਂ ਇਹਨਾਂ ਨੂੰ ਵੋਟਾਂ ਹਾਸਲ ਹੋਈਆਂ, ਉਹ ਜੀ 22 ਜੀ ਕਰੋੜ ਸਮਥਿੰਗ ਹੈਗਾ, 23 ਤੇ 22 ਦੇ ਵਿੱਚ ਆ 22 ਕਰੋੜ। ਬਾਕੀ ਸਾਰੀਆਂ 38 ਪਾਰਟੀਆਂ ਜਿਹੜੀਆਂ ਉਹ ਮਿਲਾ ਕੇ 2 ਕਰੋੜ 20 ਲੱਖ ਬਣਦੀਆਂ। ਜੀ ਇੱਕ ਕਾਲਾ ਫਰੰਟ ਹੈਗਾ, ਹਨਾ, ਇੱਕ ਪਾਸੇ 22 ਇੱਕੋ ਪਾਰਟੀ ਦੀਆਂ, ਤੇ ਦੂਜਾ ਇਹ ਆ ਕਿ ਪਿਛਲੇ ਦੋਹਾਂ ਟਰਮਾਂ ਦੇ ਵਿੱਚ ਹੀ ਦੇਖ ਲਓ, ਜਾਂ ਖਾਸ ਤੌਰ ਤੇ ਜਿਹੜਾ 19 ਦੀ ਇਲੈਕਸ਼ਨ ਤੋਂ ਬਾਅਦ ਐਡੇ ਵੱਡੇ ਵੱਡੇ ਦੋਹਾਂ ਟਰਮਾਂ ਦੇ ਵਿੱਚ ਫੈਸਲੇ ਲਏ ਗਏ ਆ, ਜਿਹਦੇ 'ਚ ਨੋਟਬੰਦੀ ਤੋਂ ਲੈ ਕੇ GST ਤੱਕ ਦੇ ਤੇ ਐਜੂਕੇਸ਼ਨ ਪਾਲਿਸੀ ਦੇ ਤੇ ਉਹ ਕੋਈ ਪਾਲਿਸੀ ਬਣਾਉਣ ਦੇ ਲਈ ਪਹਿਲਾਂ NDA ਦੀ ਮੀਟਿੰਗ ਲੱਗੀ, ਜੇ NDA ਦੀ ਸਰਕਾਰ ਸੀ ਤਾਂ ਇੱਕ ਨਹੀਂ ਲੱਗੀ, ਉੱਥੇ ਏਜੰਡੇ ਤੇ ਨਹੀਂ ਲਿਆਂਦਾ ਗਿਆ ਕੁਝ ਵੀ, ਹੈ ਨਾ। ਹੁਣ ਪਤਾ ਨਹੀਂ ਹੈਗਾ ਕਿ ਵੀ ਉਹ ਕਿਉਂ ਗਏ, ਸਾਰਿਆਂ ਨੂੰ ਪਤਾ ਵੀ ਉਹ ਕਿਉਂ 38 ਪਾਰਟੀਆਂ ਇਕੱਠੀਆਂ ਹੋਈਆਂ, ਹੈ ਨਾ। ਜਿੱਦਾਂ ਤੈਨੂੰ ਜਾਣਾ ਹੀ ਪੈਣਾ ਹੈ, ਤੈਨੂੰ ਆਉਣਾ ਹੀ ਪੈਣਾ ਹੈ ਨਾ, ਕਿਉਂਕਿ ਪਿੱਛੇ ਜੋ ਕੁਝ ਚੱਲਦਾ ਹੈਗਾ। ਸੋ ਇਸ ਕਰਕੇ ਮੇਰਾ ਮਤਲਬ ਕਹਿਣ ਤੋਂ ਕਿ ਉਹ 38 ਪਾਰਟੀਆਂ ਕੋਈ ਨਹੀਂ ਹੈਗੀਆਂ, ਇੱਕੋ ਹੀ ਪਾਰਟੀ ਆ। ਬਾਕੀ ਜਿਹੜੇ ਆ ਤੁਹਾਨੂੰ ਪਤਾ ਹੀ ਆ ਕਿ ਵੀ ਕਈਆਂ ਦੀਆਂ ਤਾਂ ਰੈਕੋਗਨੀਸ਼ਨ ਵੀ ਹੈ ਨਹੀਂ, ਕਈਆਂ ਨੇ ਇਲੈਕਸ਼ਨ ਲੜਨ ਦੇ ਕਾਬਲ ਹੀ ਨਹੀਂ ਹੋਣਾ। ਦੂਜਾ ਵੱਡਾ ਗੱਲ ਇਹ ਜੰਡੂ ਸਾਹਿਬ ਜਿਹੜੀ ਕਲੀਅਰ ਗੱਲ ਹੈ ਕਿ ਜੇ ਉਹ 38 ਪਾਰਟੀਆਂ ਹੈਗੀਆਂ ਤਾਂ ਫਿਰ ਜੇ ਐਵਰੇਜ ਵਿੱਚ ਵੀ ਉਹਨਾਂ ਨੂੰ 2-2 ਸੀਟਾਂ ਦੇਣੀਆਂ ਪੈ ਗਈਆਂ ਤਾਂ 70 ਤਾਂ ਉਹਨਾਂ ਨੂੰ 75 ਚਲੀਆਂ ਗਈਆਂ, ਹਨਾ। ਜਦੋਂ ਸੀਟਾਂ ਦੀ ਵੰਡ ਹੋਊਗੀ ਐਵਰੇਜ 2-2 ਵੀ ਨਹੀਂ ਦੇਣਗੇ। ਹੁਣ ਇਹ ਜਿਹੜਾ ਨਾ ਅੱਗੇ ਜੋ ਕੁਝ ਹੋਣਾ ਵਾਪਰਨਾ ਆ ਉਹ ਅਜੇ ਸਾਹਮਣੇ ਆਉਣਾ, ਲੇਕਿਨ ਪਬਲਿਕ ਜਿਹੜੀ ਆ, ਲੋਕ ਇਸ ਦੇਸ਼ ਦੇ ਲੋਕਾਂ ਦੀ ਜਿਹੜੀ ਸਾਈਕੀ ਆ ਉਹ ਕਿੱਥੇ ਖੜੀ ਆ, ਉਹਦਾ ਐਕਸਪ੍ਰੈਸ਼ਨ ਹੈ ਜਿਹੜਾ ਨਾ ਉਹ ਬੰਗਲੌਰ 'ਚ ਹੁੰਦਾ ਹੈ, ਔਰ ਉਹ ਜਿਹੜਾ ਅਮੈਂਡਡ ਹੈ ਉਧਰ ਜਾ ਰਿਹਾ ਲੋਕਾਂ ਦਾ, ਹਨਾ, ਉਹ ਸਾਹਮਣੇ ਆ। ਸਾਰੀਆਂ ਪਾਰਟੀਆਂ ਉਹ ਕਿਸੇ ਨਾ ਕਿਸੇ ਰੀਜਨ ਨੂੰ ਰਿਪਰੈਜ਼ੈਂਟ ਕਰ ਰਹੀਆਂ, ਔਰ ਉਹ ਇੱਕ ਏਰੀਆ। ਦੂਜਾ ਇਹ ਹੈ ਕਿ ਜਿਹੜਾ ਨਾਂ ਰੱਖਿਆ ਗਿਆ, ਨਾਂ ਹੀ ਇਹ ਨਹੀਂ ਕਿ ਬਈ ਅੱਛਾ ਬਹੁਤ ਵਧੀਆ ਹੈ ਨਾਂ ਦੇਣਾ, ਪਰ ਉਹਨੂੰ ਉਹਦੇ ਤੇ ਕਮੈਂਟਰੀ ਕਰਨੀ, ਪਰ ਉਹ ਹਟੇ ਤਾਂ ਹੈ ਨਹੀਂ ਕਮੈਂਟਰੀ ਕਰਨ ਨੂੰ। ਪਰ ਉਹਦੇ ਵਿੱਚ ਜਿਹੜਾ ਇੱਕ ਸ਼ਬਦ ਆ ਨਾ, ਇਨਕਲੂਸਿਵ, ਜੀ ਉਹ ਅਸਲ 'ਚ ਉਹਦੀ ਜਾਨ। ਉਹਦਾ ਜੇ ਆਪਾਂ ਟਰਾਂਸਲੇਸ਼ਨ ਆਪਣੇ ਪਾਠਕਾਂ ਨੂੰ ਦੱਸੀ, ਉਹਦਾ ਮਹਿਨਾ ਕਰਦੇ ਕਰਾਂਦੇ ਸ਼ਾਮਲ ਕਰਨਾ, ਜੋ ਉਹਦਾ ਮਹਿਨਾ ਜੋੜਨਾ ਆ, ਹਨਾ। ਉਹ ਜਿਹੜਾ ਭਾਰਤ ਜੋੜੋ ਆ ਨਾ, ਉਹਦਾ ਪ੍ਰੈਕਟਿਸ ਦੇ ਵਿੱਚ ਜਿਹੜਾ ਨਾ ਐਕਸਪ੍ਰੈਸ਼ਨ ਹੋਇਆ ਉੱਥੇ ਜਾ ਕੇ, ਉਹ ਨਾਂ ਹੀ ਨਹੀਂ ਰੱਖਿਆ ਹੋਇਆ। ਉਹ ਜਦੋਂ ਤੁਸੀਂ ਸਾਰੀਆਂ ਪਾਰਟੀਆਂ ਜਿਹੜੀਆਂ ਸ਼ਾਮਲ ਸੀ ਉਹ ਮੈਪ ਸਾਹਮਣੇ ਰੱਖ ਕੇ ਦੇਖੋ ਤਾਂ ਉਹ ਪੂਰਾ ਇੰਡੀਆ ਬਣ ਜਾਂਦਾ, ਉਹਨਾਂ ਨੂੰ ਜੇ ਆਪਾਂ ਧਿਆਨ ਨਾਲ ਦੇਖਾਂਗੇ, ਹਨਾ। ਜੇ ਉਹ ਨਾ ਉਹਦਾ ਵੀ ਇੰਡੀਆ ਹੀ ਬਣ ਗਿਆ ਬਾਈ ਚਾਂਸ ਨਾ, ਤੇ ਇਹ ਦੋ ਗੱਲਾਂ ਹੋ ਗਈਆਂ, ਕਹਿ ਲਓ ਕਿ ਵੀ ਸਬੱਬ ਦੇ ਨਾਲ ਹੋ ਗਿਆ ਇਹ ਕੰਮ। ਪਰ ਹੁਣ ਇਹ ਕਹਿਣਾ ਬੜਾ ਔਖਾ ਹੋ ਜਾਊਗਾ ਕਿ ਵੀ ਲੋਕਾਂ ਦੇ ਜਿਹੜਾ ਅਸਰ ਜਾਏਗਾ ਲੋਕਾਂ ਦੇ ਉੱਤੇ, ਤਾਂ ਇੱਛਾ ਸੀ ਉਹ ਪੂਰੀ ਹੋ ਰਹੀ ਆ ਔਰ ਇਹ ਅੱਗੇ ਵਧੇਗੀ। ਦੋ ਗੱਲਾਂ ਹੋ ਗਈਆਂ, ਇੱਕ ਤੇ ਜੰਡੂ ਸਾਹਿਬ ਬੀਜੇਪੀ ਨੂੰ ਸੰਭਲਣ ਦੇ ਵਾਸਤੇ ਇਸ ਧੱਕੇ ਤੋਂ ਹੈਗਾ ਉਹਨਾਂ ਕੋਲ ਟਾਈਮ ਬੜਾ ਥੋੜਾ, ਜਿੱਥੋਂ ਤੱਕ ਹੈਗਾ ਇੰਡੀਆ ਉਹਨੂੰ ਆਪਣੀ ਤਿਆਰੀ ਕਰਨ ਦੇ ਲਈ ਤੇ ਸਟਰੈਂਥ ਵਧਾਉਣ ਦੇ ਲਈ ਸਮਾਂ ਹੈਗਾ ਬਹੁਤ। ਔਰ ਉਹਦੇ 'ਚ ਹੁਣ ਜੇ ਪੈਦਲ ਯਾਤਰਾ ਦੁਬਾਰਾ ਫੇਰ ਕਰਨਗੇ ਉਹ ਵੀ ਤੇ ਯੂਨਾਈਟਿਡ ਹੋ ਕੇ ਚੱਲਣਗੇ। ਦੂਜੀ ਗੱਲ ਇਹ ਜੋ ਆਈ ਆ, ਅਖਬਾਰਾਂ 'ਚ ਵੀ ਆ ਹੀ ਗਈ ਆ ਜਾਂ ਚੈਨਲਾਂ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਤੇ ਵੀ, ਕਿ ਨਾ ਜਿਹੜਾ ਉਹ ਰਾਹੁਲ ਗਾਂਧੀ ਨੇ ਨਹੀਂ ਸੁਝਾਇਆ, ਉਹ ਮਮਤਾ ਬੈਨਰਜੀ ਨੇ ਸੁਝਾਇਆ ਹੈ। ਔਰ ਮਮਤਾ ਬੈਨਰਜੀ ਵੱਲੋਂ ਇਹ ਨਾ ਪੇਸ਼ ਕਰਨਾ ਜਿਹੜਾ ਜਿਹਦੇ ਤੇ ਸ਼ੱਕ ਕੀਤੀ ਜਾਂਦੀ ਸੀ, ਉਹਦੇ 'ਚ ਇਹ ਵੀ ਕਿਹਾ ਜਾ ਰਿਹਾ ਕਿ ਰਾਹੁਲ ਗਾਂਧੀ ਨੇ ਸੁਜੈਸਟ ਕੀਤਾ ਸੀ ਕਿ ਮਮਤਾ ਜੀ ਤੁਸੀਂ ਇਹਨੂੰ ਪੇਸ਼ ਕਰੋ। ਚਲੋ ਉਹਦੇ ਵੱਲੋਂ ਪੇਸ਼ ਕਰਨਾ, ਉਹਦੇ ਜੇ ਤੇ ਸ਼ੱਕ ਕੀਤਾ ਜਾਂਦਾ ਸੀ ਵੀ ਇਹਨੇ ਆਉਣਾ ਨਹੀਂ ਫਰੰਟ ਤੇ, ਇਹਨੇ ਕਿਸੇ ਨਾ ਕਿਸੇ ਤਰ੍ਹਾਂ ਅਲੱਗ ਰਹਿਣਾ ਆ। ਪਰ ਜੇ ਉਹਦੀ ਪ੍ਰੋਜੈਕਸ਼ਨ ਹੀ ਏਦਾਂ ਹੁੰਦੀ ਆ ਕਿ ਹਰ ਚੀਜ਼ ਪ੍ਰਵਾਨਿਤ ਹੈਗੀ ਆ। ਦੂਜਾ ਹੈ ਕਿ ਉੱਥੇ ਬੰਦੇ ਉਹਨਾਂ ਨੇ ਇਹ ਬੋਦਰ ਹੀ ਨਹੀਂ ਕੀਤਾ ਕਿ ਸਾਰੇ ਬੰਦੇ ਬੋਲਣ, ਸਾਰੇ ਬੰਦੇ ਆਪਣੇ ਆਪਣੇ ਵਿਊ ਪੁਆਇੰਟ ਰੱਖਣ, ਕਿਉਂਕਿ ਉਹਨਾਂ ਦੀ ਸਹਿਮਤੀ ਆਲਰੇਡੀ ਹੋ ਚੁੱਕੀ ਆ। ਇਸ ਕਰਕੇ ਚੁਣਿੰਦਾ ਜਿਹੜੇ ਲੀਡਰ ਆ ਉਹ ਬੋਲੇ, ਉਹਨਾਂ ਦੇ ਵਿੱਚੋਂ ਜਿਹੜੇ ਚਲੋ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਬੈਠੇ ਕਿ ਇਹਨਾਂ ਨੇ ਚਲਾ ਜਾਣਾ ਨਹੀਂ ਸੀ, ਹਨਾ। ਹੁਣ ਜਿਹੜਾ ਉਹ ਇੱਕ ਆਪਣਾ ਹੈੱਡ ਆਫਿਸ ਬਣਾਉਣ ਲੱਗੇ ਆ। ਸਭ ਤੋਂ ਵੱਡੀ ਗੱਲ ਇਹ ਕਿ ਇਸ ਗੱਲ ਤੇ ਸਹਿਮਤੀ ਹੋ ਜਾਣੀ 26 ਪਾਰਟੀਆਂ ਦੇ ਕਿ ਜਿਹੜੀ ਆ ਉਹ ਕਮੇਟੀ ਬਣੇਗੀ ਨਾ, ਉਹ 11 ਦੀ ਬਣੇਗੀ। 26 ਪਾਰਟੀਆਂ ਇਸ ਗੱਲ ਤੇ ਸਹਿਮਤ ਹੋ ਜਾਣ ਕਿ ਜੇ ਕੋਈ ਨਹੀਂ, ਜੇ ਮੈਂ ਵਿੱਚ ਨਹੀਂ ਤੇ ਤਾਂ ਵੀ ਠੀਕ ਆ। 11 ਦੀ ਚੋਣ ਕਰਨੀ ਜਾਂ 11 ਦਾ ਨੰਬਰ ਪਾਸ ਕਰਨਾ, ਇਹ 26 ਪਾਰਟੀਆਂ ਦਾ ਬਹੁਤ ਵੱਡੀ ਗੱਲ ਹੈਗੀ ਆ।
ਔਰ ਇਹ ਸਹਿਮਤੀ ਦਾ ਇੱਕ ਫੜੋਲ ਆ। ਦੂਸਰੇ ਪਾਸੇ ਖੜਗੇ ਨੇ ਅੱਜ ਫੇਰ ਰਿਪੀਟ ਕਰ ਦਿੱਤਾ ਕੱਲ, ਹੈ ਨਾ, ਕਿ ਵੀ ਅਸੀਂ ਕਾਂਗਰਸ ਪਾਰਟੀ ਨਾ ਲੀਡਰਸ਼ਿਪ ਦੀ ਤੇ ਨਾ ਪ੍ਰਾਈਮ ਮਿਨਿਸਟਰ ਦੇ ਅਹੁਦੇ ਦੀ ਨਾ ਸੱਤਾ ਦੇ ਲਈ ਲੜ ਰਹੇ ਹਾਂ ਅਸੀਂ ਤਾਂ ਦੇਸ਼ ਇਹਨਾਂ ਨੂੰ ਬਚਾਉਣ ਦੇ ਲਈ ਲੜ ਰਹੇ ਹਾਂ। ਹਾਂ, ਇਹ ਇਹਨਾਂ ਦੋਹਾਂ ਫਰੰਟਾਂ ਦੇ ਵਿੱਚ ਜਿਹੜੇ ਜੋ ਭਾਵੇਂ ਪੈਰਲਲ ਲੱਗੇ ਆ, ਉਹ ਇਹ ਸੀਗਾ ਜੇ ਇਕੱਲੇ ਬੈਠਣਗੇ ਇਸ ਦਿਨ ਤਾਂ ਮੀਡੀਆ ਦੇ ਕੋਲ ਇਕੱਲੇ ਹੀ ਹੋਣਗੇ ਗੱਲਾਂ ਕਰਨ ਦੇ ਲਈ, ਇਸ ਕਰਕੇ ਉਹ ਪੈਰਲਲ ਆਪਣਾ ਡਾਂਕਾ ਵਜਾ ਦਿੰਦੇ ਨਾ। ਤੇ ਪਰ ਉਹ ਲੱਗਦਾ ਜਿਹੜਾ ਇਹ ਫੈਸਲਾ ਉਹਨਾਂ ਨੂੰ ਪੁੱਠਾ ਪੈ ਗਿਆ। ਹਾਂ, ਉਹ ਸਗੋਂ ਸਾਹਮਣੇ ਆ ਗਈ ਤੱਕੜੀ ਦੇ ਵਿੱਚ ਵੀ ਕਿੱਥੇ ਕੀ ਪਿਆ ਆ, ਲੋਕਾਂ ਨੇ ਦੇਖ ਲਿਆ, ਉਹ ਤੁੱਲ ਗਿਆ ਹੋਇਆ। ਤੇ ਸਿੱਧੂ ਸਾਹਿਬ, ਜਿਸ ਤਰ੍ਹਾਂ ਚਾਨਾ ਜੀ ਨੇ ਕਿਹਾ, ਔਰ ਅਸੀਂ ਦੇਖਦੇ ਹਾਂ ਕਿ ਕੱਲ ਜਦੋਂ ਇਹ ਗੱਲ ਸਾਹਮਣੇ ਆਈ ਕਿ ਬੰਗਲੌਰੂ ਦੀ ਮੀਟਿੰਗ ਨੇ ਆਪਣਾ ਜਿਹੜਾ ਨਾਮਕਰਨ ਹੈ ਗੱਠਜੋੜ ਨੇ ਕਰ ਲਿਆ, ਤਾਂ ਉਸ ਤੋਂ ਬਾਅਦ ਨਰਿੰਦਰ ਮੋਦੀ ਦੀ ਜਿਸ ਤਰ੍ਹਾਂ ਦੀ ਬੁਖਲਾਹਟ, ਜਿਸ ਤਰ੍ਹਾਂ ਦੀ ਪਰੇਸ਼ਾਨੀ ਸਾਹਮਣੇ ਆਈ, ਤਾਂ ਉਹਦੇ ਵਿੱਚ ਬਕਾਇਦਾ ਉਹਨਾਂ ਨੇ ਇਹ ਗੱਲ ਫੇਰ ਉਹੀ ਦੁਹਰਾਈ ਪੁਰਾਣੀ ਕਿ ਇਹ ਸਾਰਾ ਕੁਝ ਗੱਠਜੋੜ ਜਿਹੜਾ ਪਰਿਵਾਰਵਾਦ ਤੇ ਆਧਾਰਿਤ ਹੈ, ਇਹ ਭ੍ਰਿਸ਼ਟਾਚਾਰੀਆਂ ਦਾ ਗੱਠਜੋੜ ਹੈ, ਇਹ ਜਿਹੜਾ ਸਭ ਤੋਂ ਵੱਧ ਭ੍ਰਿਸ਼ਟ ਹੈ ਉਹਨੂੰ ਸਭ ਤੋਂ ਵੱਧ ਉੱਥੇ ਜ਼ਿਆਦਾ ਥਾਂ ਮਿਲੀ ਆ ਉਸ ਗੱਠਜੋੜ ਦੇ ਵਿੱਚ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਆਪਣੀ ਪਰੇਸ਼ਾਨੀ ਦੇ ਵਿੱਚ। ਤੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਸਾਰੇ ਹੀ ਬੜੇ ਸਹਿਜ ਭਾਵ ਨਾਲ ਉਹਨਾਂ ਨੇ ਆਪੋ ਆਪਣੀ ਜਿਹੜੀ ਗੱਲ ਹੈ, ਚਾਹੇ ਉਹ ਸ਼ਰਦ ਪਵਾਰ ਹੋਣੀ ਹੈ, ਚਾਹੇ ਉਦਮ ਠਾਕਰੇ ਹੈ, ਚਾਹੇ ਖੜਗੇ ਹੋਣੀ ਹੈ, ਚਾਹੇ ਰਾਹੁਲ ਗਾਂਧੀ, ਉਹਨਾਂ ਨੇ ਕੀਤੀ ਹੈ। ਤੇ ਇੱਕ ਬੰਗਲੌਰੂ ਦੀ ਮੀਟਿੰਗ ਦੀ ਜਿਹੜੀ ਵਿਸ਼ੇਸ਼ ਗੱਲ ਸੀ ਕਿ ਸੋਨੀਆ ਗਾਂਧੀ, ਜਿਸ ਨੇ ਅੱਗੇ UPA ਨੂੰ 2 ਵਾਰ ਜਿਤਾਇਆ ਸੀ ਤੇ ਉਹਦੀ ਸਰਕਾਰ ਚਲਾਈ ਸੀ, ਉਹ ਵੀ ਉਸ ਮੀਟਿੰਗ 'ਚ ਹਾਜ਼ਰ ਸੀਗੀ ਬਕਾਇਦਾ ਬੰਗਲੌਰੂ ਵਾਲੀ। ਤੇ ਹੁਣ ਇਹ ਜਿਹੜੀ ਸਥਿਤੀ ਬਣ ਗਈ ਹੈ, ਇਹਦੇ ਵਿੱਚ ਤੁਸੀਂ NDA ਬਨਾਮ ਇੰਡੀਆ ਨੂੰ ਜਿਹੜਾ ਅਸੀਂ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ, ਕਿ ਉਹ ਜਿਹੜਾ ਬਰਤਾਂਤ ਜਿਹਦੀ ਤੁਸੀਂ ਗੱਲ ਕੀਤੀ ਸੀਗੀ ਉਹ NDA ਨੂੰ ਨਹੀਂ ਲੱਭ ਰਿਹਾ, ਤਾਂ ਜਿਹੜਾ ਇੰਡੀਆ ਦਾ ਬਰਤਾਂਤ ਹੈ, ਕੀ ਆਉਣ ਵਾਲੇ ਸਮੇਂ 'ਚ ਲੱਗਦਾ ਹੈ ਕਿ ਇਹ ਹੁਣ ਭਾਰੂ ਪਏਗਾ ਤੇ 2024 ਦੀ ਜਿਹੜੀ ਸਥਿਤੀ ਹੈ 6 ਮਹੀਨੇ ਪਹਿਲਾਂ ਸੀ ਉਹ ਟੋਟਲੀ ਬਦਲ ਚੁੱਕੀ ਹੈ? ਦੇਖੋ, ਪਹਿਲੀ ਗੱਲ ਤਾਂ ਸਭ ਤੋਂ ਪਹਿਲਾਂ ਵੈਸੇ ਤਾਂ ਚਾਣਾ ਜੀ ਨੇ ਤਕਰੀਬਨ ਸਾਰਾ ਸਮ ਅਪ ਕਰਤਾ, ਬਹੁਤ ਸੋਹਣੇ ਤਰੀਕੇ ਨਾਲ ਸਾਰੀ ਡਿਟੇਲ ਦੇਤੀ ਹੈ। ਪਰ ਫਿਰ ਵੀ ਇਹਦੇ 'ਚ 2-3 ਗੱਲਾਂ ਲੋਕਾਂ ਨੂੰ ਡਰ ਹੈ। ਇੱਕ ਤਾਂ ਇਹ ਹੈ ਵੀ ਜਿਹੜਾ ਤੁਸੀਂ ਨੈਰੇਟਿਵ ਕਹਿੰਦੇ ਆ ਵੀ ਇਹ ਕੀ ਵੱਜੇਗਾ ਇਹਦੇ ਖਿਲਾਫ, ਇਹਨਾਂ ਦੇ ਖਿਲਾਫ, ਮੋਦੀ ਦੇ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਇਸ ਕਿਸਮ ਦਾ ਕਦੇ ਕਾਂਗਰਸ ਨੇ, ਕਦੇ ਜਿਹੜੀ ਵੱਡੀ ਪਾਰਟੀ ਹੁੰਦੀ ਸੀਗੀ, ਸੈਂਟਰਲ ਲੈਵਲ ਦੀ ਪਾਰਟੀ ਸੀ, ਉਹਨੇ ਇਸ ਕਿਸਮ ਦਾ ਕਦੇ ਥੱਲੇ ਆ ਕੇ ਝੁਕ ਕੇ ਤਾਂ ਬਿਲਕੁਲ ਗਰਾਊਂਡ ਲੈਵਲ ਦੀ ਪੋਲੀਟਿਕਸ ਨਹੀਂ ਸੀ ਕੀਤੀ ਵੀ ਅਸੀਂ ਪ੍ਰਾਈਮ ਮਿਨਿਸਟਰ ਨੂੰ ਨਹੀਂ ਬਣਾਉਣਾ, ਅਸੀਂ ਆਹ ਅਹੁਦਾ ਵੀ ਨਹੀਂ ਲੈਣਾ, ਅਸੀਂ ਐਂ ਨਹੀਂ ਕਰਨਾ ਸਾਰਾ ਕੁਛ। ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਤੇ ਇਹਦੇ ਨਾਲ ਸਾਰੀ ਰੀਜਨਲਿਜ਼ਮ ਦੀ ਸਟਰੈਂਥਨ ਹੋਇਆ, ਤਕੜਾ ਹੋਇਆ। ਇਹ ਸਾਰਾ ਸਬ ਕੰਟੀਨੈਂਟ ਹੈ ਇੰਡੀਆ, ਇਹ ਬਚੂਗਾ ਤਾਂ ਜੇ ਰੀਜਨਲਿਜ਼ਮ ਤਕੜਾ ਹੁੰਦਾ। ਤੇ ਰੀਜਨਲਿਜ਼ਮ ਵਿੱਚ ਆਪਣੇ ਇੰਟਰਸਟ ਲਈ ਵੀ ਇਕੱਠੇ ਹੋ ਕੇ ਦੇਸ਼ ਚਲਾਉਣ ਦੀ ਜ਼ਰੂਰਤ ਹੈ। ਦੂਜੀ ਗੱਲ, ਇਹ ਕਈ ਅੰਦਰੋਂ ਅੰਦਰ ਹੀ ਬੜੀਆਂ ਤਬਦੀਲੀਆਂ ਆ ਰਹੀਆਂ, ਜਿਵੇਂ ਹੁਣ ਲੋਕਾਂ ਨੂੰ ਡਰ ਹੈ ਵੀ ਹੋ ਸਕਦਾ ਵੀ ਇਹਦੇ ਕੋਲ ਇੰਨੀ ਬੁਖਲਾਹਟ ਆ ਗਈ ਹੈ ਵੀ ਇਹ ਕੋਈ ਨਵਾਂ ਐਕਸ਼ਨ ਕਰਦੇ। ਕਈ ਪੁਰਾਣੇ ਜਰਨਲਿਸਟ ਇਹ ਕਹਿ ਰਿਹਾ ਵੀ ਇੰਦਰਾ ਗਾਂਧੀ ਵਾਂਗੂ ਐਮਰਜੈਂਸੀ ਦਾ ਲੈਵਲ ਦਾ ਵੀ ਕੁਛ ਇਹੋ ਜਿਹੇ ਸਟੈਪ ਚੁੱਕ ਲਏ, ਜਾਂ ਇਹ ਲੋਕਾਂ ਨੂੰ ਕਰਪਟ ਦੱਸਣ ਲਈ ਇੱਕੋ ਦਮ ਹੋਰ ਜ਼ਿਆਦਾ ਲੀਡਰਾਂ ਨੂੰ ਅੰਦਰ ਜੇਲ੍ਹਾਂ 'ਚ ਸੁੱਟੇ। ਇਹੋ ਜਿਹੇ ਕਈ ਸਟੈਪ ਜਿਹੜੇ ਲੋਕ ਐਂਟੀਸਪੇਟ ਕਰ ਰਹੇ। ਦੂਜੇ ਪਾਸੇ ਇੱਕ ਹੋਰ ਹੈਰਾਨੀ ਦੀ ਗੱਲ ਇਹ ਵੀ ਆਈ ਹੈ ਵੀ NDA ਨੇ, NDTV ਨੇ ਇੱਕ ਸਰਵੇ ਹੁਣੇ ਪਿੱਛੇ ਪੇਸ਼ ਕੀਤਾ। ਪਹਿਲਾਂ ਗੱਲ ਤਾਂ NDTV ਦੀ ਇਹ ਹੁੰਦਾ ਵੀ ਅਡਾਨੀ ਦਾ ਹੈਗਾ ਸਾਰਾ ਜੋ ਉਹਦੇ ਵਿੱਚ, ਤੇ ਅਡਾਨੀ ਦਾ TV, ਉਹਨੇ ਅਲਾਓ ਕਿਵੇਂ ਕਰਤਾ ਸਰਵੇ? 35,000 ਬੰਦਿਆਂ ਦਾ ਸਰਵੇ ਹੈ ਉਹ, ਤੇ ਜਿਹਦੇ ਵਿੱਚ ਇਹ ਸਾਰੇ ਸਿਚੁਏਸ਼ਨ ਤੇ ਸਰਵੇ ਹੈ। ਉਹਦੇ ਵਿੱਚ ਉਹ ਫਿਰ 85% ਇੱਧਰਲੇ ਹੱਕ 'ਚ ਸਾਰਾ ਕੁਝ ਦੱਸਦਾ ਵੀ ਇਹ ਜਿਹੜਾ ਇੰਡੀਆ ਦਾ ਹੁਣ ਨਵਾਂ ਫਰੰਟ ਬਣਿਆ, ਇਹਦੇ ਆਪੋਜੀਸ਼ਨ ਦੇ ਫਰੰਟ ਦੇ ਹੱਕ 'ਚ ਗੱਲ ਕਰਦਾ। ਇਹ ਕਿਵੇਂ ਉਹਨੇ ਅਲਾਓ ਕਰਤਾ ਪ੍ਰਸਾਰਨ ਕਰਨਾ, ਕਿਵੇਂ ਕੰਡਕਟ ਕਰਤਾ? ਇਹਦਾ ਮਤਲਬ ਇਹ ਵੀ ਲੋਕ ਗਿਣਦੇ ਆ ਵੀ ਅਡਾਨੀ ਕਈ ਆਪੋਜੀਸ਼ਨ ਦੇ ਲੀਡਰਾਂ ਦੇ ਵੀ ਬੜਾ ਕਲੋਜ਼ ਹੈ ਅੰਦਰੋਂ ਅੰਦਰੀ, ਜਾਂ ਉਹਨੇ ਹਵਾ ਦੇਖ ਲਈ ਹੈ ਨਾ। ਉਹ ਪਿਛਲੇ ਦਿਨਾਂ 'ਚ ਸਿੱਧੂ ਸਾਹਿਬ ਤੁਹਾਡੇ ਵੀ ਯਾਦ ਹੋਏਗਾ ਚਾਨਾ ਜੀ ਕਿ ਉਹਨਾਂ ਨੇ ਬਕਾਇਦਾ ਸ਼ਰਦ ਪਵਾਰ ਨਾਲ 3 ਘੰਟੇ ਮੀਟਿੰਗ ਲਾਈ ਸੀ ਅੱਜ ਤੋਂ 3 ਮਹੀਨੇ ਪਹਿਲਾਂ।
हाँ बिल्कुल, यही ਅਡਾਨੀ ਦੀ। मैं ना नहीं ਸੀ ਉਹਦਾ ਰਿਪੀਟ ਕਰਨਾ ਚਾਹੁੰਦਾ। ਇਹ ਸਭ ਨੂੰ ਪਤਾ ਹੀ ਹੈ ਵੀ ਸ਼ਰਦ ਪਵਾਰ ਦੇ ਬਹੁਤ ਨਜ਼ਦੀਕ ਹੈ ਤੇ ਉਹਨੇ ਆਪਦਾ ਪਾਸਾ ਬਦਲਣ ਦੀ ਕੋਸ਼ਿਸ਼ ਵੀ ਕੀਤੀ ਹੈ। ਇਹ ਜਿਹੇ ਜਿਹੜੇ ਇੰਡੀਕੇਸ਼ਨ ਆ ਰਿਹਾ ਜਿਹਦੇ ਚੋਂ ਵੱਡਾ ਬੁਖਲਾਟ ਇਹਦੇ ਚ ਐਨਡੀਏ ਦਾ ਆਇਆ। ਬਾਕੀ ਸਾਨੂੰ ਉਹ ਜ਼ਰੂਰ ਧਿਆਨ ਰੱਖਣਾ ਚਾਹੀਦਾ। ਪੰਜਾਬ ਦੀ ਗੱਲ ਆਪਾਂ ਕਰਦੇ ਹਾਂ ਤੇ ਜਿਸ ਕਿਸਮ ਦਾ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਹਾਲ ਹੋ ਰਿਹਾ ਵੀ ਇੱਕ ਜਿਹੜੀ ਫੈਕਸ਼ਨ ਟੁੱਟ ਕੇ ਪਾਸੇ ਗਿਆ ਸੀਗਾ ਤੇ ਉਹ ਤਾਂ ਪਹਿਲਾਂ ਹੀ ਵਿੱਚ ਬੈਠਾ ਹੈਗਾ ਸੁਖਦੇਵ ਸਿੰਘ ਢੀਂਡਸਾ ਤੇ ਐਨਡੀਏ ਚ, ਤੇ ਬਾਦਲ ਵੀ ਅੰਦਰੋਂ ਅੰਦਰ ਹੀ ਰਲਿਆ ਵਾ। ਇਹ ਜਿਹੜੀ ਸਾਰੀ ਗੱਲਬਾਤ ਆ ਇਹਦੇ ਚੋਂ ਸਾਡੀ ਜਿਹੜੀ ਹਾਰੀ ਹੋਈ ਪੋਲੀਟਿਕਸ ਹੈ, ਸਿੱਖ ਪੋਲੀਟਿਕਸ ਪੰਜਾਬ ਦੀ ਜਿਹੜੀ ਜਿੰਨੀ ਕਿ ਪੋਲੀਟੀਕਲ ਕੋਈ ਨਾ ਨੈਟਵਰਕ ਹੈਗਾ, ਉਹ ਹਾਰਿਆ ਹੋਇਆ, ਡਿਫੀਟਡ ਹੈ, ਡਿਫੀਟਿਸਟ ਉਹ ਮੰਨਿਆ ਹੋਇਆ ਉਹਨਾਂ। ਉਹਦਾ ਜਿਹੜਾ ਫੇਅਰ ਅਲਾਇੰਸ ਉੱਥੇ ਹੀ ਖੜਾ ਜਾ ਕੇ ਸਾਰਾ, ਤੇ ਜਿਹਦੇ ਵਿੱਚ ਕਿੱਥੇ ਇਹਨਾਂ ਨੂੰ ਚਾਹੀਦਾ ਸੀ ਵੀ ਐਸ ਆਪੋਜੀਸ਼ਨ ਦੇ ਅਲਾਇੰਸ ਵਿੱਚ ਹੁੰਦੇ, ਪਰ ਕਿੱਥੇ ਹਿੰਮਤ ਨਹੀਂ ਇਸ ਕਿਸਮ ਦੀ ਪਾਰਟੀ ਨਾਲ ਪਾਰਟੀ ਖੜੀ ਹੋਣ ਦੇਣੀ ਹੈ। ਇਹ ਵੀ ਸਾਰਾ ਕੁਝ ਅਕਾਲੀ ਦਲ ਦਾ ਚੱਲਦਾ। ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ ਅਕਾਲੀ ਦਲ ਦੀ, ਅਕਾਲੀ ਦਲ ਤਾਂ ਹੁਣ ਵੀ ਫੈਡਰਲਿਜ਼ਮ ਦੀ ਗੱਲ ਕਰ ਰਿਹਾ ਸੀ। ਪਿਛਲੇ ਦਿਨੀ ਉਹਨਾਂ ਦਾ ਪ੍ਰਧਾਨ ਜਿਹੜਾ ਹੈ, ਔਰ ਅਕਾਲੀ ਦਲ ਨੇ ਪਹਿਲਾਂ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਕੀਤਾ ਸੀ ਉਹ ਵੀ ਫੈਡਰਲਿਜ਼ਮ ਵਿੱਚ ਸੀ। ਤੇ ਜੇ ਤੁਸੀਂ ਗੱਲ ਕੀਤੀ ਹੈ ਕਿ ਖੇਤਰੀ ਪਾਰਟੀਆਂ ਇਕੱਠੀਆਂ ਹੋਈਆਂ, ਤਾਂ ਉਹਦੇ ਨਾਲ ਤਾਂ ਫੈਡਰਲਿਜ਼ਮ ਵੱਲ ਨੂੰ ਗੱਲ ਸਗੋਂ ਜ਼ਿਆਦਾ ਅੱਗੇ ਜਾਏਗੀ। ਫੈਡਰਲਿਜ਼ਮ ਵੱਲ ਜਾਏਗੀ। ਪੰਜਾਬ ਦੇ ਵਿੱਚ ਬੜੇ ਜ਼ੋਰ ਸ਼ੋਰ ਨਾਲ ਫੈਡਰਲਿਜ਼ਮ ਦੀ ਤਾਕਤਾਂ ਤਕੜੀਆਂ ਹੋਣੀਆਂ ਹੈਗੀਆਂ ਇੱਥੇ ਪਹਿਲਾਂ ਆਲਰੇਡੀ। ਉਹਨਾਂ ਦਾ ਥੋੜਾ ਜਿਹਾ ਪੋਲੀਟੀਕਲ ਮੂੰਹ ਮੱਥਾ ਹੋਊਗਾ, ਇਹ ਸਾਰਾ ਕੁਝ ਉੱਤਰ ਜਾਣਾ ਜਿਹੜਾ ਹੁਣ ਇਹ ਜਦੋਂ ਬਾਦਲ ਜਾਂ ਅਕਾਲੀ ਦਲ ਕੋਈ ਇਹੋ ਜਿਹੀ ਅਨਾਉਂਸਮੈਂਟ ਕਰਦਾ, ਇਹ ਸਿਰਫ ਪਬਲਿਕ ਕੰਜੰਪਸ਼ਨ ਲਈ ਕਰਦਾ। ਅਨੰਦਪੁਰ ਸਾਹਿਬ ਫੈਡਰਲਿਜ਼ਮ ਇਹ ਉਹ ਸਾਰਾ ਕੁਝ ਇਹਨਾਂ ਨੇ ਫੈਡਰਲਿਜ਼ਮ ਦੀ ਗੱਲ ਤਾਂ 370 ਦਾ ਸਪੋਰਟ ਕਰਕੇ ਖਤਮ ਕਰ ਚੁੱਕੇ ਆ। ਪਹਿਲਾਂ 370 ਦੀ ਉਹਨੂੰ ਅਬੋਲਿਸ਼ ਕਰਨ ਦਾ ਜਦੋਂ ਇਹਨਾਂ ਨੇ ਸਪੋਰਟ ਕਰਤੀ ਆ ਪਾਰਲੀਮੈਂਟ ਵਿੱਚ ਅਕਾਲੀ ਦਲ ਦਾ, ਹੁਣ ਤਾਂ ਇਹਨਾਂ ਨੂੰ ਕੋਈ ਮੋਰਲ ਅਧਿਕਾਰ ਨਹੀਂ ਰਹਿੰਦਾ ਵੀ ਇਹਦੇ ਤੇ ਬੋਲਣ ਵੀ ਇਹ। ਇਸ ਕਰਕੇ ਇਹ ਤਾਂ ਫਜ਼ੂਲ ਕਿਸਮ ਦੀਆਂ ਗੱਲਾਂ ਜਾਣ ਕੇ ਪਬਲਿਕ ਕੰਜੰਪਸ਼ਨ ਲਈ ਕਰਦੇ ਆ। ਬੜੀ ਗਲਤ ਫਹਿਮੀ ਚ ਹੁੰਦਾ ਵੀ ਇਹ ਤਾਂ ਹੈ ਨਾ ਕਿ ਇੰਡੀਆ ਜਿਹੜਾ ਬਣਿਆ ਹੈਗਾ ਗੱਠਜੋੜ, ਇਹਦੇ ਨਾਲ ਫੈਡਰਲਿਜ਼ਮ ਨੂੰ ਮਜ਼ਬੂਤੀ ਤਾਂ ਮਿਲੇਗੀ ਨਾ। ਬਿਲਕੁਲ, ਇਹ ਮਿਲੇਗੀ ਨਹੀਂ, ਇਹ ਮਿਲ ਗਈ ਹੈ ਫੈਡਰਲਿਜ਼ਮ ਨੂੰ। ਫੈਡਰਲਿਜ਼ਮ ਨੂੰ ਸਿਧਾਂਤਕ ਲੈਵਲ ਤੇ ਪੋਲੀਟੀਕਲ ਲੈਵਲ ਉੱਤੇ ਮਜ਼ਬੂਤੀ ਮਿਲ ਗਈ, ਸ਼ੁਰੂਆਤ ਹੋ ਗਿਆ। ਹੁਣ ਤੁਸੀਂ ਦੇਖੋਗੇ ਇਸ ਤੋਂ ਰੀਟਰੀਟ ਕਿਵੇਂ ਹੋਇਆ ਜਾਊ, ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਤਾਂ ਮਤਲਬ ਕਿ ਵੀ ਰਾਤ ਰੁਕ ਗਿਆ ਸਾਰਾ। ਹੁਣ ਅੱਗੇ ਏਸੀ ਦੀ ਮਜ਼ਬੂਤੀ ਦੇ ਚਾਂਸ ਜ਼ਿਆਦਾ, ਕਿਉਂਕਿ ਉਹ ਆਪਦੀ ਮਜਬੂਰੀ ਵਿੱਚ ਵੀ, ਜਿਵੇਂ ਚਾਣਾ ਜੀ ਨੇ ਕਿਹਾ ਵੀ ਪ੍ਰੈਸ਼ਰ ਵਿੱਚ ਵੀ, ਪਬਲਿਕ ਪ੍ਰੈਸ਼ਰ ਵਿੱਚ ਵੀ ਪਾਰਟੀਆਂ ਨੂੰ ਇਸ ਗੱਲ ਤੇ ਖੜਨਾ ਪਵੇਗਾ। ਔਰ ਇਹ 5-4 ਸਾਲ ਖੜ ਜਾਓ ਤੇ ਇਸ ਗੱਲ ਉੱਤੇ ਫਿਰ ਗੱਲ ਪਿੱਛੇ ਦੀ ਪਿੱਛੇ ਹੁੰਦੀ ਹੈ। ਵੇਖੋ ਕਿੰਨੇ ਕਹਿ ਦਹਾਕਿਆਂ ਬਾਅਦ ਤਾਂ ਮੁੜ ਕੇ ਹਿੰਦੂਤਵ ਫੋਰਸਸ ਪੋਲੀਟੀਕਲ ਸੀਨ ਤੇ ਆਈ ਸੀ। ਰੋਜ਼ ਤਾਂ ਇਹ ਸਾਰਾ ਕੁਝ ਹੁੰਦਾ ਨਹੀਂ। ਕਾਂਗਰਸ ਨੇ ਵੀ ਸਬਕ ਸਿੱਖਿਆ ਬੜਾ ਇਸ ਕਿਸਮ ਦਾ, ਹਿੰਦੂਤਵ ਨਾਲ ਜੁੜੀ ਰਹੀ ਹੈ, ਮੋਡਲ ਲੈਵਲ ਤੇ ਸੌਫਟ ਹਿੰਦੂਤਵਾ ਕਰਦੀ ਰਹੀ ਹੈ, ਪਰ ਹੁਣ ਪਤਾ ਲੱਗ ਗਿਆ ਵੀ ਇਹਦੇ ਨਾਲ ਚੱਲਣਾ ਨਹੀਂਗਾ। ਹੁਣ ਸਾਰਾ ਕੁਝ ਬਦਲ ਲਿਆ ਸਾਰਾ, ਔਰ ਬੜੇ ਸੋਹਣੇ ਤਰੀਕੇ ਨਾਲ ਬਦਲਿਆ। ਤੇ ਇਹਦੇ ਵਿੱਚੋਂ ਰਾਹੁਲ ਗਾਂਧੀ ਖਾਸ ਕਰਕੇ ਬਹੁਤ ਇਸ ਲੈਵਲ ਦਾ ਇੱਕ ਇੰਟੈਲੀਜੈਂਟ ਲੈਵਲ ਦਾ ਲੀਡਰ ਉੱਭਰਿਆ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਤੇ ਹਜੇ ਵੀ ਪਰ ਕੋਸ਼ਿਸ਼ ਹੈ ਕਈ ਬੰਦਿਆਂ ਦੇ, ਪੁਰਾਣੇ ਜਿਵੇਂ ਬਣੀਆਂ ਹੁੰਦੀਆਂ ਲੋਕਾਂ ਦੀਆਂ ਇਸ ਕਿਸਮ ਦੀਆਂ ਧਾਰਾਵਾਂ ਵੀ ਕਾਂਗਰਸ ਨਾਲ ਅਸੀਂ ਨਹੀਂ ਜੁੜ ਸਕਦੇ। ਜਿਵੇਂ ਅਕਾਲੀ ਦਲ ਨੇ ਕਾਂਗਰਸਿਜ਼ਮ ਨੂੰ ਵਰਤ ਕੇ ਆਹ 20-25 ਸਾਲ ਰਾਜ ਕੀਤਾ, 30 ਸਾਲ ਰਾਜ ਕੀਤਾ, ਸਾਰਾ ਕੁਝ ਉਹ ਕਾਂਗਰਸਿਜ਼ਮ, ਐਂਟੀ ਕਾਂਗਰਸਿਜ਼ਮ ਨੂੰ ਵਰਤਿਆ। ਖਾਲੀ ਜਿਹੜਾ ਬਲੂ ਸਟਾਰ ਦੇ ਵਿੱਚੋਂ ਕਾਂਗਰਸ ਨੇ ਬਲੂ ਸਟਾਰ ਕਰਤਾ ਸੀਗਾ, ਉਸ ਦੀ ਜਿਹੜੀ ਭਾਵਨਾ ਉਹਨੂੰ ਵਰਤ ਕੇ ਇਹ ਇੰਨਾ ਚਿਰ ਰਾਜ ਕਰ ਗਿਆ। ਹੁਣ ਵੀ ਉਸੇ ਦਾ, ਪਰ ਹੁਣ ਚੱਲਦਾ ਨਹੀਂ ਸਾਰਾ, ਕਿਉਂਕਿ ਕਾਂਗਰਸ ਤਾਂ ਇਹਨਾਂ ਨਾਲੋਂ ਅੱਗੇ ਜਾਵੜੀ। ਪਹਿਲਾਂ ਵੀ ਪੰਜਾਬ 'ਚ ਅੱਗੇ ਜਾਵੜੀ ਸੀ, ਰੀਜਨਲਿਜ਼ਮ ਦੀ ਗੱਲ ਕਰਦੀ ਸੀ, ਤਾਂ ਹੀ ਤਾਂ ਕਾਂਗਰਸ ਇੱਥੇ ਦੋ ਵਾਰੀ ਰਾਜ ਕਰ ਗਈ ਹੈ। ਪਰ ਹੁਣ ਅਕਾਲੀ ਦਲ ਬਹੁਤ ਪਿੱਛੇ। ਹੁਣ ਰਹਿ ਗਿਆ ਨੈਸ਼ਨਲ ਲੈਵਲ ਦਾ ਜਿਹੜਾ ਸੀਨ ਹੈ। ਨੈਸ਼ਨਲ ਲੈਵਲ ਦੇ ਸੀਨ ਦੇ ਵਿੱਚ ਮੈਨੂੰ ਇਹਦੇ ਵਿੱਚ ਬਖਲਾਟ ਵਿੱਚੋਂ ਹਜੇ ਵੀ ਬਹੁਤ ਜ਼ਿਆਦਾ ਜਿਹੜੇ ਲੋਕ ਹੈ ਪੋਲੀਟੀਕਲ ਸਿਆਣੇ ਨੇ, ਐਨਾਲਿਸਟ ਆ, ਉਹ ਡਰਦੇ ਆ, ਸ਼ੱਕ ਕਰ ਰਹੇ ਆ ਵੀ ਕਿਤੇ ਕੋਈ ਇਹੋ ਜਿਹੀ ਬਖਲਾਟ ਵਿੱਚੋਂ ਇੰਦਰਾ ਗਾਂਧੀ ਵਾਂਗੂ ਲਾਸਟ ਮੂਮੈਂਟ ਉੱਤੇ ਕੁਝ ਇਹੋ ਜਿਹਾ ਕਰ ਨਾ ਜਾਵੇ। ਇਹ ਲੋਕਾਂ ਨੂੰ ਡਰ ਹੈ। ਬਾਕੀ ਜਿਹੜੀ ਪੋਲੀਟਿਕਸ ਦੀ ਡਾਇਰੈਕਸ਼ਨ ਹੈ ਉਹ ਬਿਲਕੁਲ ਠੀਕ ਹੈ। ਇੱਕ ਗੱਲ ਹੋਰ ਜਿਹੜੀ ਲੋਕਾਂ ਨੂੰ ਬਹੁਤੀ ਪੋਲੀਟੀਕਲ ਸੀਨ ਦੇ ਵਿੱਚ ਆ ਰਹੀ ਹੈ ਵੀ ਉਦੋਂ ਉਹਨੇ 42ਵੀਂ ਅਮੈਂਡਮੈਂਟ ਕੀਤੀ ਸੀ ਇੰਦਰਾ ਗਾਂਧੀ ਨੇ, ਐਮਰਜੈਂਸੀ ਲਾ ਕੇ, ਤੇ ਕਲੀਅਰ ਕੱਟ ਲਾਈਨ ਸੀ ਵੀ 42ਵੀਂ ਅਮੈਂਡਮੈਂਟ ਸੀ, ਉਹਦੇ ਨਾਲ ਉਹਨੇ ਬਹੁਤ ਕੁਝ ਬਦਲਤਾ ਸੀਗਾ। ਤੇ ਇਹਨਾਂ ਨੇ ਲਿਆ ਕੇ ਆਉਣਸਾਰ ਜੋ ਜਨਤਾ ਗਵਰਨਮੈਂਟ ਆਈ, ਇਹਨਾਂ ਨੇ ਲਿਆ ਕੇ ਉਦੋਂ ਪਿੱਛੋਂ ਸਾਰਾ ਉਹ ਅਮੈਂਡਮੈਂਟ ਰੱਦ ਕਰਤੀ ਸੀ, ਸਾਰਾ ਕੁਝ ਉਲਟਾਤਾ ਸੀ, ਚੇਂਜ ਕਰਤਾ ਸੀ। ਤੇ ਹੁਣ ਇਹੋ ਜਿਹਾ ਕੁਝ ਵੀ ਨਹੀਂ, ਮੋਦੀ ਨੇ ਸਾਰਾ ਕੁਝ ਸਫਿਸਟੀਕੇਟਡ ਤਰੀਕੇ ਨਾਲ ਸਾਰੀ ਮਸ਼ੀਨਰੀ ਨੂੰ
ਇੱਕ ਤਰੀਕੇ ਨਾਲ ਸਾਰਾ ਸੈਟਅਪ ਨੂੰ ਗਵਰਨੈਂਸ ਦੇ ਜਿੰਨੇ ਵੀ ਜਿਹੜੇ ਮਹੀਨ ਗੱਲਾਂ ਹੁੰਦੀਆਂ ਉਹਨਾਂ ਨੂੰ ਸਾਰਿਆਂ ਨੂੰ ਹਿੰਦੂਤਵ ਵਾਲੀ ਪੁੱਠ ਚਾੜਤੀ ਹੈ। ਉਹਦੇ ਵਿੱਚੋਂ ਕਿਵੇਂ ਲਾਉਣਗੇ ਇਹ ਲੋਕ ਅਜੇ ਦੂਰ ਦੀ ਸੋਚੀ ਜਾਂਦੇ ਆ, ਪਰ ਮੈਨੂੰ ਇਹ ਲੱਗਦਾ ਵੀ ਇਹਦੇ ਵਿੱਚੋਂ ਕੋਈ ਨਾ ਕੋਈ ਪੋਜ਼ਿਟਿਵ ਗੱਲ ਨਿਕਲੇਗੀ। ਇਹ ਚਾਹੁੰਦਾ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਖਦਸ਼ੇ ਪ੍ਰਗਟ ਕੀਤੇ ਹੈ ਕਿ ਨਰਿੰਦਰ ਮੋਦੀ ਜਿਸ ਤਰ੍ਹਾਂ ਦੀ ਸਥਿਤੀ ਇਸ ਵੇਲੇ ਦੇਸ਼ ਦੇ ਅੰਦਰ ਬਣ ਗਈ ਹੈ ਤੇ ਜਿਸ ਤਰ੍ਹਾਂ ਦੀ ਪਰੇਸ਼ਾਨੀ ਚੋਂ ਲੰਘ ਰਿਹਾ ਤਾਂ ਉਹ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਉਸ ਤਰ੍ਹਾਂ ਐਮਰਜੈਂਸੀ ਵੀ ਲਾ ਸਕਦੇ ਆ ਜਾਂ ਕੋਈ ਹੋਰ ਉਸ ਤਰ੍ਹਾਂ ਦੇ ਕਦਮ ਚੁੱਕ ਸਕਦੇ ਆ, ਕਿਉਂਕਿ ਅਸੀਂ ਦੇਖਦੇ ਹਾਂ ਕਿ ਪਿਛਲੇ ਸਮੇਂ 'ਚ ਉਹਨਾਂ ਨੇ ਸਾਰੀਆਂ ਸੰਵਿਧਾਨਕ ਜਿਹੜੀਆਂ ਸੰਸਥਾਵਾਂ ਸੀ ਸੁਪਰੀਮ ਕੋਰਟ ਨੂੰ ਛੱਡ ਕੇ ਉਹਨਾਂ ਨੂੰ ਕਮਜ਼ੋਰ ਵੀ ਕੀਤਾ ਹੈ ਤੇ ਉਹਨਾਂ ਨੂੰ ਸਰਕਾਰ ਦੇ ਹੱਕ 'ਚ ਤੋਰਿਆ। ਔਰ ਦੂਸਰਾ ਉਹਨਾਂ ਨੇ ਚੋਣ ਕਮਿਸ਼ਨ ਨੂੰ ਵੀ ਜਿਸ ਢੰਗ ਦੇ ਨਾਲ ਬਣਾ ਦਿੱਤਾ ਹੈਗਾ, ਉਹ ਸਾਰੀ ਸਥਿਤੀ ਦੇ ਵਿੱਚ ਜਿਹੜੇ ਖਦਸ਼ੇ ਸਿੱਧੂ ਸਾਹਿਬ ਨੇ ਪ੍ਰਗਟ ਕੀਤੇ ਆ, ਇੱਕ ਪੱਖ ਤਾਂ ਉਹ ਹੈ ਕਿ ਇਹਨਾਂ ਬਾਰੇ ਤੁਹਾਡੀ ਕੀ ਰਾਏ। ਦੂਸਰਾ ਇਹ ਹੈ ਕਿ ਖੜਗੇ ਹੋਣਾ ਨੇ ਜਿਹੜੀ ਗੱਲ ਅੱਜ ਵੀ ਆਈ ਹੈ ਸਾਹਮਣੇ, ਹੋਰ ਵੀ ਸੋਰਸਾਂ ਤੋਂ ਆਈ ਹੈ ਕਿ ਇੱਕ ਤਾਂ ਜਿਹੜੀਆਂ ਇਹ ਪਾਰਟੀਆਂ 26 ਇਕੱਠੀਆਂ ਹੋਈਆਂ ਸੀ, ਇਹਨਾਂ ਕੋਲੇ 150 ਲੋਕ ਸਭਾ ਦੀਆਂ ਸੀਟਾਂ ਹੈਗੀਆਂ। ਦੂਸਰਾ ਇਹ ਕਿ 11 ਪਾਰਟੀਆਂ ਹੋਰ ਆਉਣ ਵਾਲੇ ਸਮੇਂ 'ਚ ਇਸ ਗੱਠਜੋੜ 'ਚ ਸ਼ਾਮਲ ਹੋਣ ਜਾ ਰਹੀਆਂ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੋਨਾਂ ਗੱਲਾਂ ਬਾਰੇ? ਜਿੱਥੋਂ ਤੱਕ ਤਾਂ ਪਹਿਲਾ ਪੁਆਇੰਟ ਹੈ ਜਨਰਲ ਸਾਹਿਬ, ਉਹ ਜਿਹੜਾ ਖਦਸ਼ਾ ਜ਼ਾਹਰ ਕਰ ਰਿਹਾ ਨਾ ਸੁਚੇਤ ਹਲਕਾ ਆ ਇਸ ਦੇਸ਼ ਦਾ, ਉਹ ਨਿਰਮੂਲ ਨਹੀਂ ਹੈ, ਕਿਉਂਕਿ ਹਿਸਟਰੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਵਾਪਰਦੀਆਂ ਨੇ ਔਰ ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈਗਾ ਕਿ ਜਦੋਂ ਬਹੁਤ ਸੰਕਟ ਵੱਲ ਨੂੰ ਜਾਂਦੀ ਹੈ ਨਾ ਸਟੇਟ, ਜਦੋਂ ਲੱਗਦਾ ਕਿ ਰਾਜ ਖੁੱਸਣ ਲੱਗਾ, ਫਿਰ ਉਹ ਐਕਸਟ੍ਰੀਮ ਸਟੈਪ ਲੈਣ ਤੱਕ ਜਾਂਦੇ। ਔਰ ਮੈਂ ਤੁਹਾਨੂੰ ਇੱਕ ਘਟਨਾ ਯਾਦ ਕਰਾਉਣੀ ਚਾਹੁੰਦਾ ਆ। ਇਹ ਉਹ ਤੋਂ ਪਹਿਲਾਂ ਇਹ ਦੇਖ ਲਈਏ ਜਿੰਨੇ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਭਾਸ਼ਣ ਕੀਤੇ ਆ, ਉਹਨਾਂ ਦੀ ਜਿਹੜੀ ਟੋਨ ਹੈਗੀ ਆ ਨਾ, ਉਹ ਬਹੁਤ ਬੁਖਲਾਹਟ ਵਾਲੀ ਹੈ, ਯਾਨੀ ਬਹੁਤ ਗੁੱਸੇ ਵਾਲੀ ਆ। ਔਰ ਉਹ ਵੀ ਨਹੀਂ ਪਤਾ ਲੱਗਦਾ ਕਿ ਵੀ ਉਹ ਗੱਲ ਜਿਹੜੀ ਨਾ ਉਹ ਆਪਣੇ ਤੇ ਤਾਂ ਨਹੀਂ ਲੱਗ ਰਹੀ, ਜਿਹੜੀ ਉਹਨਾਂ ਨੂੰ ਕਹੀ ਜਾ ਰਹੀ ਹੈ ਵਿਰੋਧੀ ਪਾਰਟੀਆਂ ਨੂੰ, ਹਨਾ ਬਈ ਉਹ ਸਾਰੇ ਔਗਣ ਆਪਣੇ ਵਿੱਚ ਹੀ ਤਾਂ ਨਹੀਂ ਹੈਗੇ ਜਿਹੜੇ ਕੀਤੇ ਜਾ ਰਹੇ ਆ, ਜਿਹੜਾ ਉਹ ਦੋਸ਼ੀ। ਸੋ ਇਸ ਹੱਦ ਤੱਕ ਜਿਹੜਾ ਚਲੇ ਜਾਣਾ, ਉਹਦੇ 'ਚ ਇਹ ਆ ਕਿ ਵੀ ਇਹ ਅੰਦਰ ਜਿਹੜੀ ਭੜਕਾਹਟ ਪੈਦਾ ਹੋਈ ਹੈ ਨਾ, ਉਹਦਾ ਕੋਈ ਨਾ ਕੋਈ ਨਤੀਜਾ ਨਿਕਲਦਾ ਹੀ ਹੁੰਦਾ। ਮੈਂ ਯਾਦ ਇਹ ਕਰਾਉਣਾ ਚਾਹੁੰਦਾ ਕਿ ਜਦੋਂ ਜਲਿਆਂਵਾਲੇ ਬਾਗ ਤੋਂ ਪਹਿਲਾਂ 9 ਅਪ੍ਰੈਲ ਨੂੰ ਨਿਕਲਿਆ ਸੀਗਾ ਰਾਮ ਨੌਮੀ ਦਾ ਸ਼ੋਭਾ ਯਾਤਰਾ ਨਿਕਲੀ ਆ, ਉਸ ਸ਼ੋਭਾ ਯਾਤਰਾ ਨੂੰ ਅੰਮ੍ਰਿਤਸਰ ਦੇ ਅੰਗਰੇਜ਼ ਡਿਪਟੀ ਕਮਿਸ਼ਨਰ ਨੇ ਇੱਕ ਬੈਂਕ ਦੇ ਟੈਰਸ ਤੇ ਖੜੇ ਹੋ ਕੇ ਦੇਖਿਆ। ਔਰ ਉਹ ਇਹ ਆ ਕਿ ਜਿਹੜੀ ਏਕਤਾ ਉਹਨੇ ਦੇਖੀ ਉੱਥੇ, ਜਿਨ੍ਹਾਂ ਦਾ ਉਹਨਾਂ ਨੂੰ ਕਦੇ ਅੰਦਾਜ਼ਾ ਵੀ ਨਹੀਂ ਸੀਗਾ ਕਿ ਹਿੰਦੂ ਤੇ ਮੁਸਲਮਾਨ ਤੇ ਦੂਸਰੇ ਇਸ ਤਰ੍ਹਾਂ ਇਕੱਠੇ ਹੋ ਜਾਣਗੇ ਇਸ ਮਸਲੇ ਦੇ ਉੱਤੇ, ਤੇ ਜਿਨ੍ਹਾਂ ਨੂੰ ਤੋੜਨ ਦੀ ਉਹਨਾਂ ਦੀ ਪਾਲਿਸੀ ਸੀ। ਜਦੋਂ ਉਹਨਾਂ ਦੀ ਪਾਲਿਸੀ ਡਿਫੀਟ ਹੋਈ ਤੇ ਲੋਕ ਇਕੱਠੇ ਹੋ ਗਏ, ਉਹ ਉਸ ਰਾਮ ਨੌਮੀ ਦਾ ਜਿਹੜਾ ਅਗਵਾਈ ਆ ਉਹ ਡਾਕਟਰ ਬਸ਼ੀਰ ਆ, ਜਿਹੜੇ ਉਹਨਾਂ ਨੇ ਘੋੜੇ ਤੇ ਚੜ੍ਹ ਕੇ ਕੀਤੀ ਸੀ, ਡਾਕਟਰ ਬਸ਼ੀਰ ਮੁਸਲਮਾਨ। ਔਰ ਉਸ ਤੋਂ ਬਾਅਦ ਦੇ ਵਿੱਚ ਸਾਈਕਲਾਂ ਦਾ ਜਥਾ ਸੀ ਹਿੰਦੂ ਨੌਜਵਾਨਾਂ ਦਾ, ਉਹਨਾਂ ਦੇ ਪਿੱਛੇ ਇੱਕ ਜਥਾ ਸੀਗਾ ਮੁਸਲਮਾਨ ਨੌਜਵਾਨਾਂ ਦਾ, ਜਿਹੜੇ ਕਵਾਲੀ ਵਾਂਗ ਤਾੜੀ ਵਜਾਉਂਦੇ ਜਾ ਰਹੇ ਸੀਗੇ। ਔਰ ਉਸ ਨੂੰ ਦੇਖ ਕੇ ਉਹਦਾ ਕੀ ਹਾਲ ਸੀ ਡਿਪਟੀ ਕਮਿਸ਼ਨਰ ਦਾ, ਉਹ ਜਿਹੜਾ ਕਾਂਗਰਸ ਨੇ ਬਣਾਇਆ ਸੀ ਨਾ ਇਨਕੁਆਇਰੀ ਕਮਿਸ਼ਨ, ਉਹਦੇ ਵਿੱਚ ਇੱਕ ਬੰਦਾ ਗਵਾਹੀ ਦਿੰਦਾ ਜਿਹੜਾ ਉਹਦੇ ਲਾਗੇ ਖੜਾ ਸੀਗਾ। ਉਹ ਕਹਿੰਦਾ ਕਿ ਉਹ ਇੰਨਾ ਘਬਰਾਇਆ ਹੋਇਆ ਸੀ ਜਦੋਂ ਉਹਨੂੰ ਗਲਾਸ ਦਿੱਤਾ ਗਿਆ ਨਾ ਸੋਡੇ ਦਾ, ਤੇ ਉਹਦੇ ਹੱਥ ਕੰਬ ਰਹੇ ਸੀਗੇ। ਉਹਦਾ ਨਤੀਜਾ ਕੀ ਨਿਕਲਿਆ ਸੀ ਫਿਰ, ਉਹ ਅਸੀਂ ਹਿਸਟਰੀ ਦੇ ਵਿੱਚ ਬਾਅਦ 'ਚ ਦੇਖਿਆ ਕਿ ਐਕਸਟ੍ਰੀਮ ਸਟੈਪ ਲਿਆ ਗਿਆ। ਔਰ ਇਹ ਹੁਣ ਜਿਹੜੀ ਹੋ ਰਹੀ ਆ, ਇਹ ਹੁਣ ਬਾਅਦ 'ਚ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਇਹ ਜਿਹੜਾ ਤੁੜਕੂ ਪੈਦਾ ਹੋਇਆ ਅੰਦਰ, ਉਹਦਾ ਰਿਜ਼ਲਟ ਕੀ ਨਿਕਲੇਗਾ। ਦੋਵੇਂ ਤਰ੍ਹਾਂ ਦਾ ਹੋ ਸਕਦਾ, ਜਿਹੜੇ ਖਦਸ਼ੇ ਜ਼ਾਹਰ ਕੀਤੇ ਜਾ ਰਹੇ ਆ ਉਹ ਵੀ ਹੋ ਸਕਦਾ, ਜਾਂ ਜਿਹੜਾ ਵਾਰ-ਵਾਰ ਇਹ ਗੱਲ ਦੁਹਰਾਈ ਜਾ ਰਹੀ ਆ ਕਿ ਇਹਨਾਂ ਦੇ ਕਰਪਸ਼ਨ ਦਾ ਮਤਲਬ ਜਿਹੜਾ ਈਡੀ ਦੇ ਕੇਸ ਹੈਗੇ ਆ, ਜਿੰਨੇ ਉਹਨਾਂ ਨੇ ਬੰਦਿਆਂ ਨੂੰ ਘੇਰਿਆ, ਫੜਿਆ, ਘਰਾਂ ਦੇ ਛਾਪੇ ਮਾਰੇ, ਉਹਨਾਂ ਚੋਂ ਰਿਜ਼ਲਟ ਤਾਂ 4% ਵੀ ਨਹੀਂ ਹੈ। 125 ਰਾਜਸੀ ਲੀਡਰ ਹੈ ਜਿਨ੍ਹਾਂ ਦੇ ਖਿਲਾਫ ਕੇਸ ਹੈ ਇਸ ਤਰ੍ਹਾਂ ਦੇ। 4% ਵੀ ਇਹ ਕੇਸ ਨਹੀਂ ਹੈਗੇ ਸਾਰੇ ਰਲਾ ਕੇ, ਜਿਨ੍ਹਾਂ ਨੂੰ ਉਹ ਕਨਵਿਕਟ ਕਰਾ ਸਕੇ ਹੁਣ, ਜਾਂ ਮਤਲਬ ਜਿਹਨਾਂ ਦੇ ਕੇਸ ਬਣਾਇਆ ਜਾ ਸਕੇ, ਯਾਨੀ ਡਰਾਵਾ।
ਉਹ ਇਹ ਹੋ ਸਕਦਾ ਕਿ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਫੜੋ ਫੜੀ ਸ਼ੁਰੂ ਹੋ ਜਾਵੇ, ਜਾਂ ਐਕਸਟ੍ਰੀਮ ਸਟੈਪ ਹੋਰ ਕੀ ਹੋ ਸਕਦਾ ਜਿਹੜਾ ਇਹਨਾਂ ਨੇ ਇਹ ਕਿਹਾ ਕਿ ਜਿੱਦਾਂ ਇੰਦਰਾ ਗਾਂਧੀ ਨੇ ਕੀਤਾ ਸੀ। ਕੁਛ ਨਹੀਂ ਕਿਹਾ ਜਾ ਸਕਦਾ ਕਿ ਵੀ ਕੀ ਉਸ ਪਾਸੇ ਨੂੰ ਵੱਧਦੇ ਆ ਕਿ ਜਾਂ ਇਹ ਆ। ਇਹ ਇਦਾਂ ਹੋਇਆ ਨਹੀਂ ਇਤਿਹਾਸ ਦੇ ਵਿੱਚ ਕਿ ਜਿਹੜਾ ਰੂਲਰ ਹੋਵੇ ਉਹ ਆਰਾਮ ਦੇ ਨਾਲ ਡਿਫੀਟ ਨੂੰ ਕਬੂਲ ਕਰ ਲਵੇ, ਹਨਾ। ਉਹ ਆਖਰੀ ਦਮ ਤੱਕ ਜਿਹੜਾ ਨਾ ਆਪਣਾ ਜ਼ੋਰ ਲਾਉਂਦਾ ਵੀ ਮੈਂ ਉਤਰਾਂ ਹੀ ਨਾ। ਇਹ ਐਟੀਟਿਊਡ ਜਿਹੜਾ ਨਾ ਉਹ ਲੋਕ ਮਹਿਸੂਸ ਕਰ ਰਹੇ ਆ, ਜਿਹੜੇ ਕਹਿੰਦੇ ਆ ਕਿ ਜੀ ਪਤਾ ਨਹੀਂ ਕੁਝ ਗਲਤ ਮਲਤ ਵੀ ਹੋ ਸਕਦਾ ਆ। ਸੋ ਇੱਕ ਤਾਂ ਇਹ ਆ ਕਿ ਨਿਰਮੂਲ ਨਹੀਂ ਹੈ ਜੇ ਖਦਸ਼ੇ ਹੈਗੇ ਆ, ਤੇ ਉਹਦਾ ਤਰੀਕਾ ਕੀ ਹੋ ਸਕਦਾ ਕਿ ਵੱਡੇ ਪੈਮਾਨੇ ਤੇ ਫੜੋ ਫੜੀ ਹੋਏਗੀ ਤੇ ਜਾਂ ਕੋਈ ਹੋਰ ਸਟੈਪ ਲਿਆ ਜਾਏਗਾ, ਕੋਈ ਅੰਦਾਜ਼ਾ ਨਹੀਂ ਲਗਾ ਸਕਦੇ। ਠੀਕ। ਔਰ ਮੈਂ ਇੱਕ ਗੱਲ ਇਹਦੇ 'ਚ ਹੋਰ ਐਡ ਇੱਥੇ ਕਰਨੀ ਚਾਹੁੰਦਾ ਕਿ ਬੀਜੇਪੀ ਨੇ ਜਿਹੜੇ ਆਪਣੇ ਥੰਮ 4 ਖੜੇ ਕੀਤੇ ਸੀ, ਜਿਨ੍ਹਾਂ ਦੇ ਆਸਰੇ ਉਹ ਰਾਜ ਵਿੱਚ ਵੀ ਹੈ ਤੇ ਜਿਨ੍ਹਾਂ ਦੇ ਆਸਰੇ ਉਹ ਆਪਣੀ ਗ੍ਰਿਪ ਇਸ ਦੇਸ਼ ਦੇ ਉੱਤੇ ਮਜ਼ਬੂਤ ਕਰਨਾ ਚਾਹੁੰਦੇ ਸੀਗੇ, ਉਹ 4 ਹੈ ਜਿਹੜੇ ਉਹ 4 ਦਾ ਹੀ ਤਕਰੀਬਨ ਜਿਹੜਾ ਨਾ ਉਹ ਫੇਲਰ ਹੋ ਚੁੱਕੀ। ਨੰਬਰ 1 ਕੋਈ ਮਤਲਬ ਜੇ ਨਹੀਂ ਪੂਰੀ ਤਰ੍ਹਾਂ ਕੰਪਲੀਟ ਹੋਈ ਤਾਂ ਉਸ ਰਾਸਤੇ ਤੇ ਹੈਗਾ। ਪਹਿਲਾ ਸੀਗਾ ਉਹਨਾਂ ਦਾ ਹਿੰਦੂਤਵ ਦਾ, ਔਰ ਦੂਜਾ ਸੀਗਾ ਰਾਸ਼ਟਰਵਾਦ ਦਾ, ਤੀਸਰਾ ਸੀਗਾ ਜਾਤੀ ਵੰਡ, ਜਾਤ-ਪਾਤ ਦੇ ਵੰਡ ਕੇ ਰੱਖਣਾ, ਲੋਕਾਂ ਨੂੰ ਦਫੇੜ ਪਾ ਕੇ ਰੱਖਣੀ, ਤੇ ਚੌਥਾ ਜਿਹੜਾ ਸੀ ਉਹ ਸੀ ਕਰਪਸ਼ਨ। ਹੁਣ ਕਰਪਸ਼ਨ ਦੇ ਪਿੱਛੋਂ ਸ਼ੁਰੂ ਕਰੀਏ ਤਾਂ ਕਰਪਸ਼ਨ ਦਾ ਇੰਨਾ ਜਲੂਸ ਨਿਕਲਿਆ ਕਿ ਲੋਕ ਇਹ ਕਹਿਣੇ ਸ਼ੁਰੂ ਕਰ ਦਿੰਦੇ ਆ ਕਿ ਜੀ ਇਹ ਤਾਂ ਕਹਿ ਰਹੇ ਆ ਕਿ ਫਲਾਣਾ ਕਰਪਟ, ਫਲਾਣਾ ਜ਼ਿਆਦਾ ਕਰਪਟ, ਉਹਨੂੰ ਧਮਕਾ ਕੇ ਆਪਣੇ 'ਚ ਲਿਆਉਣਾ ਚਾਹੁੰਦੇ ਆ। ਫਿਰ ਲੋਕ ਕਹਿੰਦੇ ਆ ਕਿ ਜੀ ਹੁਣ ਵਾਸ਼ਿੰਗ ਮਸ਼ੀਨ ਵੀ ਫਲਾਨੀ ਆ ਗਈ ਤੇ ਵਾਸ਼ਿੰਗ ਪਾਊਡਰ ਵੀ ਫਲਾਨਾ ਆ ਗਿਆ, ਹਨਾ। ਇਹ ਟਰਮ ਚੱਲ ਪਈ ਆ ਲੋਕਾਂ ਦੇ। ਤੁਸੀਂ ਨਾ ਕਹੋ, ਲੋਕ ਗਲੀਆਂ ਬਾਜ਼ਾਰਾਂ 'ਚ ਕਹਿੰਦੇ ਫਿਰਦੇ ਆ ਕਿ ਜੀ ਨਵਾਂ ਵਾਸ਼ਿੰਗ ਪਾਊਡਰ ਆ ਗਿਆ, ਨਵੀਂ ਮਸ਼ੀਨ ਆ ਗਈ ਆ, ਧੋ ਹੋ ਗਿਆ। 2 ਦਿਨ ਪਹਿਲਾਂ ਪਬਲਿਕਲੀ ਸਟੇਜ ਤੋਂ ਇੱਕ ਤਰੀਕਾ ਹੁੰਦਾ ਕਿ ਅਫਸਰ ਭੇਜਿਆ, ਫਾਈਲ ਭੇਜੀ ਕਿ ਭਾਈ ਸਾਹਿਬ ਆ ਪਈ ਆ ਫਾਈਲ, ਇੱਧਰ ਉਪ ਮੁੱਖ ਮੰਤਰੀ ਲੈਣਾ ਆ ਕਿ ਅੰਦਰ ਜਾਣਾ ਆ, ਹਨਾ। ਇਹ ਅੰਦਰ ਖਾਤੇ ਹੁੰਦੀਆਂ ਚੀਜ਼ਾਂ। ਲੇਕਿਨ ਪਬਲਿਕਲੀ ਸਟੇਜ ਤੋਂ ਅਨਾਉਂਸ ਕਰਕੇ ਕਿ 70,000 ਕਰੋੜ ਦਾ ਘਪਲਾ ਆ, ਇੱਕ ਦਿਨ ਛੱਡ ਕੇ ਬੰਦੇ ਨੂੰ ਸਹੁੰ ਖਵਾਈ ਜਾ ਰਹੀ ਆ, ਹਨਾ। ਫਿਰ ਉਹ ਦੂਜਿਆਂ ਨੂੰ ਇਹ ਕਹਿ ਕੇ ਕਿਹਾ ਜਾ ਰਿਹਾ ਕਿ ਸਾਰੇ ਕਰਪਟ ਆ, ਵੀ ਨਹੀਂ ਤਾਂ ਸਾਰੇ ਚੱਕ ਕੇ ਅੰਦਰ ਦੇ ਦਊਂਗਾ, ਹਨਾ। ਕਿ ਮਤਲਬ ਇਹਦਾ ਮਹਿਨਾ ਕੀ ਨਿਕਲਦਾ ਹੈਗਾ। ਇਹ ਜਿਹੜੇ ਸਿਆਸੀ ਪੰਡਤ ਆ ਨਾ, ਇਹ ਉਹੀ ਸਮਝ ਸਕਦੇ ਆ ਕਿ ਅਸਲ ਦੇ ਵਿੱਚ ਉਹਦਾ ਇਰਾਦਾ ਕੀ, ਜਾਂ ਉਹਦੇ ਜਿਹੜੇ ਬਹੁਤ ਨੇੜੇ ਹੋਣ। ਇਸ ਕਰਕੇ ਉਹ ਤਾਂ ਇਹੀ ਕਹਿੰਦੇ ਆ ਨਾ ਕਿ ਜਦੋਂ ਭਾਜਪਾ ਦੀ ਵਾਸ਼ਿੰਗ ਮਸ਼ੀਨ 'ਚ ਜਾਂਦੇ ਆ ਤਾਂ ਉਹ ਫਿਰ ਕਲੀਨ ਹੋ ਜਾਂਦੇ ਆ। ਹਾਂ, ਕਰਪਸ਼ਨ ਨੂੰ ਪਲੈਂਕ ਜਿਹੜਾ ਬਣਾਇਆ ਸੀਗਾ ਉਹਦਾ ਇਹ ਹਾਲ ਹੋ ਗਿਆ ਹੈ, ਹਨਾ। ਔਰ ਦੂਸਰਾ ਇਹ ਜਿਹੜਾ ਰਾਸ਼ਟਰਵਾਦ ਦੀ ਗੱਲ ਸੀਗੀ, ਹੁਣ ਉਹ ਰਾਸ਼ਟਰਵਾਦ ਇਨ ਪ੍ਰੈਕਟਿਸ ਜਿਹੜਾ ਸਾਰੇ ਜਿਹੜੇ ਆ ਕਮਿਊਨਿਟੀਜ਼ ਹੈਗੀਆਂ, ਰੀਜਨ ਹੈਗੇ ਆ, ਜਿਨ੍ਹਾਂ ਦੇ ਵੱਖਰੇ ਵੱਖਰੇ ਕਲਚਰ ਆ, ਹਨਾ। ਇੱਕ ਮਲਟੀ ਕਲਚਰਲ ਮਲਟੀ ਕਮਿਊਨਿਟੀ ਕੰਟਰੀ ਹੈਗਾ ਆ, ਮਲਟੀ ਕਲਚਰਲ ਕੰਟਰੀ ਹੈਗਾ, ਉਹਨਾਂ ਨੂੰ ਯੂਨਾਈਟ ਕਰਨਾ। ਹੁਣ ਉਹਨਾਂ ਨੂੰ ਯੂਨਾਈਟ ਕਰਨ ਦਾ ਜਿਹੜਾ ਸਲੋਗਨ ਕੀ ਸੀ ਕਿ ਬਾਕੀ ਸਾਰਿਆਂ ਨੂੰ ਖਤਮ ਕਰ ਦਿਓ, ਯੂਨਾਈਟ ਹੋ ਜਾਊਗਾ। ਏਦਾਂ ਥੋੜ੍ਹਾ ਹੁੰਦਾ। ਉਹਨਾਂ ਨੂੰ ਯੂਨਾਈਟ ਹੁੰਦਾ ਆ ਕਿ ਉਹਨਾਂ ਦੀਆਂ ਸਾਰੀਆਂ ਆਕਾਂਖਿਆਵਾਂ, ਉਹਨਾਂ ਦੀਆਂ ਲੋੜਾਂ, ਉਹਨਾਂ ਦਾ ਸੱਭਿਆਚਾਰ, ਉਹਨਾਂ ਦੀ ਬੋਲੀ ਔਰ ਉਹਨਾਂ ਦਾ ਇਤਿਹਾਸ, ਉਹਦੀ ਕੋਈ ਕੀਮਤ ਹੈਗੀ ਆ, ਉਹਨੂੰ ਪ੍ਰੋਪਰ ਉਹਦੇ 'ਚ ਜਿਹੜਾ ਨਾ ਉਹ ਇਨਕਲੂਸਿਵ ਕੀਤਾ ਜਾਵੇ। ਜਿਹੜਾ ਹੁਣ ਉਹਨਾਂ ਨੇ ਸ਼ਬਦ ਵੀ ਪਾ ਲਿਆ, ਇਨਕਲੂਸਿਵ ਹੋਵੇ। ਔਰ ਗੱਲ ਤਾਂ ਦੂਜੇ ਪਾਸੇ ਨੂੰ ਜਾਈ ਜਾਂਦੀ ਸੀਗੀ। ਹੁਣ ਜਿਹੜਾ ਉਹਨਾਂ ਨੇ ਭਾਸ਼ਣ ਵੀ ਕੀਤਾ, ਉਹਦੇ 'ਚ ਮੈਂ ਤੁਹਾਨੂੰ ਇੱਕ ਦੀ ਚੀਜ਼ ਦੱਸਣੀ ਚਾਹੁੰਦਾ ਵੀ ਆਪਣੀਆਂ ਅਗਲੀਆਂ ਹੀ ਲਾਈਨਾਂ 'ਚ ਉਹ ਕੀ ਕਹਿ ਰਹੇ। ਉਹ ਕਹਿੰਦੇ ਕਿ ਜੀ ਇਹ ਜਿਹੜੇ ਖੇਤਰੀਵਾਦ ਕਰਦੀਆਂ ਪਾਰਟੀਆਂ, ਹਨਾ, ਜੀ ਜੀ, ਇਹ ਜਿਹੜੀਆਂ ਪਾਰਟੀਆਂ ਹੈਗੀਆਂ ਕੱਟੜ ਭ੍ਰਿਸ਼ਟਾਚਾਰੀ ਨੇ, ਹਨਾ। ਔਰ ਫਿਰ ਇਹ ਆ ਕਿ ਇਹਨਾਂ ਨੂੰ ਗਰੀਬਾਂ ਦੇ ਬੱਚਿਆਂ ਦਾ ਕੋਈ ਖਿਆਲ ਹੀ ਨਹੀਂ ਹੈ। ਨਾਲ ਉਹ ਅੱਗੇ ਕਹਿੰਦੇ ਕਿ ਅਸੀਂ ਕੀ ਕੀਤਾ, ਅਸੀਂ ਖੇਤਰੀ ਖਾਸ਼ਾਂ ਨੂੰ ਪੂਰਾ ਕੀਤਾ। ਆਪੇ ਹੀ ਖੇਤਰੀ ਖਾਸ਼ਾਂ ਨੂੰ ਪੂਰਾ ਕੀਤਾ, ਆਪੇ ਹੀ ਇਹ ਖੇਤਰੀਵਾਦੀ ਪਾਰਟੀਆਂ ਹੈ, ਹਨਾ। ਜੇ ਪੂਰਾ ਕੀਤਾ ਹੁੰਦਾ ਤੇ ਉਹ ਖੇਤਰੀਵਾਦੀ ਪਾਰਟੀਆਂ ਇਕੱਠੀਆਂ ਕਿੱਦਾਂ ਹੋ ਜਾਂਦੀਆਂ ਉਹਨਾਂ ਦੇ ਪਿੱਛੇ। ਸੋ ਇਸ ਕਰਕੇ ਕਹਿਣ ਤੋਂ ਮੇਰਾ ਮਤਲਬ ਇਹ ਆ ਕਿ ਜਿਹੜੀ ਬੰਗਲੌਰ 'ਚ ਮੀਟਿੰਗ ਹੋਈ ਆ, ਉਹ ਲੋਕਾਂ ਦੇ, ਇਸ ਦੇਸ਼ ਦੇ ਲੋਕਾਂ ਦੀ ਉਹਨੂੰ ਪ੍ਰਵਾਨਗੀ ਆ। ਜੋ ਕੁਛ ਇਹ ਕੀਤਾ ਇਹਨਾਂ ਨੇ, ਉਹ ਸਾਰਿਆਂ ਤੇ ਸਵਾਲ ਖੜਾ ਆ ਕਿ ਕਰਪਸ਼ਨ ਦੀ ਗੱਲ ਕਰਦੇ ਹੋ, ਕਰਪਸ਼ਨ ਤੁਸੀਂ ਕੀ ਕੀਤਾ, ਮਹਾਰਾਸ਼ਟਰ 'ਚ ਕੀ ਕੀਤਾ। ਦੂਸਰਾ ਇਹ ਆ ਕਿ ਉਹਨਾਂ 38 ਪਾਰਟੀਆਂ 'ਚ ਬਹੁਤੇ ਉਹ ਨੇ ਜਿਹੜੇ ਦੂਜੀਆਂ ਪਾਰਟੀਆਂ ਨੂੰ ਤੋੜ ਕੇ ਲਿਆਂਦੇ ਹੋਏ, ਹਨਾ, ਜਾਂ ਜਿਹੜੀਆਂ ਇਹਨਾਂ ਨਾਲ ਸੀਗੀਆਂ ਟੁੱਟ ਗਈਆਂ ਜਾਂ ਇਹਨਾਂ ਨਾਲੋਂ ਪਰਾਂ ਵੀ ਹੋ ਗਈਆਂ। ਤਿੰਨਾਂ ਪਾਰਟੀਆਂ ਦਾ ਤੇ ਇਹ ਆਪਣੇ
ਸਿੱਧੂ ਸਾਹਿਬ ਹੁਣੇ ਨਾਂ ਲੈ ਕੇ ਤੇ ਅਕਾਲੀ ਦਲ ਆ ਵੀ ਉਹ ਤਾਂ ਉਹਨਾਂ ਦਾ ਆਪਣਾ ਜਿਹੜਾ ਨਾ ਇੱਕ ਸ਼ਿਵ ਸੈਨਾ, ਇੱਕ NCP, ਜਨਤਾ ਦਲ ਹਾਂ ਯੂ। ਉਹ ਫੈਸਲਾ ਨਹੀਂ ਲੈ ਨਹੀਂ ਹੋਇਆ ਉਹਨਾਂ ਕੋਲੋਂ ਫੈਸਲਾ, ਨਹੀਂ ਤਾਂ 1 ਮਿੰਟ ਲਾਉਂਦੇ ਕਿ ਉਹਨਾਂ ਦੇ ਵਿੱਚ ਚਲੇ ਜਾਂਦੇ, ਹਨਾ। ਕਿ ਉੱਥੇ ਖੜੇ ਆ ਕਿਉਂਕਿ ਪੰਜਾਬ ਦੇ ਲੋਕ ਕਿੱਥੇ ਖੜੇ ਆ, ਮੁੜ ਕੇ ਗਲੀਆਂ 'ਚ ਵੀ ਜਾਣਾ, ਬਾਜ਼ਾਰਾਂ 'ਚ ਵੀ ਜਾਣਾ ਕਿੱਦਾਂ ਫਿਰ, ਹਨਾ। ਜੀ ਸਿੱਧ ਸਾਹਿਬ, ਜਿਸ ਤਰ੍ਹਾਂ ਚਾਨਾ ਜੀ ਨੇ ਕਿਹਾ, ਅਸੀਂ ਦੇਖਦੇ ਹਾਂ ਕਿ ਜਿਹੜਾ ਇਤਿਹਾਸ ਹੈ ਉਸ ਦੇ ਵਿੱਚ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਤਾਂ ਜਿਹੜੀਆਂ ਵੀ ਤਾਨਾਸ਼ਾਹ ਹਕੂਮਤਾਂ ਬਣਦੀਆਂ ਜਾਂ ਅਥੋਰੀਟੇਰੀਅਨ ਰਾਜ ਜਿੱਥੇ ਸਥਾਪਿਤ ਹੁੰਦੇ ਆ, ਤਾਂ ਉਹਨਾਂ ਦੇ ਜਿਹੜੇ ਮੁੱਖ ਆਗੂ ਹੁੰਦੇ ਆ ਜਾਂ ਉਹਨਾਂ ਦੀ ਲੀਡਰਸ਼ਿਪ ਹੁੰਦੀ ਹੈ, ਤਾਂ ਉਹ ਹਮੇਸ਼ਾ ਹੀ ਜਿਹੜਾ ਹੈਗਾ ਕਿ ਜੋ ਕੁਝ ਉਹ ਆਪ ਕਰ ਰਹੇ ਹੁੰਦੇ ਉਸ ਦਾ ਸਾਰੇ ਦਾ ਭਾਂਡਾ ਜਿਹੜਾ ਹੈ ਉਹ ਵਿਰੋਧੀ ਧਿਰ ਦੇ ਸਿਰ ਜਾਂ ਜਿਹੜੀ ਬਰਾਬਰ ਦੀ ਧਿਰ ਹੈ ਉਹਦੇ ਸਿਰ ਮੜ ਦਿੰਦੇ ਆ, ਜਿਸ ਤਰ੍ਹਾਂ ਹੁਣ ਚਾਨਾ ਜੀ ਨੇ ਗੱਲ ਕੀਤੀ ਹੈ 4 ਪੁਆਇੰਟਾਂ ਨੂੰ ਲੈ ਕੇ। ਤਾਂ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ? ਨਹੀਂ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਇਹ, ਤੇ ਦੂਸਰੇ ਦੇ ਸਿਰ ਭਾਂਡਾ ਭੰਨਦੇ ਆ, ਕੋਈ ਸ਼ੱਕ ਵਾਲੀ ਗੱਲ ਨਹੀਂ। ਸਾਰਾ ਤੁਸੀਂ ਦੇਖੋ ਵੀ ਜਿਹੜੀ ਪਾਲਿਸੀ ਹੈ ਜਿਹਨੂੰ ਅਸੀਂ ਕੋਈ ਪੁਰਾਣਾ ਨਾਂ ਫਾਸਿਜ਼ਮ ਦਾ ਦੇਈਏ ਨਾ ਦੇਈਏ, ਡਿਕਟੇਟਰਸ਼ਿਪ ਦਾ ਦੇ ਦਿਓ, ਸਵਾਲ ਇਹ ਹੈ ਵੀ ਕਿੰਨਾ ਡਰਾਇਆ ਇਹਨਾਂ ਨੇ। ਜਿਸ ਤਰੀਕੇ ਦੇ ਸਾਰੇ ਸਟੈਪ ਹੈ ਮੋਦੀ ਦੇ, ਅਚਾਨਕ ਆਪਣੇ ਲੈਵਲ ਤੇ ਫੈਸਲੇ ਲਈ, ਜਿਹਦੇ ਚ ਕੈਬਨਿਟ ਵੀ ਨਹੀਂ ਰੱਖੀ। ਡੈਮੋਕ੍ਰੈਟਿਕ ਪ੍ਰੋਸੈਸ ਤਾਂ ਇਹਨੇ ਰੱਖਿਆ ਹੀ ਨਹੀਂ ਨਾ ਸਾਰਾ ਕੁਝ। ਕੈਬਨਿਟ ਦਾ ਕੋਈ ਨਾਂ ਨਿਸ਼ਾਨ ਨਹੀਂ ਮੋਦੀ ਤੋਂ ਬਗੈਰ, ਵੀ ਦੂਜਾ ਬੰਦਾ ਕੋਈ ਰਜਿਸਟ ਕਰਦਾ ਕਿ ਨਹੀਂ ਕਰਦਾ। ਪੀਐਮਓ ਤੋਂ ਹੀ ਚੱਲਦਾ ਸੀ ਸਭ ਕੁਝ, ਪੀਐਮਓ ਤੋਂ ਚੱਲਦਾ ਸਾਰਾ ਕੁਝ। ਪੀਐਮਓ ਤੋਂ ਜਾਂ ਪੀਐਮਓ ਚ ਕੰਸੈਂਟਰੇਸ਼ਨ ਆਫ ਪਾਵਰ ਕੀਤੀ, ਡਰਾਏ ਲੋਕ, ਡਰਾ ਕੇ ਫਿਰ ਇਹਦੇ ਚ ਇਹ ਫਾਸਿਸਟ ਦਾ ਕਰੈਕਟਰ ਹੀ ਇਹ ਹੁੰਦਾ, ਡਰਾ ਕੇ ਲੋਕਾਂ ਨੂੰ ਧਮਕਾ ਕੇ ਫਿਰ ਜੋ ਮਰਜ਼ੀ ਕਰੀ ਜਾਓ। ਤੇ ਇਸ ਕਿਸਮ ਦਾ ਇਹ ਧੱਕਾ ਸਾਰਾ ਕੀਤਾ, ਐਕਸੈਪਟ ਕੀਤਾ ਸਾਰਾ। ਬਾਕੀ ਫਿਰ ਇਹ ਜਾਲਸਾਜ਼ੀਆਂ, ਜਿਸ ਤਰੀਕੇ ਨਾਲ ਤੁਸੀਂ ਕੋਈ ਨਾ ਕੋਈ ਇਸ਼ੂ ਕਿਸੇ ਵਿਰੋਧੀ ਦੇਸ਼ ਨਾਲ, ਕਿਸੇ ਨੇੜੇ ਦੇ ਗੁਆਂਢੀ ਦੇਸ਼ ਦੇ ਨੂੰ ਖੜਾ ਕਰਕੇ, ਇਸ ਕਿਸਮ ਦਾ ਜਿਹੜਾ ਹਿੰਦੂਤਵ ਦਾ ਪ੍ਰਚਾਰ ਸੀ ਸਾਰਾ, ਉਹਦੇ ਵਿੱਚ ਸਵਾਲ ਹੈ ਵੀ ਇਹਦਾ ਵਿਰੋਧ ਸਾਰਾ ਹਿੰਦੂ ਵੱਡੇ ਸਮਾਜ ਵੱਲੋਂ ਹੀ ਹੋਣਾ ਸੀਗਾ। ਮੈਂ ਕਿ ਇਸ ਗੱਲ ਤੇ ਜ਼ਿਆਦਾ ਜ਼ੋਰ ਇਸ ਕਰਕੇ ਦਿੰਦਾ ਵੀ ਮਨੋਰਿਟੀਆਂ ਇਸ ਲੈਵਲ ਤੱਕ ਕੰਡੈਮ ਕਰਤੀਆਂ ਜਾਂ ਥੱਲੇ ਲੈ ਆਉਂਦੀਆਂ ਕਲਚਰਲ ਲੈਵਲ ਤੇ, ਜਾਂ ਉਹਨਾਂ ਵਿੱਚ ਕੋਈ ਇਸ ਕਿਸਮ ਦਾ ਪੋਲੀਟੀਕਲ ਕੌਨਸ਼ੀਅਸਨੈਸ ਨਹੀਂ ਜਾਂ ਲੀਡਰਸ਼ਿਪ ਨਹੀਂ। ਇਸ ਕਰਕੇ ਇਹਦਾ ਜਿਹੜਾ ਸਾਰਾ ਵਿਰੋਧ ਹੋਣਾ ਸੀ ਇਹ ਵੱਡੇ ਹਿੰਦੂ ਸਮਾਜ ਦੇ ਵਿੱਚੋਂ ਹੀ ਹੋਣਾ ਸੀ, ਤੇ ਉੱਥੋਂ ਹੀ ਹੋ ਰਿਹਾ। ਆ ਜਿਹੜੀਆਂ ਰੀਜਨਲ ਪਾਰਟੀਆਂ ਦੀ ਰੀਜਨਲਿਜ਼ਮ ਹੈ, ਰੀਜਨਲਿਜ਼ਮ ਸਭ ਤੋਂ ਜ਼ਿਆਦਾ ਫਿੱਟ ਜੇ ਆਉਂਦਾ ਤਾਂ ਉਹ ਮਿਨੋਰਿਟੀਆਂ ਲਈ ਆ ਸਭ ਤੋਂ ਜ਼ਿਆਦਾ ਸੌਖਾ ਸਾਹ ਲੈਣ ਦਾ ਜਿਹੜਾ ਸਪੇਸ ਤਿਆਰ ਕਰਦਾ, ਉਹ ਰੀਜਨਲਿਜ਼ਮ ਤਿਆਰ ਕਰਦਾ। ਉਹ ਵੀ ਇਹਨਾਂ ਨੂੰ ਬਿਲਕੁਲ ਖਿਆਲ ਨਹੀਂ। ਹੁਣ ਤੁਸੀਂ ਦੇਖੋ ਵੀ ਅਕਾਲੀ ਦਲ ਤੇ ਮੈਂ ਕਹੂੰ ਮੁੜ ਕੇ ਆ ਜਾਂਦਾ ਪੰਜਾਬ ਤੇ, ਕਿਉਂਕਿ ਲੋਕ ਪੰਜਾਬੀ 'ਚ ਆਪਾਂ ਗੱਲ ਕਰ ਰਹੇ ਹਾਂ, ਲੋਕ ਸੁਣਨਗੇ, ਪੰਜਾਬ ਵਾਲੇ ਹੀ ਸੁਣਨਾ। ਇਹਨਾਂ ਨੂੰ ਕੋਈ ਅਹਿਸਾਸ ਨਹੀਂ ਵੀ ਅਸੀਂ ਕਿਸ ਕਿਸਮ ਦੀ ਪਾਰਟੀ ਨਾਲ ਸਮਝੌਤਾ ਕਰ ਰਹੇ ਹਾਂ, ਕਿਉਂ ਕੀਤਾ ਅਕਾਲੀ ਦਲ ਨੇ, ਕਿਸ ਕਿਸਮ ਦਾ। ਸਵਾਲ ਇਹ ਹੈ ਵੀ ਇਹ ਸਾਹ ਲੈਣ ਵਾਲੀ ਗੱਲਬਾਤ ਪੰਜਾਬ ਵਿੱਚ ਤੁਸੀਂ ਇੱਕ ਰੀਜਨਲਿਜ਼ਮ ਦੀ ਗੱਲ ਦੇ ਲੀਡਰ ਹੋਵੋ ਅਕਾਲੀ ਦਲ ਦਾ, ਤੇ ਮੁੜ ਕੇ ਫਿਰ ਤੁਸੀਂ ਕਿੱਥੇ ਤੱਕ ਬੈਕਆਊਟ ਕਰ ਲਓ। ਇਹ ਸਾਰਾ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਮਤਲਬ ਕਿ ਵੀ ਹਾਰੀ ਹੋਈ ਮਾਨਸਿਕਤਾ ਦਾ ਇੱਕ ਪ੍ਰਦਰਸ਼ਨ ਹੈ। ਅੱਛਾ, ਦੂਸਰਾ ਰਹਿ ਗਿਆ ਵੀ ਜਿਸ ਤਰੀਕੇ ਨਾਲ ਕਿਹਾ ਵੀ ਇਹ ਡਰਾਉਂਦੇ ਬਹੁਤ ਹੈ, ਡਰਾ ਕੇ ਸਾਰਾ ਕੁਝ ਇਹਨਾਂ ਨੇ ਕੀਤਾ। ਮੋਦੀ ਦਾ ਤਾਂ ਪ੍ਰੋਸੈਸ ਹੀ ਇਹ ਹੈ ਵੀ ਮੈਂ ਇਕੱਲਾ ਹੀ ਹਾਂ ਤੇ ਮੈਂ ਡਰਾ ਕੇ ਕਰਨਾ ਸਾਰਾ ਕੁਝ, ਤੇ ਡਰਾ ਕੇ ਪਾਰਲੀਮੈਂਟ ਕਿਹਾ ਵੀ ਕਿ ਮੈਂ ਇਕੱਲਾ ਸਭ ਤੇ ਭਾਰੀ ਹਾਂ, ਇਕੱਲਾ ਸਭ ਤੇ ਭਾਰੂ ਆ ਸਰ। ਇਸ ਕਰਕੇ ਡਰਾਉਣ ਵਾਲੀ ਗੱਲ ਜਿਹੜੀ ਕੀਤੀ ਹੈ ਸਾਰੀ, ਇਹ ਡਰਾਉਣ ਦਾ ਪ੍ਰੋਸੈਸ ਹੀ ਸਾਰਾ ਕਿਸੇ ਵੀ ਰਾਸ਼ਟਰਵਾਦ ਦਾ ਪ੍ਰੋਸੈਸ ਹੈ ਜਿਹੜਾ ਕਿ ਡੈਮੋਕ੍ਰੈਟਿਕ ਜਮਹੂਰੀਅਤ ਨਹੀਂ, ਉਹਦੇ ਵਿੱਚ ਸਿਰਫ ਡਰਾਉਣ ਦੇ ਪ੍ਰੋਸੈਸ ਨਾਲ ਹੀ ਰਾਜ ਕੀਤਾ ਜਾ ਸਕਦਾ। ਵੀ ਅਸੀਂ ਡਿਵੈਲਪਮੈਂਟ ਕਰ ਸਕਦੇ ਹਾਂ, ਅਸੀਂ ਤੁਹਾਡੀ ਰਾਖੀ ਕਰ ਸਕਦੇ ਹਾਂ, ਤੇ ਤੁਹਾਡੀ ਡਿਵੈਲਪਮੈਂਟ ਵੀ ਅਸੀਂ ਕਰ ਸਕਦੇ, ਰਾਖੀ ਵੀ ਅਸੀਂ ਕਰ ਸਕਦੇ। ਰਾਖੀ ਵਾਲੇ ਵਿੱਚ ਉਹਦਾ ਡਰਾਉਣ, ਉਹਦੇ ਵਿੱਚ ਇਨਕਲੂਸਿਵ ਹੁੰਦਾ, ਐਡ ਹੁੰਦਾ, ਉਹਦੇ 'ਚ ਇੰਪਲੀਸਿਟ ਹੁੰਦਾ ਵੀ ਇਹ ਤੁਹਾਨੂੰ ਡਰਾਉਂਦਾ ਹੈ। ਬੰਦਾ ਕਹਿੰਦਾ ਵੀ ਰਾਖੀ ਮੈਂ ਹੀ ਕਰ ਸਕਦਾ, ਤੇਰੀ ਹੋਰ ਕੋਈ ਨਹੀਂ ਕਰ ਸਕਦਾ। ਇਸ ਕਿਸਮ ਦਾ ਇੱਕ ਸਭ ਤੋਂ ਜ਼ਿਆਦਾ ਜਿਹੜਾ ਇੱਕ ਲੰਬੇ ਪ੍ਰੋਸੈਸ ਵਿੱਚ ਇਸ ਸਮਾਜ ਦੇ ਵਿੱਚ, ਸਾਡੇ ਵੱਡੇ ਇੰਡੀਅਨ ਸਮਾਜ ਦੇ ਵਿੱਚ ਹੋਇਆ ਵਾ ਸੀ, ਉਹ ਇਹ ਹੋਇਆ ਵਾ ਸੀ ਵੀ ਮੈਜੋਰਿਟੀ ਨੂੰ ਮਾਈਨੋਰਿਟੀਆਂ ਤੋਂ ਡਰਾਇਆ ਹੋਇਆ ਸੀ। ਬਹੁਤ ਗਿਣਤੀ ਨੂੰ ਘੱਟ ਗਿਣਤੀਆਂ ਤੋਂ ਡਰਾ ਕੇ ਰੱਖਿਆ ਸੀ ਵੀ ਇਹ ਤੁਹਾਡਾ ਆਹ ਕਰ ਦੇਣਗੇ, ਤੁਹਾਡਾ ਆਹ ਕਰ ਦੇਣਗੇ, ਆਹ ਕਰ ਦੇਣਗੇ। ਇਹ ਹੁਣ ਥੋੜਾ ਚਿਰ ਵੋਟਾਂ ਲੈਣ ਲਈ ਚੱਲਿਆ, ਹੁਣ ਬਹੁਤਾ ਦੇਰ ਤਾਂ ਚੱਲਦਾ ਨਹੀਂ ਹੈ ਸਾਰਾ। ਤੇ ਇਸ ਕਰਕੇ ਇਹ ਜਿਹੜਾ ਤੁਹਾਨੂੰ ਕੀ ਲੱਗਦਾ ਕਿ ਹੁਣ ਜਿਹੜੀ ਸਥਿਤੀ ਬਣ ਗਈ ਹੈ, ਜਿਹਦੇ ਵਿੱਚ ਵਿਰੋਧੀ ਧਿਰਾਂ ਦਾ ਗੱਠਜੋੜ ਸਾਹਮਣੇ ਆ ਗਿਆ, ਭਾਰਤ ਜੋੜੋ ਯਾਤਰਾ ਹੋ ਗਈ, ਤਾਂ ਉਹਦੇ ਤੋਂ ਲੱਗਦਾ ਨਹੀਂ ਕਿ ਜਿਹੜਾ ਡਰ ਇਹਨਾਂ ਨੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਖਤਮ ਹੋ ਚੁੱਕਾ? ਬਿਲਕੁਲ, ਇਹ ਸਾਰੀ ਗੱਲ ਉਹਦੀ ਕਾਟ ਹੈ।
ਸਾਰੀ ਗੱਲ ਘੱਟ ਹੈ। ਇਨਕਲੂਸਿਵ ਜਿਹੜੀ ਜਿਹਦੇ ਉੱਤੇ ਚਾਣਾ ਜੀ ਨੇ ਬੜਾ ਜ਼ੋਰ ਦਿੱਤਾ, ਇਹ ਗੱਲ ਬਿਲਕੁਲ ਠੀਕ ਹੈ। ਇਨਕਲੂਸਿਵ ਦਾ ਮਤਲਬ ਇਹ ਹੈ ਵੀ ਤੁਸੀਂ ਹਿੱਸੇਦਾਰ ਹੋ, ਦੇਸ਼ ਦੇ ਹੋ, ਤੁਸੀਂ ਬਰਾਬਰ ਦੇ ਸਾਡੇ ਸਿਟੀਜ਼ਨ ਹੋ। ਇਹ ਇਨਕਲੂਸਿਵ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਇਹ ਨਹੀਂ ਹੈ ਵੀ ਅਸੀਂ ਚੰਗੇ ਆ, ਤੁਸੀਂ ਐਕਸਕਲੂਸਿਵ ਸਾਡੇ ਕੋਲੇ ਰਾਈਟ ਹੈ, ਤੁਹਾਡੇ ਕੋਲ ਤੁਸੀਂ ਪਾਸੇ ਹੋ, ਘੱਟ ਹੋ, ਕਮਜ਼ੋਰ ਹੋ, ਮਾੜੇ ਹੋ ਤੁਸੀਂ ਲੋਕ ਸਾਡੇ ਤੋਂ, ਅਸੀਂ ਸੁਪੀਰੀਅਰ ਹੈ। ਇਹ ਜਿਹੜੀ ਸਾਰੀ ਗੱਲ ਦਾ ਘਾਟ ਹੈ ਉਹ ਇਨਕਲੂਸਿਵਨੈਸ ਹੈ। ਤੇ ਇਨਕਲੂਸਿਵਨੈਸ ਹੀ ਸਾਰੀ ਚੱਲਦੀ ਰਹੀ ਹੈ, ਸਾਡੇ ਸਾਰੇ ਸਬ ਕੰਟੀਨੈਂਟ ਇਨਕਲੂਸਿਵਨੈਸ ਚੱਲਦੀ ਰਹੀ ਹੈ। ਜੇ ਅਸੀਂ ਹਿਸਟਰੀ ਵਿੱਚ ਛੋਟੀ ਜਿਹੀ ਹਿਸਟਰੀ ਦੇਖੀਏ, ਇੱਥੇ ਆਏ ਮੁਸਲਮਾਨ ਥੋੜੇ ਜਿਹੇ ਆਏ ਸੀਗੇ ਮੁਗਲ ਇੱਥੇ, ਤੇ ਮੁਗਲਾਂ ਨੇ ਰਾਜ ਇੱਥੋਂ ਦੇ ਬੰਦਿਆਂ ਦੀ ਇਨਕਲੂਸਿਵਨੈਸ ਨਾਲ ਹੀ ਰਾਜ ਕੀਤਾ ਸਾਰਾ। ਜੇ ਅਸੀਂ ਹੁਣ ਉਹਨੂੰ ਨਾ ਡਿਟੇਲ 'ਚ ਜਾਈਏ, ਅੰਗਰੇਜ਼ਾਂ ਨੇ ਵੀ ਇੱਥੋਂ ਦੇ ਬੰਦਿਆਂ ਨੂੰ ਰਲਾ ਕੇ ਇਹਨਾਂ ਦੇ ਰਾਹੀਂ ਰਾਜ ਕੀਤਾ। ਦੇਖੋ ਰਾਜ ਤਾਂ ਲੋਕਲ ਲੈਵਲ ਦੀ ਜਿਹੜੀ ਰੀਜਨਲ ਫੋਰਸਿਸ ਆ ਉਹਦੇ ਰਾਹੀਂ ਹੋਣਾ। ਰਣਜੀਤ ਸਿੰਘ ਨੇ ਵੀ ਇੱਥੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਕਹਿੰਦੇ ਆ ਵੀ ਸਿੱਖ ਖਾਲਸਾ ਰਾਜ ਸੀ, ਸਿੱਖ ਰਾਜ ਸੀ, ਬੇਸਿਕਲੀ ਇੱਥੋਂ ਦੇ ਉਹਨੇ ਮੁਸਲਮਾਨਾਂ ਦੀ ਲੀਡਰਸ਼ਿਪ, ਹਿੰਦੂ ਸਾਰੇ ਉਹਦੇ ਕਈ ਜਰਨੈਲ ਹਿੰਦੂ ਸੀਗੇ ਸਾਰੇ, ਮੋਹਕਮ ਚੰਦ ਵਰਗੇ, ਤੇ ਉਹ ਸਾਰਿਆਂ ਨੂੰ ਉਹਨੇ ਨਾਲ ਲੈ ਕੇ ਚੱਲਿਆ। ਤੇ ਇਹ ਉਲਟਾ ਤਾਂ ਇਹ ਹੁੰਦਾ ਵੀ ਜਿਹੜਾ ਖਾਲਸਾ ਫੌਜ ਸੀ ਉਹਨੂੰ ਥੋੜਾ ਜਿਹਾ ਉਹਨੂੰ ਪਿੱਛੇ ਕਈ ਹਾਲਤਾਂ ਵਿੱਚ ਰੱਖਣਾ ਪਿਆ, ਉਹ ਜ਼ਿਆਦਾ ਗੜਬੜ ਵੀ ਕਰ ਜਾਂਦੇ ਸੀ ਸਾਰੇ, ਤੇ ਉਹਨੂੰ ਦੂਜਿਆਂ ਨੂੰ ਬਰਾਬਰ ਲੈਣਾ ਪਿਆ ਜੇ ਬਹੁਤ ਮਿਲਦੇ। ਇਸ ਕਰਕੇ ਇਹ ਇੱਥੋਂ ਦਾ ਖਾਸਾ ਬੜਾ ਪੁਰਾਣਾ ਹਿਸਟੋਰੀਕਲ ਹੈ ਵੀ ਨਾਲ ਲੈ ਕੇ ਆਉਣ ਸਾਰ ਜੇ ਮੁਗਲ ਬਾਹਰੋਂ ਆ ਕੇ ਵੀ ਸਮਝ ਸਕਦੇ ਆ ਵੀ ਭਾਈ ਇੱਥੇ ਦੀ ਕਿਹੜੀਆਂ ਫੋਰਸਸ ਹੈ ਜਿਨ੍ਹਾਂ ਨੂੰ ਨਾਲ ਲੈ ਕੇ ਅਸੀਂ ਰਾਜ ਕਰ ਸਕਦੇ ਹਾਂ। ਚੰਦਕ ਅਸੀਂ ਬੰਦੇ ਆਏ ਆ ਤੇ ਅਗਲੇ ਰਾਜ ਕਰ ਗਏ 300 ਸਾਲ ਤੱਕ। ਇਹੀ ਸਾਰਾ ਸਿਸਟਮ ਐਵੇਂ ਅੰਗਰੇਜ਼ਾਂ ਨੇ ਕੀਤਾ, ਇਹੀ ਸਾਰਿਆਂ ਨੇ ਕੀਤਾ ਹੁੰਦਾ। ਹੁਣ ਵੀ ਇਹਨਾਂ ਨੂੰ ਅਹਿਸਾਸ ਹੈ ਵੀ ਰੀਜਨਲ ਫੋਰਸ ਤੋਂ ਨੂੰ ਅਸੀਂ ਛੱਡ ਕੇ ਪਾਸੇ ਕਰਕੇ ਸੈਂਟਰ ਤੋਂ, ਨਵੀਂ ਦਿੱਲੀ ਤੋਂ ਰਾਜ ਨਹੀਂ ਸਾਰੇ ਦੇਸ਼ ਤੇ ਕੀਤਾ ਜਾ ਸਕਦਾ। ਇਹ ਜਿਹੜੀ ਪ੍ਰਕਿਰਿਆ ਸੀ ਇਹ ਚੱਲ ਗਈ 9-10 ਸਾਲ, ਹੁਣ ਨਹੀਂ ਚੱਲਦੀ। ਤੇ ਹੁਣ ਤੋਂ ਇਹ ਉਹਦਾ ਜ਼ੋਰ ਫੜੇਗਾ। ਬੇਸ਼ੱਕ ਇਹ ਫੜ ਕੇ ਅੰਦਰ ਕਰ ਦੇਣ, ਕੁਛ ਕਰ ਦੇਣ, ਉਦੋਂ ਜ਼ੋਰ ਨਾਲ ਲੋਕ ਫਿਰ ਇਸ ਜਿਹੜੀਆਂ ਹਿੰਦੂਤਵਾਦੀਆਂ ਫੋਰਸਸ ਆ ਉਹਨੂੰ ਤੇਜ਼ੀ ਨਾਲ ਭਜਾਉਣਗੇ ਜੇ ਜਿੰਨਾ ਇਹਨਾਂ ਨੇ ਹੁਣ ਤਸ਼ੱਦਦ ਕੀਤਾ ਜਿਹੜਾ, ਜਾਂ ਇਹੋ ਜਿਹਾ ਕੋਈ ਗਲਤ ਸਟੈਪ ਚੱਕਿਆ ਜਿਹਦੇ ਬਾਰੇ ਚਾਨਾ ਜੀ ਨੇ ਕਾਫੀ ਡਿਟੇਲ 'ਚ ਗੱਲ ਕੀਤੀ ਹੈ। ਚਾਨਾ ਜਿਸ ਤਰ੍ਹਾਂ ਦੀ ਸਥਿਤੀ ਬਣ ਗਈ ਹੈ, ਜੇ ਇਸ ਤਰ੍ਹਾਂ ਦੇ ਕੋਈ ਕਦਮ ਚੁੱਕਦੀ ਹੈ ਸਰਕਾਰ ਜਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ, ਤਾਂ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਬਹੁਤ ਸਾਰੇ ਦੇਸ਼ਾਂ ਦੇ ਅੰਦਰ ਅਰਬ ਸਪਰਿੰਗ ਵੇਲੇ ਵੀ ਵੇਖਿਆ, ਹੋਰ ਵੀ ਸ਼੍ਰੀਲੰਕਾ 'ਚ ਅਸੀਂ ਦੇਖਿਆ ਕਿ ਲੋਕ ਕਿੱਦਾਂ ਆਣ ਕੇ ਸੜਕਾਂ ਤੇ ਇਹੋ ਜਿਹੇ ਹਾਕਮਾਂ ਨੂੰ ਘੇਰ ਵੀ ਲੈਂਦੇ ਆ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜੀ ਗੱਲ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ 'ਚ ਨਫ਼ਰਤ ਦੀ ਦੁਕਾਨ ਦੇ ਮੁਕਾਬਲੇ ਮੁਹੱਬਤ ਦੀ ਦੁਕਾਨ ਦੀ ਗੱਲ ਕਰਦੇ ਸੀ, ਤੇ ਇੰਡੀਆ ਦਾ ਜਿਹੜਾ ਗੱਠਜੋੜ ਬਣਿਆ ਉਹਦੇ ਨਾਲ ਉਹ ਦੁਕਾਨ ਲੱਗਦਾ ਹੈ ਕਿ ਇੰਡੀਆ ਪੱਧਰ ਤੇ ਹੀ ਬਣ ਗਈ ਹੈ। ਇੱਕ ਤਾਂ ਇੱਕ ਪੁਆਇੰਟ ਹੋਰ ਨੋਟ ਕਰ ਲਈਏ ਉਹ ਤੋਂ ਪਹਿਲਾਂ, ਕਾਫੀ ਲੰਬਾ ਸਮਾਂ ਮਤਲਬ ਹੁਣ ਥੋੜ੍ਹੇ ਜਿਹੇ ਸਾਲਾਂ ਨੂੰ ਛੱਡ ਕੇ, ਉਹ ਤੋਂ ਪਹਿਲਾਂ ਇੱਦਾਂ ਹੀ ਰਿਹਾ ਕਿ ਮਾਈਨੋਰਿਟੀ ਹੈ ਨਾ ਜਿਹੜੀ ਕਿਸੇ ਵੀ ਦੇਸ਼ ਦੇ ਵਿੱਚ, ਉਹ ਆਪਣੇ ਆਪ ਨੂੰ ਆਰਗੇਨਾਈਜ਼ ਕਰਦੀ ਸੀ ਕਿ ਮੈਜੋਰਿਟੀ ਤੋਂ ਬਚਣ ਵਾਸਤੇ। ਔਰ ਇਹ ਹੁਣ ਨਵਾਂ ਟ੍ਰੈਂਡ ਸ਼ੁਰੂ ਹੋਇਆ, ਔਰ ਇਹ ਪੂਰੀ ਦੁਨੀਆ 'ਚ ਆ, ਇਹ ਬਹੁਤ ਸਾਰੇ ਦੇਸ਼ਾਂ 'ਚ ਤੁਹਾਨੂੰ ਐਗਜ਼ਾਮਪਲ ਮਿਲ ਜਾਣਗੀਆਂ। ਜਿਹੜੀ ਮੈਜੋਰਿਟੀ ਆ, ਜਿਹੜੀ ਥੰਪਿੰਗ ਮੈਜੋਰਿਟੀ ਆ, ਉਹ ਆਪਣੇ ਬੰਦਿਆਂ ਨੂੰ ਮਿਨੋਰਿਟੀ ਦਾ ਨਾਂ ਲੈ ਲੈ ਕੇ ਡਰਾ ਰਹੇ। ਔਰ ਉਹ ਮਿਨੋਰਿਟੀ ਤੋਂ ਕੀ ਖਤਰਾ ਹੈਗਾ, ਇੱਦਾਂ ਦੀਆਂ ਤੁਸੀਂ ਯੂਰਪ ਦਾ ਫਰਾਂਸ ਵੀ ਦੇਖਿਓ। ਔਰ ਛੋਟੀ ਕਮਿਊਨਿਟੀ ਜਿਹਦਾ 10% ਹਿੱਸਾ ਵੀ ਨਹੀਂ, 15% ਹਿੱਸਾ ਨਹੀਂ, 85% ਨੂੰ ਉਹਨਾਂ ਦੇ ਖਿਲਾਫ ਆਰਗੇਨਾਈਜ਼ ਕਰਨ ਦਾ ਯਤਨ ਕੀਤਾ ਜਾ ਰਿਹਾ ਕਿ ਇਹਨਾਂ ਤੋਂ ਸਾਨੂੰ ਖਤਰਾ ਹੈ, ਇਹ ਸਾਡੇ ਕਲਚਰ ਨੂੰ ਖਰਾਬ ਕਰ ਦੇਣ, ਹੈ ਨਾ, ਇਹ ਐਂ ਕਰ। ਸੋ ਇਸ ਕਰਕੇ ਇਹ ਉਸ ਟ੍ਰੈਂਡ ਦਾ ਇੱਕ ਹਿੱਸਾ, ਇੱਥੇ ਵੀ ਇਹਦਾ ਐਕਸਪੈਰੀਮੈਂਟ ਹੋ ਗਿਆ, ਹੈ ਨਾ, ਔਰ ਇਹ ਤੇ ਚੱਲਿਆ ਗਿਆ। ਦੂਜਾ ਇਹ ਆ ਕਿ ਇਹ ਕੋਈ ਡੈਫੀਨੇਟ ਨਹੀਂ ਹੈ, ਲੋਕਾਂ ਦੇ ਮਨਾਂ ਦਾ ਇੱਕ ਡਰ ਆ ਕਿ ਕਿਤੇ ਬਹੁਤ ਹੀ ਗਲਤ ਪਾਸੇ ਨੂੰ ਨਾ ਚਲੇ ਜਾਵੇ ਕੰਮ, ਹੈ ਨਾ। ਔਰ ਇਸ ਦੇਸ਼ ਨੇ ਦੁੱਖ ਬੜੇ ਭੋਗੇ ਆ, ਇਹ ਦੇਸ਼ ਦੇ ਲੋਕਾਂ ਨੇ ਕਸ਼ਟ ਬੜੇ ਭੋਗੇ ਆ, ਔਰ ਸਹਾਰੇ ਆ, ਦੁਬਾਰਾ ਪੈਰਾਂ ਤੇ ਖੜੇ ਹੋਏ ਆ ਲੜ ਲੜ ਕੇ ਆਪਣੀ ਜ਼ਿੰਦਗੀਆਂ ਲਾ। ਔਰ ਉਹ ਬਾਰ-ਬਾਰ ਉਹੀ ਕੁਛ ਤਾਂ ਹਿਸਟਰੀ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਹੰਡਾਈ ਆ ਉਹ ਜਿਉਂਦੇ ਆ, ਹੈ ਨਾ। ਔਰ ਉਹ ਦੁਬਾਰਾ ਇਹੋ ਜਿਹੀਆਂ ਚੀਜ਼ਾਂ ਨੂੰ ਸੋਚ ਕੇ ਨਾ ਉਹਨਾਂ ਦੇ ਮਨਾਂ 'ਚ ਆਉਂਦਾ ਵੀ ਕੰਮ ਕਿਤੇ ਦੂਜੇ ਪਾਸੇ ਨੂੰ ਨਾ ਚਲਿਆ ਜਾਵੇ। ਮੇਰਾ ਖਿਆਲ ਹੈ ਕਿ ਕੁਛ ਹੁਣ ਨਵੇਂ ਦੌਰ ਦੇ ਵਿੱਚ ਇਹੋ ਜਿਹੀਆਂ ਐਗਜ਼ਾਮਪਲਸ ਵੀ ਹੈਗੀਆਂ ਆ ਕਿ ਜਦੋਂ ਲੋਕ ਉਭਾਰ ਹੀ ਇੰਨਾ ਆ ਗਿਆ ਕਿ ਲੋਕਾਂ ਨੇ ਰੂਲਰ ਨੂੰ ਜ਼ੁਲਮ ਕਰਨ ਦਾ ਮੌਕਾ ਹੀ ਨਹੀਂ ਦਿੱਤਾ, ਔਰ ਫੋਰਸਸ ਵੀ ਲੋਕਾਂ 'ਚੋਂ ਬਣੀ ਹੁੰਦੀ ਹੈ ਨਾ। ਇਸ ਕਰਕੇ ਜਦੋਂ ਉਹ ਹੁੰਦਾ ਹੈ ਨਾ ਤਾਂ ਉਦੋਂ ਉਹ ਜ਼ੁਲਮ ਕਰਨਾ ਔਖਾ ਵੀ ਹੋ ਜਾਂਦਾ ਹੁੰਦਾ।
ਇਸ ਕਰਕੇ ਜਿਹੜਾ ਜਿੱਧਰ ਨੂੰ ਲੋਕ ਜਾ ਰਹੇ ਆ, ਇਕੱਠੇ ਹੋ ਰਹੇ ਆ, ਔਰ ਇਹ ਡੈਮੋਕ੍ਰੇਸੀ ਹੈ, ਔਰ ਉਸ ਡੈਮੋਕ੍ਰੇਸੀ ਦੇ ਵਿੱਚ ਫੈਸਲੇ ਜਿਹੜੇ ਹੋ ਰਹੇ ਆ ਲੋਕਾਂ ਦੀਆਂ ਭਾਵਨਾ ਜਿੱਦਾਂ ਉਜਾਗਰ ਹੁੰਦੀਆਂ, ਉਹਨਾਂ ਭਾਵਨਾਵਾਂ ਨਾਲ ਵੀ ਇੱਕ ਅੰਦਾਜ਼ਾ ਲੱਗ ਜਾਂਦਾ ਹੈ ਕਿ ਇੱਕ ਵਾਰੀ ਤਾਂ ਮੈਂ ਕਰ ਲਊਂਗਾ, ਫੇਰ ਕੀ ਬਣੂਗਾ, ਹੈ ਨਾ। ਆਖਿਰਕਾਰ ਇਨਸਾਨ ਹੀ ਹੁੰਦੇ ਨਾ, ਲੀਡਰ ਵੀ ਇਨਸਾਨ ਹੀ ਹੁੰਦੇ, ਰੂਲਰ ਵਿੱਚ ਵੀ ਇੱਕ ਇਨਸਾਨਾਂ ਵਾਲਾ ਉਹ ਹੁੰਦਾ ਹੀ ਹੈ ਨਾ, ਜਿਹਨੂੰ ਉਹ ਕਿ ਡਰ ਨਹੀਂ। ਮੈਂ 3 ਦਿਨ ਪਹਿਲਾਂ ਦੀ ਗੱਲ ਮੈਂ ਦੱਸਦਾ, ਹੋ ਸਕਦਾ ਇੱਕ ਦੇ ਦਿਨ ਪੁਰਾਣੀ ਗੱਲ ਹੋਵੇ। ਮੋਦੀ ਸਾਹਿਬ ਨੇ ਡਰਾਉਣ ਵਾਲੀ ਹੀ ਗੱਲ ਹੀ ਨਹੀਂ, ਰਿਪੀਟਡਲੀ ਇਹ ਗੱਲ ਆਪਣੇ ਭਾਸ਼ਣ ਦੇ ਵਿੱਚ ਕਹੀ ਕਿ ਮੋਦੀ ਕੋ ਕੋਈ ਡਰਾ ਨਹੀਂ ਸਕਦਾ। ਇਹ ਕਿੱਥੋਂ ਆਇਆ ਫਿਕਰ? ਕੀ ਉਹਦੇ ਮਨ ਦੇ ਵਿੱਚ ਡਰ ਦੀ ਕੋਈ ਭਾਵਨਾ ਪੈਦਾ ਹੋਈ ਆ? ਕੋਈ ਹੈ ਕੋਈ ਬੰਦਾ ਬਾਹਰ ਆਪੋਜੀਸ਼ਨ ਲੀਡਰ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਕਹਿ ਰਿਹਾ ਹੋਵੇ ਕਿ ਡਰਾ ਰਿਹਾ ਹੋਵੇ ਸਟੇਟ ਨੂੰ? ਐਡੀ ਵੱਡੀ ਸਟੇਟ ਆ ਇਹ, ਦੁਨੀਆ ਦੀ ਐਡੀ ਪਾਵਰਫੁਲ ਸਟੇਟ ਆ, ਐਡੀਆਂ ਵੱਡੀਆਂ ਤਾਕਤਵਰ ਇਹਦੀਆਂ ਫੋਰਸਿਸ ਹੈਗੀਆਂ, ਪ੍ਰਾਈਮ ਮਿਨਿਸਟਰ ਨੂੰ ਕੌਣ ਡਰਾ ਸਕਦਾ? ਮਨ 'ਚ ਕੋਈ ਕੀ ਏਦਾਂ ਦੀ ਭਾਵਨਾ ਆ ਰਹੀ ਹੈ ਜਿਹਦੇ 'ਚ ਇਹ ਫਿਕਰੇ ਨਿਕਲੇ ਔਰ ਰਿਪੀਟਡਲੀ ਕਿਹਾ, ਇੱਕ ਵਾਰੀ ਨਹੀਂ ਕਿਹਾ ਕਿ ਮੋਦੀ ਕੋ ਕੋਈ ਡਰਾ ਨਹੀਂ ਸਕਦਾ, ਹੈ ਨਾ। ਤੇ ਇਸ ਕਰਕੇ ਇਹ ਗੱਲ ਦਾ ਆਉਣਾ ਕਿ ਵੀ ਮੈਨੂੰ ਫੀਲਿੰਗ ਹੋ ਰਹੀ ਹੈ ਨਾ ਇਹਦੇ ਤੇ। ਇਸ ਕਰਕੇ ਇੱਕ ਇਨਸਾਨ ਦਾ ਕਿਤੇ ਵੀ ਉਹ ਚਲਾ ਜਾਵੇ ਕਿ ਜਦੋਂ ਕਿਸਾਨ ਮੂਵਮੈਂਟ ਦੇ ਵਿੱਚੋਂ ਨਿਕਲਣਾ ਸੀ ਨਾ, ਇਹ ਕਹਿਣਾ ਪਿਆ ਕਿ ਮੇਰੀ ਤਪੱਸਿਆ 'ਚ ਕੋਈ ਫਰਕ ਰਹਿ ਗਿਆ ਹੋਣਾ, ਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਜਾਣੀ ਮੌਕਾ ਲੱਭ ਕੇ ਕਿ ਮੈਂ ਇਹਦੇ 'ਚੋਂ ਕਿਵੇਂ ਬਾਹਰ ਆਵਾਂ। ਔਰ ਉਹਦੇ ਤੇ ਵੀ ਜ਼ਰੂਰ ਸੋਚਿਆ ਹੋ ਸਕਦਾ ਕਿ ਸ਼ਾਇਦ ਮੈਨੂੰ ਜ਼ੁਲਮ ਦੇ ਨਾ ਦਵਾ ਦਾਂਗਾ, ਹੈ ਨਾ। ਤੇ ਇਸ ਕਰਕੇ ਹਿਸਟਰੀ ਕਿਸ ਤਰ੍ਹਾਂ ਕਰਵਟ ਲੈਂਦੀ ਆ, ਉਹਦਾ ਅਸੀਂ ਬਹੁਤ ਅਗਾਊਂ ਨਹੀਂ ਅੰਦਾਜ਼ਾ ਲਾ ਸਕਦੇ। ਕਈ ਵਾਰੀ ਐਟ ਦਾ ਸਪੌਟ ਹੈ ਜਿਹੜਾ ਕੋਈ ਐਕਸ਼ਨ ਐਸਾ ਹੋ ਜਾਂਦਾ ਜਿਹੜਾ ਹਿਸਟਰੀ ਨੂੰ ਟਰਨ ਦੇ ਦਿੰਦਾ ਹੈ, ਇੱਕ ਅੱਧੀ ਘਟਨਾ ਹੀ ਦੇ ਦਿੰਦੀ ਹੈ। ਸੋ ਇਸ ਕਰਕੇ ਮੈਂ ਇਹ ਸਮਝਦਾ ਹਾਂ ਕਿ ਐਡੇ ਦੂਰ ਤੱਕ ਅੰਦਾਜ਼ੇ ਲਾ ਕੇ ਡੈਫੀਨੇਟ ਰਿਜ਼ਲਟ ਕੱਢਣਾ ਠੀਕ ਨਹੀਂ। ਇੱਕ ਟ੍ਰੈਂਡ ਹੁੰਦਾ ਆ, ਉਹ ਜੱਜ ਹੁੰਦਾ ਆ ਕਿ ਵੀ ਉਹਦੇ ਤੋਂ ਕੁਛ ਲੋਕ ਜਿਹੜੇ ਸੁਚੇਤ ਆ, ਉਹਨਾਂ ਨੂੰ ਲੱਗਦਾ ਹੈ ਕਿ ਜ਼ਿਆਦਾ ਗਲਤ ਪਾਸੇ ਨੂੰ ਨਾ ਚਲਿਆ ਜਾਵੇ। ਇਹ ਆ ਭਾਵਨਾ ਲੱਗਦੀ। ਤੇ ਜਿਹੜੀ ਮੁਹੱਬਤ ਦੀ ਦੁਕਾਨ ਦੀ ਗੱਲ, ਉਹਦੇ ਬਾਰੇ ਵੀ ਤੁਸੀਂ ਕੁਝ ਕਹਿਣਾ? ਉਹ ਤਾਂ ਉਹਨਾਂ ਨੇ ਕਹਿਤਾ ਮੁਹੱਬਤ ਦੀ ਨਹੀਂ ਹੈ, ਇਹ ਜਾਤੀਵਾਦ ਖਿਲਾਰਨ ਵਾਲੀ ਹੈ। ਇਸ ਕਰਕੇ ਉਹ ਮੁਹੱਬਤ ਦੀ ਦੁਕਾਨ ਦਾ ਰਿਜ਼ਲਟ ਸਾਹਮਣੇ ਆ ਗਿਆ ਹੋਇਆ। ਸ਼ਾਇਦ ਉਹੀ ਨਾ ਹੋਵੇ ਉਹ ਭਾਸ਼ਣ ਦੇ ਵਿੱਚੋਂ ਦੀ ਨਿਕਲਦੀ ਕਿ ਹੁਣ ਅੰਦਰੋਂ ਡਰ ਪੈਦਾ ਹੋ ਗਿਆ ਹੋਵੇ ਕਿ ਗੱਦੀ ਚੱਲੀ। ਆਪਣਾ ਸਮਾਂ ਵੀ ਸਮਾਪਤੀ ਵੱਲ ਵਧ ਰਿਹਾ। ਸਿੱਧੂ ਸਾਹਿਬ, ਜਿਹੜੀ ਗੱਲ ਚਾਨਾ ਜੀ ਨੇ ਪੁਆਇੰਟ ਰੇਜ਼ ਕੀਤਾ ਹੈਗਾ ਕਿ ਜਿਹੜੇ ਅਸੀਂ ਦੁਨੀਆ ਭਰ 'ਚ ਵੇਖ ਰਹੇ ਹਾਂ ਤੇ ਹਿੰਦੁਸਤਾਨ 'ਚ ਵੀ ਹੋਇਆ ਕਿ ਜਿਹੜੀ ਬਹੁ ਗਿਣਤੀ ਹੈ ਜਾਂ ਮੈਜੋਰਿਟੀ ਹੈ, ਉਹ ਘੱਟ ਗਿਣਤੀਆਂ ਦਾ ਜਿਹੜਾ ਡਰਾਵਾ ਦੇ ਕੇ ਆਪਣੇ ਆਪ ਨੂੰ ਕੰਸੋਲੀਡੇਟ ਕਰ ਰਹੀ ਹੈ। ਇਹਦੇ ਬਾਰੇ ਤੁਹਾਡੀ ਕੋਈ ਟਿੱਪਣੀ ਹੋਵੇ? ਬਿਲਕੁਲ ਇਹ ਠੀਕ ਫੜੀ ਆ ਗੱਲ ਇਹਨਾਂ ਨੇ, ਚਾਨਾ ਜੀ ਨੇ। ਤੇ ਇਹ ਸਾਰੀ ਦੁਨੀਆ 'ਚ ਐਕਸਪੈਰੀਮੈਂਟ ਹੋਇਆ, ਇੱਥੇ ਵੀ ਹੋਇਆ ਬੜੇ ਜ਼ੋਰ ਸ਼ੋਰ ਨਾਲ। ਘੱਟ ਗਿਣਤੀ ਨੂੰ ਟਾਰਗੇਟ ਕਰਨ ਨਾਲ ਟੋਟਲ ਸੈਟਅਪ ਨੂੰ ਫਰਕ ਨਹੀਂ ਪੈਂਦਾ। ਜੇ 80 'ਚ ਦੇਖੀਏ, 1980 ਵਿੱਚ ਵੀ 2%, ਪੌਣੇ 2% ਇੱਕ ਸਿੱਖ ਸੀ ਇੱਥੇ ਪਾਪੂਲੇਸ਼ਨ ਸੀ, ਤੇ ਉਹਨਾਂ ਦੀ ਪਾਰਲੀਮੈਂਟ 'ਚ 10-12 ਸੀਟਾਂ, ਉਹਦੇ ਨਾਲ ਨਾ ਦੇਸ਼ ਨੂੰ ਫਰਕ ਪਿਆ। ਉਹਨਾਂ ਨੂੰ ਕਿੰਨਾ ਟਾਰਗੇਟ ਕਰਤਾ, ਇੰਦਰਾ ਗਾਂਧੀ ਨੇ ਸਾਰਾ ਕੁਛ ਕਰਤਾ, ਆਊਟ ਆਫ ਦੀ ਵੇ ਉਹਨਾਂ ਦੇ ਪਾਣੀਆਂ ਤੋਂ ਲੈ ਕੇ ਸਾਰਾ ਕੁਛ ਕੀਤਾ। ਕੋਈ ਦੇਸ਼ ਦੀ ਸਾਰੀ ਸੈਟਅਪ ਵਿੱਚ ਨਹੀਂ ਫਰਕ ਪੈਂਦਾ। ਇਸ ਕਰਕੇ ਜਾਣ ਬੁੱਝ ਕੇ ਜਿਹੜਾ ਆਇਡੈਂਟੀਫੀਏਬਲ ਕੋਈ ਮਿਨੋਰਿਟੀ ਹੋਵੇ, ਇਹਨੇ ਮੋਦੀ ਨੇ ਦੂਸਰੀ ਮਿਨੋਰਿਟੀ ਨੂੰ ਫੜ ਲਿਆ। ਇਹ ਆਇਡੈਂਟੀਫੀਏਬਲ ਮਿਨੋਰਿਟੀ ਨੂੰ ਫੜਿਆ ਜਾਂਦਾ ਤੇ ਉਹਨੂੰ ਟਾਰਗੇਟ ਬਣਾਇਆ ਜਾਂਦਾ, ਤੇ ਇੱਕ ਕੁਛ ਪਹਿਲਾਂ ਹੀ ਕਲਚਰ ਬਣਿਆ ਹੁੰਦਾ, ਉਸ ਕਲਚਰ ਨੂੰ ਐਕਸਪਲੋਇਟ ਕੀਤਾ ਜਾਂਦਾ ਸਾਰਾ ਕੁਛ। ਤੇ ਇਹ ਗੱਲ ਜ਼ਰੂਰ ਫਰਕ ਹੈ ਵੀ ਮੋਦੀ ਵਾਲਾ ਜਿਹੜਾ ਫੈਕਟਰ ਹੈ ਫੜਨਾ, ਐਂਟੀ ਮੁਸਲਮਾਨ ਫੜਨਾ ਤਾਂ ਬਹੁਤ ਸੌਖਾ ਕੰਮ ਸੀਗਾ, ਬੜੇ ਲੰਬੇ ਸਮੇਂ ਤੋਂ ਚੱਲਦਾ। 1940 ਤੋਂ ਬੜੇ ਜ਼ੋਰ ਸ਼ੋਰ ਨਾਲ ਚੱਲ ਰਿਹਾ, 47 ਦੀ ਵੰਡ ਤੋਂ ਪਹਿਲਾਂ। ਸਿੱਖਾਂ ਦੀ ਜਿਹਦੇ ਅਗੇਂਸਟ ਜਿਹੜਾ ਸਾਰਾ ਪ੍ਰਪੰਚ ਖੜਾ ਕੀਤਾ, ਇਹ ਬੜਾ ਸਿਸਟਮੈਟਿਕਲੀ ਕੀਤਾ। ਬੜੀ ਛੋਟੀ ਪਾਪੂਲੇਸ਼ਨ ਸੀ, ਇਹ ਕੀਤਾ ਜਾਂਦਾ ਹਮੇਸ਼ਾ ਤੇ ਵਰਤਿਆ ਵੀ ਜਾਂਦਾ, ਪਰ ਇਹ ਐਕਸਪੈਰੀਮੈਂਟ ਲੰਬਾ ਸਮਾਂ ਨਹੀਂ ਚੱਲਦਾ। ਇਹ ਠੀਕ ਹੈ, ਇਹਨਾਂ ਦੀ ਗੱਲ ਮੈਂ ਸਹਿਮਤ ਹਾਂ ਇਹਦੇ ਨਾਲ, ਇਹ ਜ਼ਿਆਦਾ ਨਹੀਂ ਚੱਲਦਾ। ਹੁਣ ਇਹਦੇ ਚੋਂ ਇਸੇ ਕਰਕੇ ਮੈਂ ਇਹ ਪੂਰਾ ਮੇਰੀ ਕਨਵਿਕਸ਼ਨ ਹੈ ਵੀ ਇਹਨੂੰ ਠੱਲ ਪਾਉਣ ਵਾਲੀਆਂ ਫੋਰਸਿਸ ਉਸੇ ਵੱਡੇ ਸਮਾਜ ਚੋਂ ਜਿਹਦੀਆਂ ਵੱਡੀਆਂ ਵੋਟਾਂ ਨਾਲ ਜਿੱਤ ਕੇ ਆਉਂਦੇ ਹੋ, ਜਿਨ੍ਹਾਂ ਦੇ ਤੁਸੀਂ ਇਮੋਸ਼ਨਲੀ ਜਿਹਨਾਂ ਨੂੰ ਕਰਦੇ ਹੋ, ਇਮੋਸ਼ਨਲਾਈਜ਼ ਕਰਦੇ ਹੋ, ਉਹਨਾਂ ਚੋਂ ਹੀ ਇਹ ਬਦਲ ਨਿਕਲਦਾ, ਦੂਜਿਆਂ ਚੋਂ ਨਹੀਂ ਨਿਕਲਦਾ, ਮਿਨੋਰਿਟੀਆਂ ਚੋਂ।
ਮਿਨੋਰਟੀ ਚੰਨ ਦੀ ਤਾਂ ਕੈਪੈਸਿਟੀ ਨਹੀਂ ਹੁੰਦੀ ਇਸ ਲੈਵਲ ਦੀ। ਸਿਰਫ ਇੱਕ ਪੁਆਇੰਟ ਇੱਕ ਸਮਾਪਤੀ ਪੁਆਇੰਟ ਐਡ ਕਰ ਦਈਏ। ਸਮਾਪਤੀ ਟਿੱਪਣੀ ਤੁਹਾਡੀ ਹੈ ਹੁਣ, ਜੋ ਵੀ ਤੁਸੀਂ ਕਹਿਣਾ, ਸਮਾਂ ਆਪਣਾ ਸਮਾਪਤੀ ਵੱਲ ਵਧ ਰਿਹਾ, ਜੋ ਵੀ ਕਹਿਣਾ ਤੁਸੀਂ। ਹਾਂ, ਮੈਂ ਸਿਰਫ ਇਹੀ ਗੱਲ ਕਰਨਾ ਚਾਹੁੰਦਾ ਕਿ ਜੋ ਇਲਜ਼ਾਮ ਤਰਾਸ਼ੀ, ਜੋ ਭਾਸ਼ਣਬਾਜ਼ੀ ਜਾਂ ਘਬਰਾਹਟ, ਉਹ ਤੋਂ ਇਲਾਵਾ ਹਟ ਕੇ, ਜੇ ਮੈਂ ਤਾਂ ਇਸ ਕਰਕੇ ਕਿਹਾ ਵੀ ਇੰਡੀਆ ਦੇ ਕੋਲ ਕਾਫੀ ਸਮਾਂ ਹੈਗਾ ਆ, ਉਹ ਜਿਹੜੀਆਂ ਗੱਲਾਂ ਲੈ ਕੇ ਚੱਲੇ ਆ ਨਾ, ਉਹਦੇ ਤੇ ਕੰਸਨਟਰੇਟ ਕਰਨਾ ਹੁਣ ਇਹ ਦੇਸ਼ ਦੀ ਜਨਤਾ ਨੇ। ਉਹਦੇ 'ਚ ਉਹਨਾਂ ਨੇ ਕਿਹੜੀਆਂ ਗੱਲਾਂ ਲੈ ਕੇ ਉਹ ਚੱਲੇ ਹੈਗੇ ਆ? ਇੱਕ ਉਹ ਕਹਿੰਦੇ ਆ ਕਿ ਸੰਵਿਧਾਨ ਦੀ ਰਾਖੀ, ਦੂਸਰਾ ਉਹ ਕਹਿੰਦੇ ਕਿ ਜਮਹੂਰੀਅਤ ਦੀ ਰਾਖੀ, ਧਰਮ ਨਿਰਪੱਖਤਾ, ਸਮਾਜਿਕ ਨਿਆਂ, ਤੇ ਇਹਨਾਂ ਨੂੰ ਬਚਾਉਣ ਦੀ ਅਸੀਂ ਲੜਾਈ ਜਿਹੜੀ ਨਾ ਉਹ ਲੜ ਰਹੇ ਹਾਂ। ਫਿਰ ਉਹ ਪਰਸਨਲ ਜਿਹੜੇ ਨਾ ਅਟੈਕ ਆ ਉਹਨਾਂ ਤੋਂ ਪਿੱਛੇ ਹਟ ਰਹੇ ਆ, ਵਿਚਾਰਧਾਰਾ ਨੂੰ ਅੱਗੇ ਲਿਆ ਰਹੇ, ਔਰ ਉਹ ਕਹਿੰਦੇ ਕਿ ਵਿਚਾਰਧਾਰਕ ਲੜਾਈ ਆ, ਅਸੀਂ ਵਿਚਾਰਧਾਰਕ ਲੜਾਈ ਲੜ ਰਹੇ ਹਾਂ। ਔਰ ਇਹ ਫੰਡਾਮੈਂਟਲ ਚੀਜ਼ ਹੁੰਦੀ ਆ, ਜਦੋਂ ਲੋਕ ਵੀ ਨਿਚੋੜ ਕੱਢ ਲੈਂਦੇ ਕਿ ਸਮੱਸਿਆ ਕਿੱਥੇ ਆ। ਬਹੁਤ ਸਾਰੀਆਂ ਸਮੱਸਿਆਵਾਂ ਤੋਂ ਲੰਘ ਕੇ ਲੋਕ ਇੱਕ ਫਿਕਰੇ 'ਚ ਨਿਚੋੜ ਕੱਢਦੇ ਹੁੰਦੇ ਆ ਕਿ ਬਈ ਅੱਛਾ ਆਹ ਗੱਲ ਆ ਅਸਲ ਦੇ ਵਿੱਚ, ਹੈ ਨਾ, ਇਹਨੂੰ ਤਾਂ ਹਟਾਓ ਯਾਰ ਬੰਦਾ, ਹੈ ਨਾ। ਸੋ ਇਸ ਕਰਕੇ ਉਹ ਇਹ ਆ ਕਿ ਇਹ ਸੀਰੀਅਸਨੈਸ ਵੱਲ ਨੂੰ ਹੁਣ ਜਾਏਗੀ। ਜਿੰਨਾ ਵੀ ਇਹ ਤੂਫਾਨ ਇਲਜ਼ਾਮ ਦਾ ਇਹ ਸਾਰਾ ਜਿਹੜਾ ਨਾ, ਇਹਦਾ ਹੁਣ ਅੰਤ ਹੋਣ ਵਾਲਾ ਆ। ਜਦੋਂ ਹੁਣ ਅੱਗੇ ਵਧੂਗੀ ਨਾ ਕੰਪੇਨ, ਉਹਦੇ 'ਚ ਆਉਣਗੇ ਫੰਡਾਮੈਂਟਲ ਸਵਾਲ ਕਿ ਇਹਦਾ ਹੁਣ ਜਵਾਬ ਦਿਓ ਭਾਈ ਸਾਹਿਬ, ਤੁਸੀਂ ਦੱਸੋ ਕਿੱਥੇ ਲੈ ਕੇ ਆ ਦੇਸ਼ ਨੂੰ ਜਾ ਕੇ ਖੜੇ ਕਰ ਦਿੱਤਾ। ਸੋ ਮੇਰਾ ਮਤਲਬ ਕਹਿਣ ਤੋਂ ਕਿ ਵੀ ਇਹ ਦੋਹਾਂ ਤੋਂ ਬਾਅਦ ਇੱਕ ਇੰਡੀਆ ਦੀ ਹਿਸਟਰੀ ਦੇ ਵਿੱਚ ਇੱਕ ਨਵਾਂ ਚੈਪਟਰ ਸ਼ੁਰੂ ਹੋ ਗਿਆ ਆ, ਔਰ ਉਹ ਚੈਪਟਰ ਜਿਹੜਾ ਨਾ ਲੋਕ ਇਹਨਾਂ ਨੂੰ ਸੀਰੀਅਸਨੈਸ ਵੱਲ ਨੂੰ ਲਿਜਾਣਗੇ, ਨਹੀਂ ਮਜਬੂਰ ਕਰਨਗੇ ਕਿ ਇਹਨਾਂ ਅਸਲੀ ਗੱਲਾਂ ਤੇ ਆਓ, ਹੁਣ ਬਹੁਤ ਸੁਣ ਲਿਆ ਤੁਹਾਨੂੰ। ਜੁਮਲੇਬਾਜ਼ੀ ਖਤਮ ਹੋ ਜਾਏਗੀ। ਜੁਮਲੇਬਾਜ਼ੀ ਖਤਮ ਹੋ ਜਾਏਗੀ, ਬਿਲਕੁਲ ਠੀਕ ਹੈ ਜੀ। ਇੱਥੇ ਹੀ ਅਸੀਂ ਅੱਜ ਦੀ ਆਪਣੀ ਚਰਚਾ ਨੂੰ ਸਮਾਪਤ ਕਰਦੇ ਹਾਂ। ਜਿਹੜੇ ਦੋਸਤ ਸਾਡੀ ਇਸ ਪ੍ਰੋਗਰਾਮ ਨਾਲ ਜੁੜੇ, ਦੋਸਤੋ, ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ, ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ। ਤੇ ਜੇ ਇਸ ਸਾਰੀ ਗੱਲਬਾਤ ਬਾਰੇ ਤੁਹਾਡੀ ਕੋਈ ਆਪਣੀ ਰਾਏ ਹੋਵੇ, ਕੋਈ ਟਿੱਪਣੀ ਹੋਵੇ, ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ 'ਚ ਜਾ ਕੇ ਤੁਸੀਂ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਚਾਨਣਾ ਜੀ, ਸਿੱਧੂ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਥੈਂਕ ਯੂ। ਧੰਨਵਾਦ ਗੰਜੂ ਸਾਹਿਬ।